ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਫੇਰ ਇੱਕ ਵਾਰੀ ਆਪ ਸਾਰੀਆਂ ਸੰਗਤਾਂ ਦੇ ਸਾਹਮਣੇ ਪ੍ਰੋਗਰਾਮ ਸਿੱਖ ਮੱਤ ਲੈ ਕੇ ਹਾਜ਼ਰ ਹੋਏ ਹਾਂ। ਅੱਜ ਮੇਰੇ ਨਾਲ ਵੀਰ ਸਰਜਣ ਸਿੰਘ ਅਮਰੀਕਾ ਕੈਲੀਫੋਰਨੀਆ ਤੋਂ ਜੁੜੇ ਨੇ। ਸੋ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਜੋ ਅੱਜ ਕੱਲ੍ਹ ਦੇ ਕਰੰਟ ਵਿਸ਼ੇ ਜੋ ਚੱਲ ਰਹੇ ਨੇ ਉਹਨਾਂ 'ਤੇ ਗੱਲ ਕੀਤੀ ਜਾਵੇ। ਅਤੇ ਦੂਜੇ ਨੰਬਰ 'ਤੇ ਇਹਨਾਂ ਨੇ ਵਿਆਖਿਆ ਕੀਤੀ ਹੈ ਨਾ ਜਪਜੀ ਸਾਹਿਬ ਦੀ। ਸ਼ਾਇਦ ਤੁਸੀਂ ਭਾਈ ਸਰਜਣ ਸਿੰਘ ਇਹਨਾਂ ਦਾ ਫੇਸਬੁੱਕ ਪੇਜ ਹੈ ਅਤੇ YouTube ਚੈਨਲ ਹੈ, ਤੁਸੀਂ ਉਹਦੇ 'ਤੇ ਸੁਣਿਆ ਵੀ ਹੋਵੇਗਾ। ਸੋ ਜਿਹਨੇ ਨਹੀਂ ਸੁਣਿਆ ਸਾਰਿਆਂ ਨੂੰ ਬੇਨਤੀ ਹੈ ਕਿ ਜਪਜੀ ਸਾਹਿਬ ਦੀ ਵਿਆਖਿਆ ਭਾਈ ਸਰਜਣ ਸਿੰਘ ਨੇ ਕੀਤੀ ਹੈ, ਉਸ ਨੂੰ ਜ਼ਰੂਰ ਸੁਣਿਓ। ਅਤੇ ਗੁਰਬਾਣੀ ਦੀ ਵੈਸੇ ਵੀ ਵਿਆਖਿਆ ਜਿਹੜੀ ਹੈ ਉਹ ਵੱਖੋ ਵੱਖਰੇ ਸ਼ਬਦਾਂ ਦੀ ਸਰਜਣ ਸਿੰਘ ਹੁਣੀ ਕਰਦੇ ਰਹਿੰਦੇ ਨੇ। ਸੋ ਆਪਾਂ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਭਾਈ ਸਰਜਣ ਸਿੰਘ ਜੀ ਹੁਣਾਂ ਦਾ ਅੱਜ ਸਵਾਗਤ ਕਰਦੇ ਹਾਂ। ਭਾਈ ਸਰਜਣ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਜੋ ਅੱਜ ਮੇਨ ਮੁੱਦਾ ਚੱਲ ਰਿਹਾ ਹੈ ਨਾ। ਆਪਾਂ ਨੂੰ ਪਤਾ ਹੀ ਆ ਆਲੇ ਦੁਆਲੇ ਕਾਫੀ ਰੌਲਾ ਪੈ ਰਿਹਾ। ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਜਿਹੜਾ ਵਿਰੋਧ ਹੈ ਉਹ ਪੂਰੇ ਜ਼ੋਰਾਂ ਸ਼ੋਰਾਂ 'ਤੇ ਹੋ ਰਿਹਾ ਹੈ। ਜਾਗਰੂਕਾਂ ਵੱਲੋਂ ਉਸ ਦਾ ਮੇਨ ਕਾਰਨ ਦੱਸਿਆ ਜਾਂਦਾ ਹੈ ਕਿ ਉਹ ਜਿਹੜੀ ਗੁਰੂ ਦੀ ਪਰਿਭਾਸ਼ਾ ਆ, ਰੱਬ ਦੀ ਪਰਿਭਾਸ਼ਾ ਆ, ਉਹਨੂੰ ਕੁਝ ਹੋਰ ਤਰੀਕੇ ਨਾਲ ਮੰਨਦੇ ਨੇ ਅਤੇ ਇਹ ਜਿਹੜੇ ਬੰਦੇ ਨੇ ਇਹ ਹੋਰ ਤਰੀਕੇ ਨਾਲ ਮੰਨਦੇ ਨੇ, ਹੈ ਨਾ ਜੀ। ਅਤੇ ਆਪਾਂ ਅੱਜ ਕੋਸ਼ਿਸ਼ ਇਹੀ ਕਰਾਂਗੇ ਕਿ ਆਪਾਂ ਜਿਹੜੀ ਉਹ ਪਰਿਭਾਸ਼ਾ ਆ ਆਪਾਂ ਪਹਿਲਾਂ ਉਸ ਨੂੰ ਖੋਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਕਰੀਏ ਕਿ ਆਪਾਂ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਅਤੇ ਇਹ ਜਿਹੜੇ ਬੰਦੇ ਆ ਇਹ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ। ਸੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਗੁਰੂ ਦੇ ਬਾਰੇ 'ਚ ਕਿ ਗੁਰਬਾਣੀ ਅਨੁਸਾਰ ਗੁਰੂ ਕੀ ਹੈ, ਕੀ ਦੇ ਗੁਰੂ ਹੈ, ਕੀ ਦਸੇ ਪਾਤਸ਼ਾਹੀਆਂ ਹੀ ਗੁਰੂ ਨੇ, ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੈ, ਜਾਂ ਫਿਰ ਗੁਰੂ ਦੀ ਪਰਿਭਾਸ਼ਾ ਗੁਰਬਾਣੀ ਅਨੁਸਾਰ ਕੀ ਬਣਦੀ ਹੈ। ਪਹਿਲਾ ਸਵਾਲ ਮੈਂ ਤੁਹਾਡੇ ਤੋਂ ਇਹ ਅੱਜ ਪੁੱਛਣਾ ਚਾਹਾਂਗਾ। ਹਾਂਜੀ ਸਰ। ਹਾਂਜੀ, ਹੁਣ ਵੇਖੋ, ਜਦੋਂ ਹੁਣ ਸਿੱਧਾਂ ਨੂੰ ਆਪਾਂ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਜਦੋਂ ਸਵਾਲ ਜਵਾਬ ਉਹਨਾਂ ਦਾ ਹੋਇਆ ਸਿੱਧ ਗੋਸ਼ ਦੀ ਬਾਣੀ ਵਿੱਚ, ਹਨਾ। ਹਾਂਜੀ, ਉਹਨਾਂ ਨੇ ਇੱਕ ਸਵਾਲ ਰੱਖਿਆ, ਬਹੁਤ ਸਵਾਲ ਕੀਤੇ, ਪਰ ਇੱਕ ਸਵਾਲ ਦੇ ਉੱਤੇ ਇਸ ਵਿਸ਼ੇ ਦੇ ਨਾਲ ਸੰਬੰਧ ਆ, ਠੀਕ ਆ, ਉਸ ਪੰਕਤੀ ਦੇ ਬਾਰੇ ਗੱਲ ਕਰਦੇ ਆ। ਉਹ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਦੇ ਆ ਕਿ ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ, ਹਨਾ। ਹਾਂਜੀ, ਵੀ ਤੁਹਾਡਾ ਗੁਰੂ ਕੌਣ ਹੈ, ਹੂ ਇਜ਼ ਯੋਰ ਗੁਰੂ, ਹਨਾ। ਤੇ ਉਸ ਵੇਲੇ ਗੁਰੂ ਪਾਤਸ਼ਾਹ ਨੇ ਉਸ ਵੇਲੇ ਕੀ ਕਿਹਾ ਵੀ ਦੇ ਮੇਰੀ ਗੁਰੂ ਆ, ਜਾਂ ਕੋਈ ਮਤਲਬ ਬੰਦਾ ਮੇਰਾ ਗੁਰੂ ਆ, ਜਾਂ ਉਸ ਵੇਲੇ ਕੀ ਕਿਹਾ ਸੀ ਗੁਰੂ ਸਾਹਿਬ ਨੇ? ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤ ਧੁਨ ਚੇਲਾ, ਮੇਰਾ ਗੁਰੂ ਸ਼ਬਦ ਹੈ। ਹੁਣ ਸ਼ਬਦ ਤੋਂ ਭਾਵ ਕੀ ਆ? ਸ਼ਬਦ ਵਿੱਚੋਂ ਅਸੀਂ ਕੀ ਲੈਂਦੇ ਆ? ਹਾਂਜੀ, ਗਿਆਨ ਲੈਂਦੇ ਆ, ਗਿਆਨ ਲੈਂਦੇ ਆ ਨਾ। ਬਿਲਕੁਲ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸ਼ਬਦ ਆ ਸਾਡੇ ਸਾਹਮਣੇ, ਕਿਤਾਬ ਦੇ ਰੂਪ ਵਿੱਚ ਸ਼ਬਦ ਆ ਸਾਡੇ ਸਾਹਮਣੇ, ਅਸੀਂ ਜਾਂ ਬੋਲਣਾ ਵਿੱਚ ਅਸੀਂ ਬੋਲਦੇ ਆ, ਸ਼ਬਦ ਵਰਤਦੇ ਆ, ਹਨਾ। ਹਾਂਜੀ, ਇਹਦਾ ਭਾਵ ਇਹ ਆ ਵੀ ਗਿਆਨ ਮੇਰਾ ਗੁਰੂ ਹੈ ਤਾਂ ਜਿਹੜੀ ਮੇਰੀ ਸੁਰਤ ਹੈ ਉਹਨੇ ਉਸ ਗਿਆਨ ਨੂੰ ਧਾਰਨ ਕਰਨਾ। ਬਹੁਤ ਵਾਰ ਅਸੀਂ ਬੇਨਤੀ ਕਰ ਲਈ ਵੀ ਠੀਕ ਹੈ, ਸਾਡੀ ਆਇਡੈਂਟੀਟੀ ਆ, ਦਾੜੀ ਕੇਸ ਅਸੀਂ ਰੱਖਦੇ ਆ, ਸਾਰਿਆਂ ਨੇ ਰੱਖਣੇ ਵੀ ਚਾਹੀਦੇ ਆ, ਰਾਈਟ। ਹਾਂਜੀ, ਪਰ ਕੀ ਅਸੀਂ ਇਸ ਗੱਲ ਤੋਂ ਮੁਨਕਰ ਹੋ ਸਕਦੇ ਆ ਵੀ ਜਿਹੜੇ ਦਾੜੀ ਕੇਸ ਰੱਖਦੇ ਆ, ਜਿਹੜੇ ਕਕਾਰ ਪਹਿਨਦੇ ਆ, ਕਿ ਉਹ ਸਾਰੇ ਠੀਕ ਨੇ? ਬਿਲਕੁਲ, ਹਨਾ। ਆਬਵੀਅਸਲੀ ਜਿਹੜੀ ਗੱਲ, ਇੰਨਾ ਸੌਖਾ ਨਹੀਂ ਸੀ ਹੋ ਸਕਦਾ ਸਿੱਖੀ ਦਾ ਦਾਖਲਾ ਵੀ ਚਮਕੌਰ ਦੀ ਗੜੀ ਵਿੱਚ ਇਦਾਂ ਹੋ ਸਕਦਾ ਵੀ ਤੁਸੀਂ ਅੰਮ੍ਰਿਤ ਛਕਿਆ ਤੇ ਠੀਕ ਹੈ, ਤੁਸੀਂ ਮੇਰੇ ਨਾਲ ਆ, ਹਨਾ। ਹਾਂਜੀ, ਜਾਂ ਕਿਸੇ ਉਸ ਵੇਲੇ ਵੀ ਪਰਖ ਹੋਈ ਸੀ ਕਿ ਮਤੀ ਦਾਸ ਸਤੀ ਦਾਸ ਦੇ ਵੇਲੇ ਉਹਨਾਂ ਨੇ ਦਾੜੀ ਕੇਸ ਰੱਖੀ ਸੀ ਤਾਂ ਕਰਕੇ ਆਰੇ ਥੱਲੇ ਚੀਰੇ ਗਏ ਜਾਂ ਰੂਮ ਵਿੱਚ ਲਪੇਟ ਕੇ ਸਾੜੇ ਗਏ, ਹਨਾ। ਹਾਂਜੀ, ਆਬਵੀਅਸਲੀ ਗੱਲ ਹੋਰ ਸੀ ਤਾਂ ਸਾਡੇ ਪੁਜਾਰੀ ਢਾਂਚੇ ਨੇ ਤਾਂ ਗੜਬੜ ਕਰਕੇ ਸਾਡੇ ਸਾਹਮਣੇ ਰੱਖ ਦਿੱਤੀ ਵੀ ਨਹੀਂ ਆਹੀ ਆ ਤੁਹਾਡਾ ਸਿਧਾਂਤ, ਹਨਾ। ਹਾਂਜੀ, ਬਿਲਕੁਲ। ਜਦੋਂ ਭਗਤ ਕਬੀਰ ਜੀ ਵਰਗੇ ਗੱਲ ਕਰਦੇ ਨੇ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਮ ਦੇਖੋ, ਹਨਾ। ਹਾਂਜੀ, ਮਤਲਬ ਉਹ ਕਿਹੜੇ ਗੁਰੂ ਦੀ ਗੱਲ ਕਰਦੇ ਨੇ? ਉਸ ਵੇਲੇ ਤਾਂ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਸੀ, ਨਹੀਂ, ਬਿਲਕੁਲ ਨਹੀਂ ਸੀਗੇ, ਹਨਾ। ਉਸ ਵੇਲੇ ਤਾਂ ਗੁਰੂ ਨਾਨਕ ਪਾਤਸ਼ਾਹ ਹੈ ਨਹੀਂ ਸੀ ਇਸ ਸੰਸਾਰ ਤੇ, ਹਨਾ। ਹਾਂਜੀ, ਭਗਤ ਫਰੀਦ ਜੀ ਜਦੋਂ ਗੁਰੂ ਦੀ ਗੱਲ ਕਰਦੇ ਨੇ, ਭਗਤ ਕਬੀਰ ਜੀ ਜਦੋਂ ਗੁਰੂ ਦੀ ਗੱਲ ਕਰਦੇ ਨੇ, ਗੁਰੂ ਰਾਮਦਾਸ ਜੀ ਨੇ ਤਾਂ ਐਂਡ ਹੀ ਕਰ ਦਿੱਤੀ ਕਹਾਣੀ, ਸਤਿਗੁਰ ਮੇਰਾ ਸਦਾ ਸਦਾ। ਹਾਂਜੀ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੇਰਾ ਸਮਾਏ, ਵੀ ਸਾਰਿਆਂ ਲਈ ਉਹ ਸਾਂਝਾ ਹੈ ਗਿਆਨ। ਤੁਹਾਡੇ ਤੇ ਡਿਪੈਂਡ ਹੈ ਵੀ ਉਸ ਗਿਆਨ ਨੂੰ ਹਾਸਲ ਕਰਨਾ, ਲਾਗੂ ਕਰਨਾ ਜ਼ਿੰਦਗੀ ਵਿੱਚ, ਜਾਂ ਤੁਸੀਂ ਅਗਿਆਨਤਾ ਦੇ ਹਨੇਰੇ ਵਿੱਚ ਜ਼ਿੰਦਗੀ ਕੱਟਣੀ ਚਾਹੁੰਦੇ ਹੋ, ਹਨਾ। ਹਾਂਜੀ, ਬਿਲਕੁਲ। ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਗੁਰੂ ਦੇ ਬਾਰੇ 'ਚ, ਗੱਲ ਬਹੁਤ ਕਲੀਅਰ ਹੈ ਇਹ ਕਿ ਗੁਰੂ ਕੀ ਹੈ। ਗੁਰੂ ਆਪਣੇ ਲਈ ਗਿਆਨ ਹੈ, ਸ਼ਬਦ ਰੂਪੀ ਗਿਆਨ
ਜਿਹੜਾ ਕਿ ਪਾਤਸ਼ਾਹੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ, ਉਹ ਗਿਆਨ ਵੀ, ਤੇ ਜੋ ਗਿਆਨ ਆਮ ਸਾਰੀ ਸ੍ਰਿਸ਼ਟੀ ਵਿੱਚ ਫੈਲਿਆ ਹੋਇਆ ਉਹ ਗਿਆਨ ਵੀ, ਸਾਰੇ ਗਿਆਨ ਨੂੰ ਆਪਾਂ ਗੁਰੂ ਲੈ ਕੇ ਚੱਲਦੇ ਹਾਂ। ਨਹੀਂ, ਉਹੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਇਸ ਗੱਲ ਦਾ ਇਸ਼ਾਰਾ ਦੇ ਰਹੇ ਨੇ ਵੀ ਜਿੱਥੋਂ ਵੀ ਵਧੀਆ ਗਿਆਨ ਤੁਹਾਨੂੰ ਮਿਲੇ, ਹਾਂਜੀ ਬਿਲਕੁਲ, ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡਾ ਫਰਜ਼ ਬਣਦਾ ਸਿੱਖ ਹੋਣ ਦੇ ਨਾਤੇ ਵੀ ਉਸ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ। ਜਦੋਂ ਹੁਣ ਮੈਂ ਪਿਛਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਭਗਤ ਕਬੀਰ ਜੀ ਦੀ ਬਾਣੀ ਇਕੱਠੀ ਕੀਤੀ, ਹਾਂਜੀ, what were they trying to say to the world? wherever wisdom is, ਜਿੱਥੋਂ ਵੀ ਗਿਆਨ ਮਿਲੇ ਤੁਸੀਂ ਉਸ ਗਿਆਨ ਨੂੰ ਹਾਸਲ ਕਰੋ। ਹਾਂਜੀ, ਜਾਤ ਪਾਤ ਦੇ ਆਧਾਰ ਤੇ ਨਹੀਂ ਤੁਸੀਂ ਦੇਖਣਾ, ਕੁਛ ਨਹੀਂ ਦੇਖਣਾ, ਬਸ ਵਧੀਆ ਗੱਲ ਹੋਵੇ ਉਹਨੂੰ ਗ੍ਰਹਿਣ ਕਰਕੇ ਜ਼ਿੰਦਗੀ ਵਿੱਚ ਲਾਗੂ ਕਰਕੇ ਦੇਖ। ਕਿਉਂਕਿ ਉਹਨਾਂ ਨੇ ਵੀ ਤਾਂ ਇਹੀ ਕੀਤਾ ਨਾ ਫਿਰ ਸਰਜਣ ਸਿੰਘ, ਜਿੱਥੋਂ ਉਹਨਾਂ ਨੂੰ ਗਿਆਨ ਮਿਲਿਆ ਹਨਾ, ਭਗਤਾਂ ਦੀ ਬਾਣੀ ਜਿਹੜੀ ਉਹਨਾਂ ਨੇ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ, ਜਿਹੜਾ ਗਿਆਨ ਉਸ ਸਮੇਂ ਜੋ ਗੁਰੂ ਸਾਹਿਬ ਦੀ ਸੋਚ ਸੀਗੀ, ਜਿਹੜਾ ਉਸ ਸੋਚ ਦਾ ਹਾਮੀ ਸੀਗਾ, ਜਿਹੜਾ ਉਸ ਸੋਚ ਨਾਲ ਰਲਦਾ ਸੀਗਾ, ਜਿਹੜਾ ਜਾਤ ਪਾਤ ਦੇ ਬੰਧਨਾਂ ਨੂੰ ਕੱਟਦਾ ਸੀਗਾ, ਜਿਹੜਾ ਇਨਸਾਨ ਨੂੰ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦਾ ਸੀਗਾ, ਜਿਹੜਾ ਕਿ ਇਸ ਪੂਰੇ ਬਣਾਏ ਹੋਏ ਜਿਹੜਾ ਉਸ ਵੇਲੇ ਦਾ ਢਾਂਚਾ ਸੀਗਾ, ਪੁਜਾਰੀ ਸਿਸਟਮ ਸੀਗਾ ਹਨਾ ਜੀ, ਉਸ ਨੂੰ ਉਹ ਖੰਡਨ ਕਰਦਾ ਸੀ। ਉਹ ਸਾਰਾ ਗਿਆਨ ਜਿਹੜਾ ਕਿ ਉਸ ਵੇਲੇ ਜਿਹੜਾ ਆ ਉਹ ਮਨੁੱਖਤਾ ਲਈ ਬੜਾ ਜ਼ਰੂਰੀ ਸੀਗਾ, ਉਸ ਨੂੰ ਇਕੱਤਰ ਕਰਕੇ ਉਹਨਾਂ ਨੇ ਇੱਕ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਉਹ ਇਕੱਠਾ ਕਰਕੇ ਆਪਣੇ ਸਾਹਮਣੇ ਉਹ ਰੱਖਿਆ ਉਹਨਾਂ ਨੇ, ਹਨਾ ਜੀ। ਤੇ ਪਰ ਸਾਨੂੰ ਨਾਲ ਦੀ ਨਾਲ ਮੈਨੂੰ ਲੱਗਦਾ ਉਹਨਾਂ ਨੇ ਇਹ ਵੀ ਇੱਕ ਸਪੈਡ ਪਾਈ ਹੈ ਕਿ ਸਾਡੇ ਸਿੱਖਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਫਿੱਟ ਹੋਣੀ ਚਾਹੀਦੀ ਸੀ ਕਿ ਜਿੱਥੋਂ ਵੀ ਵਧੀਆ ਗਿਆਨ ਮਿਲੇ ਅਸੀਂ ਉਹਨੂੰ ਲੈਣਾ ਆ, ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਹੈ ਹਨਾ। ਪਰ ਅਸੀਂ ਕਿਤੇ ਨਾ ਕਿਤੇ ਸਿਰਫ ਇਹੀ ਮੰਨ ਕੇ ਬਹਿ ਗਿਆ ਕਿ ਨਹੀਂ ਜੀ, ਜਿਹੜਾ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ ਉਹੀ ਗਿਆਨ ਸਾਡਾ ਗੁਰੂ ਹੈ, ਉਸ ਤੋਂ ਬਿਨਾਂ ਸਾਡਾ ਗੁਰੂ ਨਹੀਂ। ਖਾਸ ਕਰਕੇ ਇਹ ਰੌਲਾ ਜਿਹੜਾ ਆ ਇਹ ਜਾਗਰੂਕਤਾ ਵੱਲੋਂ ਪਾਇਆ ਜਾਂਦਾ। ਮੈਂ ਭਾਈ ਪੰਥ ਫਤਿਹ ਸਿੰਘ ਦੀ ਗੱਲ ਕਰਦਾ ਸੀ, ਮੈਂ ਉਹਨਾਂ ਨੂੰ ਸੁਣਦਾ ਸੀ ਇੱਕ ਰੇਡੀਓ ਸਟੇਸ਼ਨ ਤੇ, ਇੰਗਲੈਂਡ ਦਾ ਰੇਡੀਓ ਸਟੇਸ਼ਨ ਹੈ ਪ੍ਰਭਦੀਪ ਸਿੰਘ ਦਾ, ਤੇ ਉਹਦੇ ਵਿੱਚ ਉਹ ਗੁਰੂ ਦੇ ਸੰਬੰਧ ਵਿੱਚ ਉਹਨਾਂ ਨੇ ਕਾਫੀ ਜਿਹੜੀਆਂ ਗੱਲਾਂ ਕੀਤੀਆਂ ਨੇ। ਜਦੋਂ ਉਹ ਗੱਲਾਂ ਨੂੰ ਆਪਾਂ ਦੇਖਦੇ ਹਾਂ ਹਨਾ ਜੀ, ਤੇ ਸਿੱਖਾਂ ਇੱਕ ਬੜੇ ਸੀਮਤ ਦਾਇਰੇ 'ਚ ਵੱਜਦੇ ਨਜ਼ਰ ਆਉਂਦੇ ਆ ਹਨਾ ਜੀ, ਬਹੁਤ ਲਿਮਿਟਿਡ ਸਪੇਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਹਨਾ। ਇੱਕ ਖੂਹ ਦਾ ਡੱਡੂ ਜਿਹੜਾ ਹੁੰਦਾ ਆ ਉਹ ਬਣਾ ਕੇ ਸਿੱਖ ਨੂੰ ਪੇਸ਼ ਕੀਤਾ ਜਾਂਦਾ। ਕੀ ਤੁਹਾਨੂੰ ਕੀ ਲੱਗਦਾ ਕਿ ਵਾਕਈ ਸਿੱਖ ਇੱਕ ਖੂਹ ਦਾ ਡੱਡੂ ਸੀਗਾ ਜਾਂ ਉਹ ਪੂਰੇ ਸ੍ਰਿਸ਼ਟੀ ਦੇ ਵਿੱਚ ਉਸ ਦਾ ਵਿਚਰਨਾ ਜਿਹੜਾ ਹੋਣਾ ਚਾਹੀਦਾ ਸੀ? ਨਹੀਂ ਦੇਖੋ, ਹੁਣ ਜਦੋਂ ਹੁਣ ਗੁਰੂ ਨਾਨਕ ਪਾਤਸ਼ਾਹ ਤੁਰ ਕੇ ਜਾਂਦੇ ਸੀ ਉਦਾਸੀਆਂ ਵਿੱਚ ਹਨਾ, ਪ੍ਰਚਾਰ ਫੇਰੀਆਂ ਤੇ, ਰਾਈਟ, ਹਾਂਜੀ, ਉਹਨਾਂ ਦਾ ਰਹਿਣ ਬਹਿਣ ਦਾ ਸਟਾਈਲ ਵੱਖਰਾ ਸੀ। ਹਾਂਜੀ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਚੱਲ ਪਈ, ਉਹ ਮਹਿਲਾਂ ਦੇ ਵਿੱਚ ਰਹਿੰਦੇ ਸੀ, ਰਾਈਟ, ਹਾਂਜੀ। 6ਵੇਂ ਪਾਤਸ਼ਾਹ ਦੇ ਵੇਲੇ ਹਥਿਆਰ ਵੱਖਰੇ ਵਰਤਦੇ ਸੀ, ਬਿਲਕੁਲ। 10ਵੇਂ ਪਾਤਸ਼ਾਹ ਦੇ ਤੱਕ ਜਾਂਦੇ ਆਬਵੀਅਸਲੀ ਹਥਿਆਰਾਂ ਦੇ ਵਿੱਚ ਵਿਕਾਸ ਹੋਇਆ, ਰਾਈਟ, ਹਾਂਜੀ। ਮਤਲਬ ਹਰੇਕ ਚੀਜ਼, ਹਰੇਕ ਘਟਨਾ ਸਾਡੇ ਇਤਿਹਾਸ ਦੇ ਵਿੱਚ, ਈਵਨ ਇਹਨਾਂ ਦੇ ਇਤਿਹਾਸ ਵਿੱਚੋਂ ਨਾ, ਸੂਰਜ ਪ੍ਰਕਾਸ਼ ਵਿੱਚੋਂ, ਹਾਂਜੀ, ਇਹਨਾਂ ਦੇ ਇਤਿਹਾਸ ਵਿੱਚੋਂ ਵੀ ਇਦਾਂ ਨਹੀਂ ਲੱਭਦਾ ਵੀ ਗੁਰੂ ਸਾਹਿਬ ਦਾ ਵਿਕਾਸ ਰੁਕ ਗਿਆ ਸੀ ਕਿਤੇ ਹਨਾ। ਵੀ ਉਹਨਾਂ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ ਜੋ ਵੀ ਕੀਤਾ ਉਹ ਠੀਕ ਆ, ਅਸੀਂ ਨਹੀਂ ਅੱਗੇ ਤੁਰਨਾ ਹਨਾ, ਅਸੀਂ ਨਹੀਂ ਅੱਗੇ ਵਧਣਾ, ਰਾਈਟ, ਹਾਂਜੀ। ਬਹੁਤ ਵਾਰ ਮੈਂ ਏਦਾਂ ਬ੍ਰਦਰ ਦੇ ਨਾਲ, ਭਰਾ ਮੇਰੇ ਨਾਲ ਵੀ ਗੱਲ ਕਰਦੇ ਸੀ ਆਪਾਂ ਵੀ ਜਿਹੜੇ ਸਾਡੇ ਮਾਪੇ ਹੁੰਦੇ ਆ, ਜਿਹੜਾ ਵਧੀਆ ਚਾਹੁੰਦੇ ਆ ਬੱਚਿਆਂ ਵਾਸਤੇ, ਰਾਈਟ, ਹਾਂਜੀ, ਉਹ ਕੀ ਚਾਹਣਗੇ ਵੀ ਸਾਡੇ ਬੱਚੇ, ਆਬਵੀਅਸ ਆ ਵੀ ਸਾਡੇ ਬੱਚੇ ਸਾਡੇ ਤੋਂ ਗਾਂਹ ਹੋਣ, ਰਾਈਟ, ਹਾਂਜੀ, ਵੀ ਅਸੀਂ ਜਾਗ ਲਾਈਏ, ਅਸੀਂ ਜ਼ਿੰਮੇਵਾਰੀ ਨਿਭਾਈਏ, ਅਸੀਂ ਵਧੀਆ ਰਸਤੇ ਤੇ ਤੋਰੀਏ, ਪਰ ਸਾਡੇ ਬੱਚੇ ਸਾਡੇ ਨਾਲੋਂ ਗਾਂਹ ਸਟੈਪ ਚੱਕਣ ਹਨਾ, ਬਿਲਕੁਲ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਿੰਦੇ ਨੇ, ਇਹੀ ਕਹਿੰਦੇ ਹੋਣਗੇ ਉਹਨੂੰ ਵੀ ਠੀਕ ਆ, ਮੈਂ ਆਪਦੀ ਉਮਰ ਦੇ ਵਿੱਚ ਆਹ ਕੁਛ ਕੀਤਾ, ਤੂੰ ਇਸ ਬੇਸ ਦੇ ਉੱਤੇ ਚੱਲਦਿਆਂ ਤੂੰ ਵੀ ਸਮਾਜ ਦਾ ਵਿਕਾਸ ਕਰਨਾ ਆ। ਹਾਂਜੀ ਬਿਲਕੁਲ, ਕਿਉਂਕਿ ਗੱਲ ਤਾਂ ਵਿਕਾਸ ਤੇ ਹੀ ਆਉਂਦੀ ਹੈ ਨਾ, ਗੱਲ ਤਾਂ ਡੇ ਬਾਈ ਡੇ ਅਪਡੇਟ ਹੋਣ ਤੇ ਹੀ ਆਉਂਦੀ ਆ। ਦੇਖੋ ਅੱਜ ਦਾ ਜ਼ਮਾਨਾ ਦੇਖੋ ਸਰਜਣ ਸਿੰਘ ਕਿੰਨਾ ਐਡਵਾਂਸ ਹੋ ਗਿਆ ਹਨਾ। ਹੁਣ ਤੁਸੀਂ ਅਮਰੀਕਾ 'ਚ ਬੈਠੇ ਹੋ, ਮੈਂ ਇੰਗਲੈਂਡ 'ਚ ਬੈਠਾ, ਆਪਾਂ ਇੱਕ ਦੂਜੇ ਨਾਲ ਗੱਲ ਕਰ ਰਹੇ ਹਾਂ ਇਸ ਵੇਲੇ ਹਨਾ ਜੀ। ਇਹ ਪ੍ਰੋਗਰਾਮ ਜਿਹੜਾ ਆ ਪੂਰੀ ਦੁਨੀਆ 'ਚ ਜਾਣਾ ਹਨਾ। ਇਹ ਗਿਆਨ ਜਿਹੜਾ ਆ, ਇਹ ਗਿਆਨ ਕਿੱਥੋਂ ਆਇਆ, ਸੋਚਣ ਵਾਲੀ ਗੱਲ ਹੈ। ਆਪਾਂ ਅੱਜ ਇਸ ਚੀਜ਼ ਨੂੰ ਯੂਜ਼ ਕਰ ਰਹੇ ਹਾਂ, ਆਪਾਂ ਇੱਕ ਵਿਗਿਆਨਿਕ ਜ਼ਰੀਆ ਜਿਹੜਾ ਆ ਉਹਨੂੰ ਯੂਜ਼ ਕਰ ਰਹੇ ਹਾਂ। ਇਸ ਜ਼ਰੀਏ ਨੂੰ ਵਰਤ ਕੇ ਅਸੀਂ ਆਪਣੀ ਜਿਹੜੀ ਗੱਲ ਹੈ ਉਹਨੂੰ ਵਿਸ਼ਵ ਦੇ ਵਿੱਚ ਪਹੁੰਚਾ ਰਹੇ ਹਾਂ ਹਨਾ ਜੀ। ਪਰ ਧਾਰਮਿਕ ਖੇਤਰ ਅੱਜ ਕੀ ਕਰਦਾ ਆ, ਧਾਰਮਿਕ ਖੇਤਰ ਅੱਜ ਜਿਹੜਾ ਵਿਗਿਆਨਕ ਤੌਰ ਤੇ ਬਣਾਏ ਹੋਏ ਤੌਰ ਤਰੀਕੇ ਆ ਉਸ ਨੂੰ ਅਪਣਾ ਕੇ ਆਪਣੇ ਚੈਨਲ ਬਣਾਏ ਹੋਏ ਆ, ਸੰਪਰਦਾਇਆਂ ਨੇ ਵੀ ਬਣਾਏ ਹੋਏ ਆ, ਜਾਗਰੂਕਾਂ ਨੇ ਵੀ ਬਣਾਏ ਹੋਏ ਆ। ਵਿਗਿਆਨਕ ਤੌਰ ਤਰੀਕਿਆਂ ਨੂੰ ਵਰਤ ਕੇ ਤਾਂ ਪ੍ਰਚਾਰ ਕਿਸ ਦਾ ਕੀਤਾ ਜਾਂਦਾ ਆ, ਪ੍ਰਚਾਰ ਕੀਤਾ ਜਾਂਦਾ ਆ ਉਸ ਬ੍ਰਾਹਮਣਵਾਦੀ ਸਟਰਕਚਰ ਦਾ, ਉਸ ਸਿਸਟਮ ਦਾ ਜਿਹੜਾ ਕਿ ਸਾਨੂੰ ਕਿਸੇ ਨਾ ਕਿਤੇ ਥਾਂ ਬੈਠਾ ਜਿਹੜਾ ਕੋਈ ਸ਼ਕਤੀ ਆ ਉਹਦੇ ਨਾਲ ਜੋੜਦਾ ਹਨਾ। ਆਪਾਂ ਕਈ ਵਾਰੀ ਗੱਲ ਕਰਦੇ ਹੁੰਦੇ ਆ ਸਾਇੰਟੀਫਿਕ ਵਿਸ਼ਿਆਂ ਦੇ ਉੱਤੇ, ਆਪਣੀ ਆਪਸ ਵਿੱਚ ਗੱਲਬਾਤ ਹੁੰਦੀ ਰਹਿੰਦੀ ਹੈ ਹਨਾ।
ਸਾਇੰਸ ਜਿਸ ਤਰੀਕੇ ਦੇ ਨਾਲ ਇਸ ਵਿਸ਼ਵ ਨੂੰ ਮੰਨਦੀ ਹੈ, ਸਾਇੰਸ ਜਿਸ ਤਰੀਕੇ ਨਾਲ ਇਸ ਰੱਬ ਨੂੰ ਮੰਨਦੀ ਹੈ ਹਨਾ ਜੀ, ਉਸ ਦੇ ਵਿੱਚੋਂ ਇਹ ਜਾਗਰੂਕ ਚਾਹੇ ਹੋਣ ਚਾਹੇ ਸੰਪਰਦਾਇ ਹੋਣ, ਚਲੋ ਸੰਪਰਦਾਇ ਤਾਂ ਮੰਨਦੇ ਟੋਟਲ ਪੁੱਠਾ ਆ, ਉਲਟੇ ਤਰੀਕੇ ਨਾਲ ਮੰਨਦੇ ਆ, ਪਰ ਜਿਹੜੇ ਜਾਗਰੂਕ ਹੈ ਉਹ ਉਸ ਦੇ ਵਿੱਚੋਂ ਕੁਛ ਅੰਸ਼ ਇਹੋ ਜਿਹੇ ਕੱਢ ਕੇ ਸਾਨੂੰ ਦੱਸ ਦੇਣ ਜਿਹਦੇ ਨਾਲ ਸਾਨੂੰ ਇਦਾਂ ਲੱਗੇ ਕਿ ਹਾਂ ਭਾਈ ਜੋ ਤੁਸੀਂ ਕਹਿੰਦੇ ਹੋ ਠੀਕ ਹੈ, ਇੱਕ ਕ੍ਰੀਏਟਰ ਹੈਗਾ ਆ ਜਿਹੜਾ ਕਿਤੇ ਬੈਠਾ ਆ, ਜਿਹੜਾ ਸ੍ਰਿਸ਼ਟੀ ਨੂੰ ਸਿਰਜਦਾ ਆ। ਇੱਕ ਵਾਰ ਪੰਤਪ੍ਰੀਤ ਸਿੰਘ ਨੇ ਇਹ ਵੀ ਗੱਲ ਕਹੀ ਸੀ, ਕਹਿੰਦਾ ਜੇ ਉਹ ਚਾਹਵੇ ਤਾਂ ਜਿਹੜਾ ਸ਼ੇਰ ਨੂੰ ਉਹ ਘਾਹ ਖਵਾ ਸਕਦਾ ਹਨਾ, ਤੇ ਬੱਕਰੀ ਨੂੰ ਮਾਸ, ਕਿਉਂਕਿ ਉਹਨਾਂ ਨੇ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦਾ ਹੀ ਵਰਤਿਆ ਸੀ ਉਹਦੇ ਸੰਬੰਧ ਵਿੱਚ ਹਨਾ। ਉਹ ਕਲਿੱਪ ਬੜਾ ਉਹਨਾਂ ਦਾ ਵਾਇਰਲ ਹੋਇਆ ਸੀਗਾ ਕਿ ਉਹ ਜੇ ਚਾਹਵੇ, ਉਹ ਕੌਣ ਹੈ ਜਿਹੜੀ ਕੋਈ ਤੀਸਰੀ ਸ਼ਕਤੀ ਜਿਹੜੀ ਹੈ, ਹਾਂਜੀ, ਉਹ ਜਿਹੜਾ ਹੈ ਉਹ ਪਤਾ ਨਹੀਂ, ਉਹ ਲੱਭਦਾ ਨਹੀਂ, ਉਹਨੂੰ ਲੱਭਣ ਦੇ ਉੱਤੇ ਸਾਡਾ ਜ਼ੋਰ ਲੱਗਾ ਹੋਇਆ ਹਨਾ। ਅੱਜ ਦਾ ਸਾਰਾ ਸਮਾਂ ਇਨਸਾਨ ਜਿਹੜਾ ਆ ਇੱਕ ਆਪਾਂ ਨੂੰ ਥੋੜੇ ਸਾਲ ਮਿਲੇ ਆ, ਮੰਨ ਲਓ ਐਵਰੇਜ ਇੱਕ ਇਨਸਾਨ ਦੀ ਉਮਰ ਆਪਾਂ 50 ਤੋਂ 60 ਸਾਲ ਮੰਨ ਲੈਂਦੇ ਆ ਹਨਾ, ਜਿਹਦੇ ਵਿੱਚੋਂ 20 ਸਾਲ ਜਿਹੜੇ ਆ ਸੁੱਤੇ ਪਿਆਂ ਦੇ ਲੰਘ ਹੈ, 40 ਸਾਲ ਹੈ ਜਿਹਦੇ ਵਿੱਚ ਕਿ ਜਿਹੜੀਆਂ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਲੰਘ ਹੈ। ਜਦੋਂ ਅਖੀਰਲਾ ਟਾਈਮ ਆਉਂਦਾ ਤਾਂ ਰੱਬ ਵੱਲ ਜ਼ੋਰ ਲੱਗ ਜਾਂਦਾ ਬੰਦੇ ਦਾ ਹਨਾ। ਜਿਹਨੇ ਕੋਈ ਕ੍ਰੀਏਟਿਵ ਕਰਨਾ ਹੁੰਦਾ ਜ਼ਿੰਦਗੀ 'ਚ, ਸਿੱਖਾਂ 'ਚ ਮੈਨੂੰ ਲੱਗਦਾ ਕ੍ਰੀਏਟਿਵਨੈਸ ਦੀ ਕਮੀ ਪਤਾ ਕਿਉਂ ਰਹਿ ਗਈ, ਕਿਉਂਕਿ ਸਾਡਾ ਜ਼ੋਰ ਲਾਤਾ ਇੱਧਰ ਨੂੰ ਹੀ ਬਸ ਹਨਾ। ਗੁਰਦੁਆਰਿਆਂ ਦੇ ਵਿੱਚ ਜ਼ੋਰ ਲਾਤਾ, ਸਵੇਰ ਨੂੰ ਸਪੀਕਰ ਲਾ ਲਓ, ਸ਼ਾਮ ਨੂੰ ਸਪੀਕਰ ਲਾ ਲਓ ਹਨਾ, ਲੰਗਰ ਵਰਤਾਈ ਚੱਲੋ, ਤੇ ਬਸ ਕਦੀ ਕਿਸੇ ਤਰ੍ਹਾਂ ਦਾ ਤਕਵੰਜ, ਪਰ ਕਿਸੇ ਪਾਸਿਓਂ ਵੀ ਪੜ੍ਹਾਈ ਵੱਲ ਨੂੰ ਜਾਂ ਕਿਸੇ ਪਾਸਿਓਂ ਵੀ ਤੁਹਾਡਾ ਵਿਕਾਸ ਵੱਲ ਨੂੰ, ਦਿਮਾਗੀ ਵਿਕਾਸ ਜਿਹਨੂੰ ਆਪਾਂ ਕਹਿ ਲਈਏ ਹਨਾ, ਉਧਰ ਨੂੰ ਅਸੀਂ ਨਹੀਂ ਤੁਰੇ। ਜਿਹੜੇ ਬੱਚੇ ਉਧਰ ਨੂੰ ਤੁਰੇ ਹਨਾ, ਉਹ ਧਰਮ ਤੋਂ ਵਾਗੀ ਹੋ ਗਏ ਹਨਾ। ਹਾਂਜੀ, ਆਈ ਥਿੰਕ ਜੇ ਆ ਗੱਲ ਰੱਖੀ ਹੋਈ ਬੱਚਿਆਂ ਦੇ ਸਾਹਮਣੇ ਵੀ, ਯਾਰ ਗਿਆਨ ਤੁਹਾਡਾ ਗੁਰੂ ਆ, ਆਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ 550 ਸਾਲ ਪਹਿਲੋਂ ਕਹਿ ਦਿੱਤੀ ਸੀ, ਜਿਸ ਸਮਾਜ ਦੇ ਵਿੱਚ ਬੋਲਣ ਦੀ ਬਿਲਕੁਲ ਮਨਾਹੀ ਸੀ ਹਾਂਜੀ ਹਨਾ। ਆਬਵੀਅਸਲੀ ਯਾਰ ਪਿਆਰ ਭਰਨਾ ਬੱਚਿਆਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਇੰਨੀ ਰੈਵੋਲੂਸ਼ਨਰੀ ਸੋਚ ਲਿਆਉਣ ਵਾਲਾ ਸਾਡਾ ਗੁਰੂ ਹੋਇਆ। ਹਾਂਜੀ ਬਿਲਕੁਲ। ਪਰ ਆਪਾਂ ਕਹਿੰਦਾ ਵੀ ਨਹੀਂ ਯਾਰ, ਰੋਟੀਆਂ ਨੱਪੀਆਂ ਤੇ ਇੱਕ ਚੋਂ ਖੂਨ ਆਇਆ, ਇੱਕ ਚੋਂ ਦੁੱਧ ਆਇਆ ਹਨਾ, ਵੀ ਖੇਤ ਹਰੇ ਕਰ ਦਿੱਤੇ, ਮਗਰਮੱਛ ਤੇ ਤੁਰਦੇ ਸੀ, ਭਾਈ ਮਰਦਾਨ ਨੂੰ ਭੇਡੂ ਬਣਾਇਆ ਤਾਂ ਫਲਾਨਾ ਹਨਾ। ਹਾਂ ਬਿਲਕੁਲ, ਜਿਹੜੀਆਂ ਕਰਾਮਾਤੀ ਸਾਖੀਆਂ ਜਿਹੜੀਆਂ ਹੁਣ ਤੱਕ ਸੁਣਾਈਆਂ ਜਾਂਦੀਆਂ ਆ, ਖਾਸ ਕਰਕੇ ਸੂਰਜ ਪ੍ਰਕਾਸ਼ 'ਚ ਜਨਮ ਸਾਖੀਆਂ 'ਚੋਂ ਆਈਆਂ ਇਹ। ਨਹੀਂ ਅਸੀਂ ਤਾਂ ਵਿਚਰਦੇ ਆ ਨਾ, ਸਾਡਾ ਜ਼ੋਰ ਲੱਗ ਜਾਂਦਾ ਯਾਰ ਏਦਾਂ ਨਹੀਂ ਗੁਰੂ ਨਾਨਕ ਪਾਤਸ਼ਾਹ, ਏਦਾਂ ਨਹੀਂ ਗੁਰੂ ਸਾਹਿਬ, ਏਦਾਂ ਸੀ, ਪਰ ਉਹਨਾਂ ਦੇ ਦਿਮਾਗ ਵਿੱਚ ਫਿੱਟਿਆ ਇਹ ਤਾਂ ਹਾਸਾ ਨਿਕਲਦਾ ਸਾਡਾ ਸੁਣ ਕੇ ਸਾਖੀਆਂ ਨੂੰ ਬਿਲਕੁਲ। ਉਹ ਕਹਿੰਦੇ ਆ ਵੀ ਯਾਰ ਵੱਡੇ ਨਾਮੀ ਪ੍ਰਚਾਰਕ ਇਹਨਾਂ ਸਾਖੀਆਂ ਦਾ ਪ੍ਰਚਾਰ ਕਰਦੇ ਆ, ਉਹ ਠੀਕ ਹੋਏ ਜਾਂ ਤੁਸੀਂ ਠੀਕ ਹੋਏ ਹਨਾ। ਹਾਂਜੀ, ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਇੰਨਾ ਅਸਰ ਕੀਤਾ ਹੋਇਆ ਇਹਨਾਂ ਗੱਲਾਂ ਨੇ, ਕਿਉਂਕਿ ਫਿੱਟ ਕਰਤਾ ਨਾ ਸ਼ੁਰੂ ਤੋਂ। ਦੇਖੋ ਪਹਿਲਾਂ ਤਾਂ ਢਾਡੀਆਂ ਨੇ ਹਨਾ, ਪਹਿਲਾਂ ਕੀਰਤਨੀਆਂ ਨੇ, ਕਰਾਮਾਤੀ ਬਾਬਿਆਂ ਨੇ ਹਨਾ, ਇਹਨਾਂ ਨੇ ਕਰਾਮਾਤੀ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਆਏ ਜਾਗਰੂਕ ਹਨਾ। ਸ਼ਾਇਦ ਸ਼ੁਰੂਆਤ ਦੇ ਵਿੱਚ ਕੁਝ ਚੰਗਾ ਹੋਇਆ ਹੋਵੇ, ਸ਼ਾਇਦ ਸ਼ੁਰੂਆਤ ਜਿਹੜੀ ਹੈ ਉਹ ਵਧੀਆ ਤੋਂ ਹੋਈ ਹੋਵੇ, ਮੰਨ ਲਓ ਇਹਨਾਂ ਨੇ ਕੋਸ਼ਿਸ਼ ਕੀਤੀ ਹੋਵੇ ਹਨਾ। ਹੁਣ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੀ ਮੈਂ ਜੀਵਨੀ ਪੜ੍ਹਦਾ ਹੁੰਦਾ ਸੀਗਾ ਹਨਾ, ਉਹਨਾਂ ਦੀ ਜੀਵਨੀ ਮੈਂ 3-4 ਵਾਰ ਮੇਰਾ ਖਿਆਲ ਹੈ ਪੜ੍ਹ ਚੁੱਕਾ ਹਾਂ। ਉਹਨਾਂ ਦੀ ਜੀਵਨੀ ਜਿਹੜੀ ਹੈ ਹਨਾ, ਬਹੁਤ ਰੈਵੋਲੂਸ਼ਨਰੀ ਸੋਚ ਲੈ ਕੇ ਉਹ ਚੱਲੇ ਹਨਾ। ਉਹਨਾਂ ਨੇ ਇੱਕ ਟੀਚਾ ਮਿੱਥਿਆ ਤੇ ਉਹਨਾਂ ਨੇ ਉਸ ਟੀਚੇ ਨੂੰ ਸਰ ਕੀਤਾ ਕਿਸੇ ਨਾ ਕਿਸੇ ਤਰੀਕੇ ਨਾਲ ਹਨਾ। ਅੱਜ ਜਿੱਥੇ ਅਸੀਂ ਖੜੇ ਆ ਉਹ ਕਿਤੇ ਨਾ ਕਿਤੇ ਉਸ ਚੀਜ਼ ਦਾ ਮੁੱਢ ਇਹ ਵੱਜਦਾ, ਪਰ ਅੱਜ ਦੇਖੋ ਜਿਹੜੇ ਸੰਪਰਦਾਈ ਹੈ ਉਹ ਤਾਂ ਅੱਜ ਉੱਥੇ ਪਹੁੰਚ ਗਏ ਜਿੱਥੇ ਪ੍ਰੋਫੈਸਰ ਸਾਹਿਬ ਸਿੰਘ ਉਦੋਂ ਖੜੇ ਸੀ, ਪਰ ਜਿਹੜੇ ਸਾਡੇ ਜਾਗਰੂਕ ਹੈ ਉਹਨੇ ਪਿਛਲਾ ਗੇਅਰ ਪਾ ਲਿਆ ਹਨਾ ਜੀ। ਉਹ ਤਾਂ ਆਪਣੀਆਂ ਕਹੀਆਂ ਗੱਲਾਂ ਨੂੰ, ਜਿਹੜੀਆਂ ਗੱਲਾਂ ਉਹ ਅੱਜ ਤੋਂ 15 ਸਾਲ ਪਹਿਲਾਂ ਕਰਦੇ ਸੀ, 10 ਸਾਲ ਪਹਿਲਾਂ ਕਰਦੇ ਸੀ, ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਦੋਂ ਗਾਂਹ ਦੀ ਗੱਲ ਕੀਤੀ, ਉਹਨੇ ਉਹ ਵੀ ਪਿੱਛੇ ਨੂੰ ਖਿੱਚ ਲਈਆਂ। ਉਹ ਕਹਿੰਦੇ ਨਹੀਂ ਜੀ, ਸਾਡਾ ਕੋਈ ਲੈਣਾ ਦੇਣਾ ਨਹੀਂ ਕਿਸੇ ਤਰੀਕੇ ਦੇ ਨਾਲ, ਕਿਸੇ ਕੁਦਰਤ ਨਾਲ, ਕਿਸੇ ਚੀਜ਼ ਨਾਲ। ਸਾਡਾ ਹੈਗਾ ਰੱਬ ਜਿਹੜਾ ਕਿਤੇ ਹੈਗਾ ਬੈਠਾ, ਜਿਹਨੂੰ ਪੈਂਦਾ ਮਨਾਉਣਾ ਹਨਾ ਜੀ, ਜਿਹਦੇ ਲਈ ਸਾਨੂੰ ਅਰਦਾਸਾਂ ਕਰਨੀਆਂ ਵੀ ਜ਼ਰੂਰੀ ਹੈ, ਜਿਹਦੇ ਲਈ ਸਾਨੂੰ ਪਾਠ ਕਰਾਉਣੇ ਵੀ ਜ਼ਰੂਰੀ ਹੈ ਹਨਾ। ਉਹ ਸਾਰੀਆਂ ਚੀਜ਼ਾਂ ਕਰਨੀਆਂ। ਜਦੋਂ ਕੋਈ ਨਾ ਕੋਈ ਕਿਤੇ ਬੈਠਾ ਹੋਇਆ, ਫਿਰ ਉਹਨੂੰ ਮਨਾਉਣ ਲਈ ਤਾਂ ਇਹ ਸਾਰਾ ਕੁਝ ਕਰਨਾ ਹੀ ਪੈਣਾ। ਪੁਜਾਰੀ ਦਾ ਜਿਹੜਾ ਸਿਸਟਮ ਹੈ ਉਹ ਸ਼ੁਰੂ ਹੀ ਉੱਤੋਂ ਹੁੰਦਾ। ਕਿਸੇ ਧਰਮ ਨੇ ਦੇਵਤੇ ਬਣਾ ਲਏ, ਕਿਸੇ ਨੇ ਪੈਗੰਬਰ ਬਣਾ ਲਏ ਹਨਾ ਜੀ, ਕਿਸੇ ਨੇ ਕਹਿਤਾ ਪਰਮਾਤਮਾ ਦਾ ਪੁੱਤਰ ਆਇਆ ਸੀ ਹਨਾ, ਕਿਸੇ ਨੇ ਕਹਿਤਾ ਸੀ ਪਰਮਾਤਮਾ ਹੀ ਉਹ ਹਨਾ। ਪਰ ਆਇਆ ਕੀ ਸੀਗਾ? ਸੋਚਣ ਵਾਲੀ ਗੱਲ ਤਾਂ ਇਹ ਆ ਵੀ ਜਿਹੜੀ ਦੁਨੀਆ ਆ ਉਹ ਇਨਸਾਨ 2 ਲੱਖ ਸਾਲ ਪਹਿਲਾਂ ਦਾ ਆਇਆ ਹੋਇਆ। ਬਿਲਕੁਲ ਯਾਰ, 2 ਲੱਖ ਸਾਲ ਦਾ ਇਨਸਾਨ ਆਉਂਦਾ। ਇਨਸਾਨ ਹੌਲੀ ਹੌਲੀ ਜਿਹੜਾ ਆ ਉਹ ਆਪਣਾ ਦਿਮਾਗ ਨੂੰ ਜਿਹੜਾ ਵਿਕਾਸ ਕਰਦਾ, ਕਿਉਂਕਿ ਸੀਗਾ ਜਾਨਵਰ ਤੇ ਸੀਗਾ ਵੀਕ ਪ੍ਰਾਣੀ ਸੀ ਇੱਕ ਇਨਸਾਨ, ਕਿਉਂਕਿ ਸਾਡੇ ਕੋਲ ਉਹਨਾਂ ਬਾਕੀਆਂ ਜਾਨਵਰਾਂ ਜਿੰਨੀ ਸਾਡੇ 'ਚ ਸ਼ਕਤੀ ਨਹੀਂ ਸਰੀਰ ਦੇ ਵਿੱਚ। ਬਿਲਕੁਲ ਯਾਰ
ਹਨਾ। ਸਾਡੇ ਦੇ ਵਿੱਚ ਇੱਕ ਸਕਿੱਲ ਸੀਗਾ ਬਹੁਤ, ਸਰਵਾਈਵਲ ਸਕਿੱਲ ਜਿਹਨੂੰ ਕਹਿੰਦੇ ਆ ਹਨਾ। ਅਸੀਂ ਸਰਵਾਈਵਲ ਸਕਿੱਲ ਨੂੰ ਜਦੋਂ ਆਪਣੇ ਆਪ ਨੂੰ ਸਰਵਾਈਵਲ ਸਕਿੱਲ ਨੂੰ ਵਧਾਇਆ ਆਪਣੇ ਨੂੰ ਹੌਲੀ ਹੌਲੀ ਹਨਾ, ਫਿਰ ਅਸੀਂ ਤਰੱਕੀ ਕਰਨੀ ਸ਼ੁਰੂ ਕੀਤੀ। ਹੌਲੀ ਹੌਲੀ ਅਸੀਂ ਗਰੁੱਪਾਂ 'ਚ ਰਹਿਣਾ ਸ਼ੁਰੂ ਕੀਤਾ, ਕਿਉਂਕਿ ਇਕੱਲੇ ਇਕੱਲੇ ਰਹਿੰਦੇ ਤਾਂ ਜਾਨਵਰ ਸਾਡਾ ਸ਼ਿਕਾਰ ਕਰਕੇ ਖਾ ਜਾਂਦੇ ਹਨਾ। ਜਦੋਂ ਫੂਡ ਦੀ ਕਮੀ ਆਉਂਦੀ ਦੇਖੀ, ਜਦੋਂ ਦੇਖਿਆ ਕਿ ਫੂਡ ਦੀ ਕਮੀ ਆਉਂਦੀ ਹੈ, ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਖੇਤੀਬਾੜੀ ਦੀ ਜਿਹੜੀ ਕਾਢ ਕੱਢੀ ਗਈ, ਫਿਰ ਪਿੰਡ ਵਸਾਏ ਗਏ, ਇਨਸਾਨ ਨੇ ਉਹਨਾਂ ਗਰੁੱਪਾਂ 'ਚ ਰਹਿਣਾ ਸ਼ੁਰੂ ਕੀਤਾ। ਉਹਨੂੰ ਸੇਫ ਲੱਗਦਾ ਸੀਗਾ। ਅੱਗ ਦੀ ਖੋਜ ਕਰਨ ਤੋਂ ਬਾਅਦ ਉਹਨੇ ਖਾਣਾ ਪਕਾਉਣਾ ਸ਼ੁਰੂ ਕੀਤਾ। ਉਹਨਾਂ ਸਮਿਆਂ ਦੇ ਵਿੱਚ ਵਿੱਚ ਕਿਸੇ ਚਲਾਕ ਬੰਦੇ ਨੇ, ਜਾਣੀ ਮੈਂ ਇਹ ਸੋਚਦਾ ਆ ਸ਼ਾਇਦ ਚੰਗੇ ਲਈ ਕੀਤਾ ਹੋਵੇ ਵੀ ਭਾਈ ਇਹ ਹੁਣ ਡਰਦੇ ਨਹੀਂ, ਇਹ ਹੁਣ ਡਰਦੇ ਨਹੀਂ ਕਿਸੇ ਚੀਜ਼ ਤੋਂ। ਕੋਈ ਸ਼ਕਤੀ ਇਹੋ ਜਿਹੀ ਸਿਰਜੀ ਜਾਵੇ ਜੇ ਤੋਂ ਇਹ ਇਹਨਾਂ ਤੋਂ ਡਰ ਹੋਵੇ ਹਨਾ, ਵੀ ਜਿਹਨੂੰ ਇਹ ਮੋਹਰੇ ਰੱਖਣ ਤਾਂ ਇਹ ਉਹ ਤੋਂ ਡਰਨ। ਉਹਦੇ ਲਈ ਉਹਨੇ ਰੱਬ ਨਾਂ ਦਾ ਜਿਹੜਾ ਸਟਰਕਚਰ ਹੈ ਉਹ ਬਣਾ ਕੇ ਸਾਡੇ ਮੋਹਰੇ ਰੱਖ ਦਿੱਤਾ ਕਿ ਕੋਈ ਹੈਗਾ ਆ ਜਿਹਨੇ ਤੁਹਾਨੂੰ ਬਣਾਇਆ। ਜਦ ਕਿ ਜਿਹੜਾ ਧਰਤੀ ਦਾ ਰੈਵੋਲਿਊਸ਼ਨ ਹੈ, ਜੋ ਤੁਸੀਂ ਉਹਨੂੰ ਵੇਖਦੇ ਆ, ਸਾਰੇ ਸਬੂਤ ਉਹਦੇ ਪਏ ਆ ਸਾਇੰਟੀਫਿਕ ਤੌਰ ਤੇ। ਸਾਰੇ ਪੱਖ ਜਿਹੜੇ ਆ ਉਹ ਵਿਗਿਆਨੀਆਂ ਨੇ ਕੱਢ ਕੇ ਮੋਹਰੇ ਰੱਖੇ ਆ ਕਿ ਧਰਤੀ, ਹਾਂਜੀ ਬਿਲਕੁਲ, ਹਾਂਜੀ ਆਪਣੇ ਆਪ ਤੋਂ ਸਾਰਾ ਕੁਝ ਹੈ। ਸਹਿ ਭੰਗ ਦਾ ਜਿਹੜਾ ਆ, ਉਹ ਜਿਹੜੇ ਵਿਗਿਆਨੀ ਜਿਹੜੀ ਅੱਜ ਵਿਆਖਿਆ ਕਰਦੇ ਨੇ ਨਾ, ਉਹ ਸਹਿ ਭੰਗ ਦੀ ਹੀ ਵਿਆਖਿਆ ਹੈ ਹਨਾ। ਕਿਉਂਕਿ ਜਦੋਂ ਬਿਗ ਬੈਂਗ ਹੁੰਦਾ ਹੈ ਤੇ ਉਦੋਂ ਇੱਕ ਜਿਹੜਾ ਵਿਗਿਆਨੀ ਨੂੰ ਕਿਸੇ ਨੇ ਸਵਾਲ ਪੁੱਛਿਆ, ਕਹਿੰਦੇ ਬਿਗ ਬੈਂਗ ਤੋਂ ਪਹਿਲਾਂ ਕੀ ਹੁੰਦਾ ਸੀਗਾ ਹਨਾ। ਉਹ ਕਹਿੰਦਾ ਉਸ ਤੋਂ ਪਹਿਲਾਂ ਕੀ ਹੁੰਦਾ ਸੀ ਉਹਦੇ ਸਾਡੇ ਕੋਲ ਹਜੇ ਕੋਈ ਸਬੂਤ ਨਹੀਂ ਹੈਗੇ ਹਨਾ। ਪਰ ਜਿੰਨਾ ਚਿਰ ਕਹਿੰਦਾ ਸਾਨੂੰ ਸਬੂਤ ਨਹੀਂ ਮਿਲਦੇ, ਅਸੀਂ ਉਸ ਤੋਂ ਪਹਿਲਾਂ ਦੀ ਜਿਹੜੀ ਉਹ ਗੱਲ ਨਹੀਂ ਕਰ ਸਕਦੇ। ਪਰ ਹਾਂ, ਜਿੱਦਣ ਸਾਨੂੰ ਸਬੂਤ ਮਿਲੇ ਅਸੀਂ ਉਸ ਤੋਂ ਪਹਿਲਾਂ ਕੀ ਹੁੰਦਾ ਸੀ ਉਹ ਵੀ ਦੱਸ ਦਾਂਗੇ। ਹਾਂਜੀ ਹਾਂ ਬਿਲਕੁਲ। ਸਾਡੇ ਵਾਲੇ ਮਤਲਬ ਗੁਰਬਾਣੀ ਦੇ ਨਾਲ ਧੱਕਾ ਕਰਦੇ ਆ, ਗੁਰੂ ਸਾਹਿਬਾਨਾਂ ਦੇ ਸ਼ਖਸੀਅਤਾਂ ਦੇ ਨਾਲ ਧੱਕਾ ਕਰਦੇ ਆ ਵੀ ਆ ਪਹਿਲੋਂ ਕਹਿ ਦਿੱਤਾ। ਹੁਣ ਜਿਹੜੀ ਗੱਲ ਏਦਾਂ ਐਵੋਲੂਸ਼ਨ ਦੀ ਤੁਸੀਂ ਕਰਦੇ ਸੀ ਨਾ, ਹਾਂਜੀ, ਮਤਲਬ ਇਹਨਾਂ ਪੜ੍ਹਿਆ ਲਿਖਿਆ ਪ੍ਰਚਾਰਕਾਂ ਵਿੱਚੋਂ ਇੱਕ ਨੇ ਇਹ ਦਲੀਲ ਦਿੱਤੀ ਵੀ ਜੇ ਬਾਂਦਰਾਂ ਤੋਂ ਬੰਦਾ ਬਣਿਆ ਅੱਜ ਕਿਉਂ ਨਹੀਂ ਬਣ ਰਿਹਾ। ਹਾਂਜੀ ਕੀ ਕਹੋਗੇ ਯਾਰ ਹਨਾ, ਵੀ ਆਹ ਦਲੀਲ ਹੋਈ ਕੋਈ, ਰਾਈਟ? ਬਿਲਕੁਲ। ਜੇ ਗੁਰੂ ਸਾਹਿਬ ਨੇ ਲਿਖ ਦਿੱਤਾ ਵੀ ਸਹਿ ਭੰਗ, ਜੇ ਏਦਾਂ ਹੁਣ ਤੁਸੀਂ ਵੀ ਗੱਲ ਕਰਦੇ ਸੀ ਵੀ ਸ਼ਕਤੀਆਂ ਦੀ, ਕਿਸੇ ਬੰਦੇ ਨੇ ਏਦਾਂ ਫਾਇਦੇ ਲਈ ਕਿਹਾ ਹੋਣਾ ਵੀ ਰੱਬ ਕਰਦਾ ਹਨਾ। ਹਾਂਜੀ, ਇਹ ਤਾਂ ਘੱਟ ਵਿਕਸਿਤ ਸਮਾਜਾਂ ਦੇ ਵਿੱਚ ਸ਼ੁਰੂ ਤੋਂ ਰਿਹਾ। ਹੁਣ ਸਾਡੇ ਵਾਲੇ ਜਦੋਂ ਇਹਦਾ ਚਿਕਨ ਪਾਕਸ ਹੋ ਜਾਂਦਾ, ਕੀ ਕਹਿੰਦੇ, ਮਾਤਾ ਆ ਗਈ। ਹਾਂਜੀ, ਤਾਂ ਇਮੈਜਿਨ ਕਰੋ ਵੀ 2 ਲੱਖ ਸਾਲ ਪਹਿਲੋਂ ਕਿਹੜੀਆਂ ਦਲੀਲਾਂ ਦਿੰਦੇ ਹੋਣਗੇ ਵੀ ਹਵਾ ਜ਼ਿਆਦੀ ਵਗ ਰਹੀ ਹੈ, ਉਹਦੇ ਬਾਰੇ ਕਹਿਣਗੇ ਵੀ ਰੱਬ ਨੇ ਕੀਤਾ ਹੋਣਾ, ਜਾਂ ਕੋਈ ਸ਼ਕਤੀ ਬੈਠੀ ਹੈ ਉੱਤੇ ਹਨਾ। ਹਾਂਜੀ, ਵੀ ਹਰੇਕ ਸਮਾਜ ਨੇ ਆਪਣੇ ਆਪ ਨੂੰ ਏਦਾਂ ਹੌਸਲਾ ਦੇਣ ਵਾਸਤੇ ਜਾਂ ਗਾਂਹ ਵਧਣ ਵਾਸਤੇ ਕੋਈ ਏਦਾਂ ਹੀਲਾ ਵਸੀਲਾ ਉਹਨਾਂ ਨੇ ਅਪਣਾਇਆ, ਰਾਈਟ? ਬਿਲਕੁਲ। ਪਰ ਕਿਤੇ ਨਾ ਕਿਤੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਵੀ ਵੇਖਿਆ ਹੋਣਾ ਵੀ ਸ਼ਾਇਦ ਬ੍ਰਾਹਮਣ ਵਧੀਆ ਸੀ ਸ਼ੁਰੂਆਤ ਦੇ ਵਿੱਚ ਹਨਾ, ਸ਼ਾਇਦ ਕਾਜੀ ਵਧੀਆ ਸ਼ੁਰੂਆਤ ਦੇ ਵਿੱਚ ਹਨਾ। ਪਰ ਕਿਤੇ ਨਾ ਕਿਤੇ ਜਾਂਦਿਆਂ ਇਹਨਾਂ ਨੇ ਸਮਾਜ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਬਿਲਕੁਲ ਠੀਕ ਹੈ। ਪੜ੍ਹੇ ਲਿਖੇ ਪ੍ਰਚਾਰਕ ਵਧੀਆ ਉਹਨਾਂ ਨੇ ਸ਼ੁਰੂਆਤ ਕੀਤੀ, ਬਾਬਿਆਂ ਬਾਰੇ, ਸੰਤਾਂ ਬਾਰੇ ਸਾਰਾ ਕੁਝ ਉਹਨਾਂ ਨੇ ਬੋਲਿਆ, ਰਾਈਟ? ਹਾਂਜੀ। ਪਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਰੱਬ ਉਹੀ ਰੱਖਿਆ ਪੁਜਾਰੀ ਵਾਲਾ, ਕਿਉਂਕਿ ਜੇ ਰੱਬ ਬਦਲ ਦਿੱਤਾ ਤਾਂ ਸਾਰਾ ਕੁਝ ਥੱਲੇ ਆ ਜਾਣਾ ਸੀ, ਰਾਈਟ? ਬਿਲਕੁਲ। ਹੁਣ ਭਾਈ ਰਣਜੀਤ ਸਿੰਘ ਦੇ ਬਾਰੇ ਇਹੀ ਕਹਿੰਦੇ ਆ ਵੀ ਨਹੀਂ, ਵੀ ਬਾਬਿਆਂ ਵਾਂਗ ਰਹਿੰਦਾ ਜਾਂ ਫਲਾਨਾ ਹਨਾ, ਆਹੀ ਰਹਿ ਗਿਆ ਉਹਨਾਂ ਦੇ ਕੋਲ। ਇਹੀ ਆ ਬਸ ਅੱਜ ਦੇ ਸਮੇਂ 'ਚ, ਗੱਲਾਂ ਦਾ ਕੋਈ ਵਿਰੋਧ ਨਹੀਂ। ਗੱਲ ਯਾਰ ਦੀਵਾਨ ਦੇ ਵਿੱਚੋਂ ਤੁਸੀਂ ਇੱਕ ਵੀ ਗੱਲ ਨਹੀਂ ਲੱਭ ਸਕਦੇ ਜਿਹੜੀ ਗੁਰਬਾਣੀ ਦੀ ਕਸਵੱਟੀ ਤੋਂ ਭਰੀ ਗਈ ਹੋਵੇ ਉਹਨਾਂ ਨੇ। ਹਾਂਜੀ, ਬਸ ਇੱਕ ਵੀ ਜ਼ੋਰ ਲਾ ਲਓ ਆਦਾ ਪੂਰਾ, ਕੋਈ ਵੀ ਨਹੀਂ ਲੱਭਣੀ ਤੁਹਾਨੂੰ ਗੱਲ, ਕਿਉਂਕਿ ਇਹਨਾਂ ਨੂੰ ਵੀ ਪਤਾ ਆ ਪੜ੍ਹਿਆ ਲਿਖਿਆ ਪ੍ਰਚਾਰਕਾਂ ਨੂੰ ਵੀ ਜਿੱਦਾਂ ਇਹ ਭਾਈ ਰਣਜੀਤ ਸਿੰਘ ਰੱਬ ਦੀ ਵਿਆਖਿਆ ਖੋਲਦੇ ਆ, ਅਸੀਂ ਵੀ ਏਦਾਂ ਮੰਨਦੇ ਆ, ਅਸੀਂ ਕਹਿ ਨਹੀਂ ਸਕਦੇ। ਪਰ ਬਿਲਕੁਲ ਹਾਂਜੀ, ਮਾਫ ਕਰਿਓ ਸਾਡੀ ਕਾਲ ਜਿਹੜੀ ਆ ਉਹ ਡਿਸਕਨੈਕਟ ਹੋ ਗਈ ਸੀ ਤੇ ਆਪਾਂ ਹੁਣ ਫਿਰ ਦੁਬਾਰਾ ਵੀਰ ਸਰਜਣ ਸਿੰਘ ਨਾਲ ਜੁੜ ਚੁੱਕੇ ਹਾਂ। ਹਾਂਜੀ, ਆਪਾਂ ਗੱਲ ਦੁਬਾਰਾ ਫਿਰ ਉੱਥੋਂ ਸ਼ੁਰੂ ਕਰਦੇ ਹਾਂ ਜਿਹੜੀ ਆਪਾਂ ਵਿਸ਼ਾ ਲੈ ਕੇ ਉਸ ਵੇਲੇ ਚੱਲ ਰਹੇ ਸੀ। ਸਰਜਣ ਸਿੰਘ ਜੀ, ਤੁਸੀਂ ਗੱਲ ਕਰਦੇ ਸੀਗੇ ਰੱਬ ਦੇ ਬਾਰੇ 'ਚ ਹਨਾ। ਹਾਂਜੀ, ਤੇ ਜਿੱਥੋਂ ਤੁਸੀਂ ਗੱਲ ਖਤਮ ਕੀਤੀ ਸੀਗੀ ਕਿ ਉਹ ਕਿਸ ਤਰੀਕੇ ਨਾਲ ਕੰਮ ਕਰਦਾ ਹੈ, ਉਹ ਸ਼ਕਤੀ ਜਿਹੜੀ ਹੈ ਉਹਦਾ ਕੀ ਆਧਾਰ ਹੈ ਤੇ ਕੀ ਸਿਸਟਮ ਹੈ, ਉੱਥੋਂ ਤੋਂ ਗੱਲ ਤੁਸੀਂ ਆਪਣੀ ਦੁਬਾਰਾ ਹੁਣ ਸ਼ੁਰੂ ਕਰ ਸਕਦੇ ਹੋ। ਹਾਂਜੀ। ਨਹੀਂ, ਹੁਣ ਜਿੱਦਾਂ ਮੈਂ ਇੰਗਲੈਂਡ ਵਾਲੇ ਦਾ ਮੈਂ ਸੁਣਦਾ ਸੀ ਤੁਹਾਡੇ ਹਨਾ, ਤੁਹਾਡਾ ਹੈਗਾ ਪੜ੍ਹੇ ਲਿਖੇ ਵਿਦਵਾਨ ਉੱਥੇ ਤੁਹਾਡੇ ਵੀ ਬਹੁਤ ਨੇ ਇੰਗਲੈਂਡ ਦੇ ਵਿੱਚ। ਹਾਂਜੀ ਹਾਂਜੀ, ਉਹਦਾ ਵੀ ਸੁਣਦਾ ਸੀ, ਕਹਿੰਦੇ ਨਹੀਂ ਜੇ ਨਿਯਮ ਕਹਿਣਾ ਤੁਸੀਂ ਨਿਯਮ ਨਹੀਂ ਕਹਿ ਸਕਦੇ, ਜੇ ਇਹ ਕਹਿਣਾ ਰੱਬੀ ਨਿਯਮ ਕਹਿਣਾ ਹੈ ਫਿਰ ਕੋਈ ਗੱਲ ਨਹੀਂ ਹਨਾ। ਹਾਂਜੀ, ਮਤਲਬ ਉਹ
ਵਿੱਚ ਰੱਖਣਾ, ਪ੍ਰਭਾਵ ਲੋਕਾਂ ਦੇ ਦਿਮਾਗ ਦੇ ਵਿੱਚ ਰੱਖਣਾ ਹੈ ਵੀ ਨਹੀਂ ਰੱਬ ਹੈਗਾ ਜਿਹੜਾ ਨਿਯਮਾਂ ਨੂੰ ਚਲਾ ਰਿਹਾ। ਹੁਣ ਜੇ ਨਿਯਮਾਂ ਦੇ ਮੁਤਾਬਕ ਤੁਸੀਂ ਚੱਲਣਾ ਆ ਤਾਂ ਰੱਬ ਦਾ ਕੀ ਰੋਲ ਹੋਇਆ ਫਿਰ? ਬਿਲਕੁਲ ਵੀ ਬਣਾਉਣ ਵਾਲਾ ਹੋ ਰਿਹਾ, ਫਿਰ ਕੋਈ ਕਹਿੰਦਾ ਨਹੀਂ ਇੱਕ ਆ ਪਰ ਉਹ ਸਰਵ ਵਿਆਪਕ ਆ। ਮਤਲਬ ਜੇ ਇੱਕ ਆ ਸਰਵ ਵਿਆਪਕ ਕਿੱਦਾਂ ਹੋ ਸਕਦਾ, ਹਨਾ? ਹਾਂਜੀ। ਪਰ ਜੇ ਤੁਸੀਂ ਇਹ ਕਹੀਏ ਵੀ ਇੱਕੋ ਆ ਸਾਰਾ ਕੁਝ, ਵੀ ਨਾਨਕ ਇੱਕੋ ਰੱਬ ਰਿਹਾ, ਹਨਾ? ਹਾਂਜੀ। ਦੂਸਰ ਹੋਆ ਨਾ ਹੋ, ਫਿਰ ਕਹਿ ਸਕਦੇ ਆ ਵੀ ਨਹੀਂ ਇੱਕੋ ਲਾਅ ਆਫ ਨੇਚਰ ਆ ਜਿਹੜਾ ਹਰੇਕ ਜਗ੍ਹਾ ਤੇ ਲਾਗੂ ਹੁੰਦਾ, ਜਿਹੜਾ ਹਰੇਕ ਜਗ੍ਹਾ ਤੇ ਜਾ ਕੇ ਕੰਮ ਕਰਦਾ, ਹਨਾ? ਬਿਲਕੁਲ। ਨਾਲੇ ਜਿਹੜੀ ਇਹ ਦਲੀਲਾਂ ਦਿੰਦੇ ਆ ਵੀ ਨਹੀਂ ਕੁਦਰਤ ਨੂੰ ਰੱਬ ਕਹਿੰਦੇ ਆ, ਕੁਦਰਤ ਦਰਖਤਾਂ ਦੀ ਪੂਜਾ ਕਰਨੀ ਸ਼ੁਰੂ ਕਰ ਲੋ, ਜਾਂ ਉਹ ਨਾਸ਼ਵੰਦਿਆ, ਜਾਂ ਹਨਾ, ਮਤਲਬ ਮਿਹਣੇ ਹੀ ਆ ਇਹ। ਬਿਲਕੁਲ। ਇਹਨਾਂ ਨੂੰ ਪਤਾ ਹੀ ਆ ਵੀ ਕੀ ਭਾਈ ਰਣਜੀਤ ਸਿੰਘ ਇਹ ਕਹਿ ਰਿਹਾ ਹੁਣ ਦਰਖਤਾਂ ਨੂੰ ਮੱਥਾ ਟੇਕਣ ਲੱਗ ਪਓ ਤੁਸੀਂ, ਹਨਾ? ਉਹਨੂੰ ਗੱਲ ਨੂੰ ਘੁਮਾ ਕੇ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ। ਪਤਾ ਕਿੱਥੋਂ ਮੈਨੂੰ ਏਦਾਂ ਲੱਗਦਾ ਵੀ ਇੱਕ ਆਡੀਅנס ਹੁੰਦੀ ਹੈ, ਹਨਾ ਜੀ, ਜਿਹੜੀ ਆਡੀਅנס ਹੈ ਉਹ ਥੋੜਾ ਘੱਟ ਸਮਝਦੀ ਹੈ, ਹਨਾ? ਇਹ ਸਿਰਫ ਉਸ ਆਡੀਅנס ਨੂੰ ਟੈਕਲ ਕਰਨ ਦੀ ਟਰਾਈ ਕਰਦੇ ਆ ਵੀ ਅਸੀਂ ਕਿਤੇ ਨਾ ਕਿਤੇ ਉੱਤੇ ਕਬਜ਼ਾ ਕਰ ਲਈਏ। ਕੋਈ ਸਮਾਂ ਹੁੰਦਾ ਸੀਗਾ ਜਾਗਰੂਕ ਜਿਹੜੇ ਆ ਉਹ ਸਿਆਣੀ ਆਡੀਅנס ਨੂੰ ਕੈਪਚਰ ਕਰਦੇ ਹੁੰਦੇ ਸੀਗੇ, ਹਨਾ? ਇਹਨਾਂ ਦੀ ਕੋਸ਼ਿਸ਼ ਹੁੰਦੀ ਕਿ ਜਿਹੜੇ ਸਿਆਣੇ ਬੰਦੇ ਆ ਅਸੀਂ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਪਾਉਣ ਦੀ ਕੋਸ਼ਿਸ਼ ਕਰੀਏ। ਪਰ ਅੱਜ ਇਹ ਕਮਲਿਆਂ ਬੰਦਿਆਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਜਿਹੋ ਜਿਹੀਆਂ ਗੱਲਾਂ ਕਰਦੇ ਆ ਅੱਜ ਇਹ, ਹਨਾ ਜੀ, ਉਹਨਾਂ ਗੱਲਾਂ ਤੋਂ ਇਹ ਲੱਗਦਾ ਵੀ ਭਾਈ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਵੀ ਕਿਤੇ ਨਾ ਕਿਤੇ ਜਿਹੜੇ ਬੰਦੇ ਗੱਲ ਨੂੰ ਘੱਟ ਸਮਝਦੇ ਆ, ਹਨਾ ਜੀ, ਉਹਨਾਂ ਬੰਦਿਆਂ ਨੂੰ ਕਿਤੇ ਨਾ ਕਿਤੇ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਉਹ ਕਿਤੇ ਨਾ ਕਿਤੇ ਸਾਡੀਆਂ ਗੱਲਾਂ 'ਚ ਆ ਜਾਣ, ਹਨਾ, ਤੇ ਉਹ ਭਾਈ ਰਣਜੀਤ ਸਿੰਘ ਦਾ ਵਿਰੋਧ ਕਰਨਾ ਸ਼ੁਰੂ ਕਰ ਦੇਣ। ਹਾਂਜੀ, ਉਹ ਵੀ ਨਹੀਂ ਕਾਬੂ ਹੁੰਦੇ, ਉਹ ਵੀ ਨਹੀਂ, ਕਿਉਂਕਿ ਭਾਈ ਰਣਜੀਤ ਸਿੰਘ ਦੀ ਜਿਹੜੀ ਵਿਆਖਿਆ ਹੈ ਨਾ, ਉਹ ਜਿਹੜੀ ਬੋਲੀ ਹੈ ਉਹ ਸਰਲ ਤੇ ਸਿੱਧੀ ਹੈ, ਹਨਾ? ਉਹ ਸਿੰਪਲ ਜਿਹੜੀਆਂ ਗੱਲਾਂ ਦੇ ਵਿੱਚ ਜਿਹੜੀ ਉਹ ਗੱਲ 2 ਅੱਖਰਾਂ 'ਚ ਜਿਹੜੀ ਉਹ ਗੱਲ ਕਹਿ ਜਾਂਦੇ ਆ, ਮੈਨੂੰ ਨਹੀਂ ਲੱਗਦਾ ਕਿ ਸਾਰੇ ਪ੍ਰੋਗਰਾਮ ਦੇ ਵਿੱਚ ਮੇਰੇ ਵਰਗੇ ਬੰਦੇ ਤੋਂ ਵੀ ਉਹ ਗੱਲ ਕਹੀ ਜਾਂਦੀ ਹੋਵੇ, ਹਨਾ ਜੀ? ਤੇ ਜਦੋਂ ਤੁਸੀਂ ਉਹਨੂੰ ਦੇਖਦੇ ਆ ਤਾਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਇੱਕੋ ਹੀ ਸਕਰੀਨ ਦੇ ਉੱਤੇ 5-6 ਜਾਣੇ ਵੀ ਇਕੱਠੇ ਹੋ ਕੇ 2.5-3 ਘੰਟੇ ਮੱਥਾ ਮਾਰ ਕੇ ਵੀ ਨਹੀਂ ਗੱਲ ਹੁੰਦੀ ਉਹ। ਨਹੀਂ ਭਾਜੀ, ਤਾਂ ਹੀ ਜਦੋਂ ਦਲੀਲ ਦਿੰਦੇ ਆ ਨਾ ਵੀ ਭਾਈ ਰਣਜੀਤ ਸਿੰਘ ਜੀ ਘੱਟ ਪੜ੍ਹੇ ਆ ਨਾ, ਮਤਲਬ ਦੁਨਿਆਵੀ ਪੜ੍ਹਾਈ ਪੱਖੋਂ, ਹਾਂਜੀ, ਫਿਰ ਜਦੋਂ ਇਹ ਗੱਲ ਕਰੀਦੀ ਆ ਵੀ ਨਹੀਂ ਯਾਰ ਭਗਤ ਸਾਹਿਬਾਨ ਮਤਲਬ ਨੀਵੀਂ ਜਾਤ ਵਾਲੇ ਸਨ, ਉਹਨਾਂ ਨੇ ਕਿੱਥੋਂ ਪੜ੍ਹ ਲਿਆ ਵਾ? ਬ੍ਰਾਹਮਣ ਤਾਂ ਪੜ੍ਹ ਨਹੀਂ ਸੀ ਨੀਵੀਆਂ ਜਾਤਾਂ ਨੂੰ, ਹਨਾ? ਹਾਂਜੀ। ਫਿਰ ਕਹਿੰਦੇ ਆ ਨਹੀਂ ਤੁਸੀਂ ਏਦਾਂ ਕੰਪੇਅਰ ਨਹੀਂ ਕਰ ਸਕਦੇ, ਠੀਕ ਆ? ਜਦੋਂ ਗੱਲ ਸਿਕਿਉਰਿਟੀ ਦੀ ਆਉਂਦੀ ਆ ਫਿਰ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਕਿਹੜੀ ਸਿਕਿਉਰਿਟੀ ਰੱਖੀ ਸੀ? ਉਸ ਜਦੋਂ ਫਿੱਟ ਪੈਂਦਾ ਉਦੋਂ ਕੰਪੇਅਰ ਕੀਤਾ ਜਾ ਸਕਦਾ, ਜਦੋਂ ਨਹੀਂ ਫਿੱਟ ਪੈਂਦਾ ਉਦੋਂ ਨਹੀਂ ਕੀਤਾ ਜਾ ਸਕਦਾ, ਹਨਾ? ਹਾਂਜੀ, ਬਿਲਕੁਲ। ਇਹਨੂੰ ਕਹਿੰਦੇ ਨੇ ਵੀ ਦੁਚਿੱਤਾ ਸੁਭਾਅ, ਹਨਾ, ਵੀ ਦੋਗਲੇ ਬਣ ਕੇ ਰਹਿਣਾ ਆਪਾਂ, ਰਾਈਟ? ਹਾਂਜੀ, ਹਨਾ? ਉਹੀ ਗੱਲ ਹੈ ਨਾ ਵੀ ਜਿਹੜੀ ਆਪਾਂ ਗੱਲ ਕਰਦੇ ਸੀ ਇੱਕ ਵਾਰੀ ਪ੍ਰੋਗਰਾਮ 'ਚ, ਸਮੁੱਚਤਾ ਨੂੰ ਨਹੀਂ ਇਹ ਦੇਖਦੇ, ਹਨਾ? ਪੂਰੀ ਪਿਕਚਰ ਕੀ ਆ ਉਹਨੂੰ ਨਹੀਂ ਵਿਚਾਰਿਆ ਜਾਂਦਾ, ਤੇ ਖਿੱਚ ਧੂ ਕੇ ਸਿਰਫ ਕੌਨਸਨਟਰੇਟ ਪਤਾ ਕਿੱਥੇ ਕਰਦੇ ਆ ਇਸ ਵੇਲੇ ਸਾਰੇ ਜਾਣੇ, ਹਨਾ? ਸਾਰਿਆਂ ਦਾ ਫੋਕਸ ਇੱਕੋ ਹੀ ਚੀਜ਼ ਤੇ ਲੱਗਾ ਕਿ ਭਾਈ ਰਣਜੀਤ ਸਿੰਘ ਦਾ ਵਿਰੋਧ, ਹਨਾ, ਕਿਵੇਂ ਕਰਨਾ, ਹਨਾ? ਭਾਈ ਹਰਿੰਦਰ ਸਿੰਘ ਨੇ ਇੱਕ ਵਾਰੀ ਇੱਕ ਵੀਡੀਓ 'ਚ ਗੱਲ ਕਹੀ ਸੀ, ਮੈਨੂੰ ਬਹੁਤ ਵਧੀਆ ਲੱਗੀ। ਉਹ ਕਹਿੰਦੇ ਜੇ ਤੁਸੀਂ ਇੱਕ ਟੀਚਰ ਨੇ ਇੱਕ ਲਾਈਨ ਬਾਈ, ਕਹਿੰਦੇ ਤੁਸੀਂ ਇਸ ਲਾਈਨ ਨੂੰ ਛੋਟੀ ਕਰਨਾ, ਹਨਾ, ਤੇ ਪਰ ਇਸ ਲਾਈਨ ਨੂੰ ਤੁਸੀਂ ਟੱਚ ਨਹੀਂ ਕਰਨਾ, ਇਹਨੂੰ ਕਿਵੇਂ ਛੋਟੀ ਕਰੋਗੇ, ਹਨਾ? ਬਿਨਾਂ ਟੱਚ ਕੀਤਿਆਂ ਇਹ ਲਾਈਨ ਜਿਹੜੀ ਆ ਤੁਹਾਨੂੰ ਛੋਟੀ ਕਰਨੀ ਪੈਣੀ ਹੈ। ਤਾਂ ਉਹ ਸਾਰੇ ਸੋਚੀ ਪੈ ਗਿਆ ਵੀ ਕਿੱਦਾਂ ਛੋਟੀ ਹੋਊਗੀ, ਹਨਾ? ਤੇ ਮੁੜ ਕੇ ਕਹਿੰਦੇ ਵੀ ਟੀਚਰ ਨੇ ਉਹਦੇ ਲਾਗੇ ਇੱਕ ਬਹੁਤ ਵੱਡੀ ਲਾਈਨ ਜਿਹੜੀ ਆ ਉਹ ਡਰਾ ਕਰ ਦਿੱਤੀ, ਉਸ ਵੱਡੀ ਲਾਈਨ ਦੇ ਮੂਹਰੇ ਉਹ ਲਾਈਨ ਜਿਹੜੀ ਆ ਛੋਟੀ ਹੋ ਗਈ। ਅੱਜ ਉਹ ਵੱਡੀ ਲਾਈਨ ਜਿਹੜੀ ਉਹ ਭਾਈ ਰਣਜੀਤ ਸਿੰਘ ਨੇ ਡਰਾ ਕਰ ਦਿੱਤੀ, ਹਨਾ? ਉਹ ਹੁਣ ਇਹਨਾਂ ਦੀ ਲਾਈਨ ਉਹ ਛੋਟੀ ਹੋ ਗਈ। ਇਹਨਾਂ ਦਾ ਜ਼ੋਰ ਪਤਾ ਕੀ ਲੱਗ ਗਿਆ ਸਾਰਿਆਂ ਦਾ? ਇਹਨਾਂ ਦਾ ਜ਼ੋਰ, ਹਨਾ, ਉਹ ਲੈ ਕੇ ਜਿਹੜਾ ਢਾਉਣ ਵਾਲਾ ਹੁੰਦਾ ਹੈ ਨਾ, ਉਹ ਲਾਈਨ ਮਿਟਾਉਣ ਤੇ ਲੱਗ ਗਿਆ ਇਹਨਾਂ ਦਾ ਸਾਰਿਆਂ ਦਾ ਜ਼ੋਰ। ਜਿਹੜੀ ਉਹ ਵੱਡੀ ਲਾਈਨ ਹੈ ਉਹਨੂੰ ਮਿਟਾਇਆ ਜਾਵੇ, ਪਰ ਉਹ ਜਿਹੜੀ ਸ਼ਰਤ ਆ, ਜਿਹੜੀ ਟੀਚਰ ਦੀ ਸ਼ਰਤ ਸੀਗੀ, ਉਹ ਕਿਤੇ ਭੁੱਲ ਗਿਆ ਵੀ ਉਹਨੂੰ ਟੱਚ ਕੀਤੇ ਬਗੈਰ ਆਪਣੀ ਲਾਈਨ ਵੱਡੀ ਕਰਨੀ ਆ ਤੁਸੀਂ। ਤਾਂ ਕਰਕੇ ਤੁਸੀਂ ਆਪ ਦੀ ਗੱਲ ਕਰੋ, ਹਾਂ, ਤਾਂ ਕਰਕੇ ਲੋਕਾਂ ਦਾ ਭਰੋਸਾ ਵੱਜੂਗਾ ਨਾ। ਇਹਨਾਂ ਨੂੰ ਇੰਨਾ ਵੀ ਅਸੀਂ ਬੈਨੀਫਿਟ ਆਫ ਡਾਊਟ ਦੇ ਦਿੰਦੇ ਆ ਵੀ ਭਾਈ ਕੋਸ਼ਿਸ਼ ਤਾਂ ਕਰੋ ਯਾਰ ਆਪਣੀ ਗੱਲ ਕਰਨ ਦੀ, ਕਮ ਸੇ ਕਮ ਸਿਆਣੀ ਗੱਲ ਕਰੋ ਮਾੜੀ ਜੀ, ਹਨਾ ਜੀ, ਜਿਹਦੇ ਨਾਲ ਤੁਹਾਡੀ ਜਿਹੜੀ ਲਾਈਨ ਹੈ ਉਹ ਵੱਡੀ ਹੋਵੇ, ਹਨਾ? ਪਰ ਨਹੀਂ, ਉਧਰ ਨੂੰ ਧਿਆਨ ਨਹੀਂ ਹੈਗਾ। ਅੱਜ ਸਾਰੇ ਭਰਾ ਬਣ ਗਏ। ਅੱਜ ਕਹਿੰਦੇ ਸਾਡੇ ਟਕਸਾਲੀ ਵੀ ਸਾਡੇ, ਕਹਿੰਦੇ ਸਾਡੇ ਹੀ ਭਰਾ ਆ,
ਕੋਈ ਹਨਾ। ਵਿਰੋਧ ਨਹੀਂ। ਕਹਿੰਦੇ ਸਾਡਾ ਟਕਸਾਲੀਆਂ ਨਾਲ ਕੋਈ ਵਿਰੋਧ ਨਹੀਂ। ਮੇਰੇ ਕੋਲ ਇੱਕ ਕਲਿੱਪ ਆ ਹਨਾ ਜੀ, ਮੈਂ ਉਹ ਕਲਿੱਪ ਤੁਹਾਨੂੰ ਸੁਣਾਉਣਾ ਹਨਾ। ਪ੍ਰਭਦੀਪ ਸਿੰਘ ਦੇ ਪ੍ਰੋਗਰਾਮ ਦਾ ਕਲਿੱਪ ਹੈ, ਆਡੀਓ ਹੀ ਸੁਣਾਵਾਂਗਾ, ਉਹਨੂੰ ਸੁਣਿਓ ਤੁਸੀਂ ਥੋੜਾ ਜਿਹਾ ਪਹਿਲਾਂ, ਤਾਂ ਫਿਰ ਆਪਾਂ ਉਹਦੇ ਤੇ ਵਿਚਾਰ ਕਰਦੇ ਹਾਂ। ਸੁਣਿਓ। ਠੀਕ ਹੈ ਠੀਕ। ਹੁਣ ਉਹ ਬਾਰ-ਬਾਰ ਸਾਨੂੰ ਕਹੀ ਜਾਂਦਾ ਇਹ ਜਾਗਰੂਕ ਮੇਰਾ ਸਾਥ ਨਹੀਂ ਦਿੰਦੇ, ਕਿਉਂ ਸਾਥ ਦਈਏ ਅਸੀਂ? ਅਸੀਂ 40 ਸਾਲ ਤੋਂ ਇਸ ਫੀਲਡ ਦੇ ਵਿੱਚ ਹੀ ਆ। ਅਸੀਂ ਕਿਸੇ ਨੂੰ ਕਹਿ ਰਹੇ ਵੀ ਸਾਡਾ ਸਾਥ ਦਿਓ, ਸਾਡਾ ਮੈਂ ਮਰ ਚੱਲਾਂ। ਭਾਈ ਤੁਹਾਡੀਆਂ ਲੱਤਾਂ 'ਚ ਜੇ ਜਾਨ ਨਹੀਂ ਤੇ ਨਾ ਗੱਲਾਂ ਕਬੂ। ਨਾਲੇ ਵੇਖੋ ਗਿਆਨੀ ਜੀ, ਬਾਣੀ ਗੁਰੂ ਸਾਹਿਬਾਨ ਦਾ ਉਪਦੇਸ਼ ਹੈ, ਐਲਾਨ ਹੈ ਗੁਰੂ ਦਾ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰੇ ਸੋਈ, ਜੇ ਬਹੁ ਤੇਰਾ ਲੁਚੀਆ ਬਾਤੀ ਮੇਲ ਨਾ ਹੋਈ। ਮੇਲ ਗੱਲਾਂ ਬਾਤਾਂ ਨਾਲ ਨਹੀਂ ਹੁੰਦਾ ਵੀ ਆ ਜਾਓ ਬਹਿ ਜਾਓ ਨਾਲ ਬਹਿ ਜਾਓ। ਹਾਂਜੀ, ਮਤਲਬ ਗੁਰਬਾਣੀ ਦੀ ਪੰਕਤੀ ਜਿੱਥੋਂ ਵੀ ਲੱਭਦੀ ਆ ਉੱਥੇ ਲੈ ਕੇ ਆਉਣੀ ਆ, ਹਨਾ। ਹਾਂਜੀ, ਟਿਕਾਉਣੀ ਆ ਉਹ ਲਿਆ ਕੇ, ਟਿਕਾਉਣੀ ਆ ਜਿੱਥੇ ਮਤਲਬ ਢੁੱਕਦੀ ਵੀ ਨਹੀਂ ਉੱਥੇ ਵੀ ਟਿਕਾਉਣੀ ਆ, ਹਨਾ। ਬਿਲਕੁਲ। ਹੁਣ ਭਾਈ ਰਣਜੀਤ ਸਿੰਘ ਨੇ ਕਿੰਨੀ ਵਾਰ ਕਿਹਾ, ਜਾਂ ਆਪਾਂ ਵੀ ਕਹਿੰਦੇ ਆ ਯਾਰ ਵੀ ਅਸੀਂ ਕਦੋਂ ਕਿਹਾ ਜਿਹੜੇ ਅਸੀਂ ਅਰਥ ਕੀਤੇ ਇਹ ਅਖੀਰ ਲਿਆ ਜਾਂ ਅਸੀਂ ਰੱਬ ਨੂੰ ਪਾ ਲਿਆ, ਹਨਾ। ਨਹੀਂ, ਕੋਈ ਜਾਣ ਆਣ ਕੇ ਸਾਡੇ ਤੋਂ ਵੀ ਗਾਂ ਗੱਲ ਕਰ ਤਾਂ ਹੀ ਅਸੀਂ ਕਹਿੰਦੇ ਆ। ਸੌਰੀ, ਮੈਂ ਡਿਵਰਟ ਹੋ ਜਾਣਾ ਥੋੜਾ ਵਿਸ਼ਾ, ਪਰ ਆਹ ਗੱਲ ਕਹਿਣੀ ਜ਼ਰੂਰੀ ਹੈ ਮੇਰੇ ਮੁਤਾਬਕ। ਹਾਂਜੀ ਹਾਂਜੀ ਹਾਂਜੀ। ਮੈਂ ਇੱਕ ਹੋਰ ਪ੍ਰਚਾਰਕ ਦਾ ਵੀ ਸੁਣ ਰਿਹਾ, ਕਹਿੰਦੇ ਜਿਹੜਾ ਏਦਾਂ ਕਹਿ ਰਿਹਾ ਵੀ ਗੁਰਬਾਣੀ ਦੇ ਅਰਥ ਜਿੱਦਾਂ ਮੇਰੇ ਮੁਤਾਬਕ ਆ, ਜਿੱਦਾਂ ਮੈਂ ਸਮਝਿਆ ਗੁਰਬਾਣੀ ਨੂੰ ਏਦਾਂ ਮੈਂ ਵਿਆਖਿਆ ਕਰਨੀ ਆ। ਕਹਿੰਦਾ ਜੇ ਏਦਾਂ ਤੁਸੀਂ ਕਰਨੀ ਆ ਤਾਂ ਮੂਰਖਤਾ ਵਾਲੀ ਗੱਲ ਆ, ਹਨਾ। ਓਕੇ, ਸਾਡੀ ਵਾਰੀ ਅਸੀਂ ਮੂਰਖ ਬਣ ਗਏ, ਠੀਕ ਹੈ। ਹਾਂਜੀ ਬਿਲਕੁਲ। ਪ੍ਰੋਫੈਸਰ ਸਾਹਿਬ ਸਿੰਘ ਜਦੋਂ ਇਹ ਗੱਲ ਕਹਿੰਦਾ ਵੀ ਗੁਰਬਾਣੀ ਦਰਪਣ ਵੀ ਜਿੰਨਾ ਮੈਨੂੰ ਸਮਝ ਆਇਆ ਇਹਦੇ ਵਿੱਚੋਂ ਉਹਨਾਂ ਮੈਂ ਲਿਖ ਦਿੱਤਾ, ਗਾਂ ਤੁਸੀਂ ਕਰ ਸਕਦੇ ਹੋ, ਇਹਦਾ ਪ੍ਰਚਾਰ ਕਰਦੇ ਹੋ। ਵਾਹ ਵਾਹ, ਕਿਆ ਬਾਤ ਜੀ, ਪ੍ਰੋਫੈਸਰ ਸਾਹਿਬ ਸਿੰਘ ਨੇ ਆ ਕਹਿ ਦਿੱਤਾ, ਹਨਾ। ਹਾਂਜੀ, ਮਤਲਬ ਉਹੀ ਗੱਲ ਹੋਈ ਵੀ ਸਮੁੱਚਤਾ ਨੂੰ ਨਹੀਂ ਵਿਚਾਰਨਾ ਆਪਾਂ। ਬਿਲਕੁਲ। ਆਪਾਂ ਹੁਣ ਜਦੋਂ ਹਮੇਸ਼ਾ ਗੱਲ ਕਰਦੇ ਆ ਨਾ ਗੁਰਬਾਣੀ ਦੀ, ਆਪਾਂ ਹਮੇਸ਼ਾ ਇਹੀ ਗੱਲ ਕਹਿੰਦੇ ਆ ਕਿ ਗੁਰਬਾਣੀ ਪੜ੍ਹ ਕੇ ਜਿਸ ਤਰੀਕੇ ਨਾਲ ਸਾਨੂੰ ਸਮਝ ਲੱਗੀ ਹੈ, ਹਨਾ। ਕਿਉਂਕਿ ਜੇ ਤੁਸੀਂ ਕਹਿੰਦੇ ਹੋ ਕਿ ਗੁਰਬਾਣੀ ਅਗਾਧ ਬਹੁਤ ਹੈ, ਇਹ ਹਮੇਸ਼ਾ ਲਈ ਜਿਹੜੀ ਹੈ ਉਹ ਰਹਿਣੀ ਚਾਹੀਦੀ ਹੈ, ਹਨਾ, ਤਾਂ ਤੁਹਾਨੂੰ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਜਿਹੜੀਆਂ ਆਉਣ ਵਾਲੀਆਂ ਜੋ ਘਟਨਾਵਾਂ ਨੇ, ਜੋ ਮੁਸ਼ਕਿਲਾਂ ਨੇ, ਜੋ ਫਾਇਦੇ ਨੇ, ਜਿੰਨੀ ਟੈਕਨੋਲੋਜੀ ਅੱਗੇ ਜਾ ਰਹੀ ਹੈ, ਜਿੰਨੀ ਅਗਲੀ ਜਨਰੇਸ਼ਨ ਅੱਗੇ ਜਾ ਰਹੀ ਹੈ, ਤੁਹਾਨੂੰ ਉਹਦੇ ਹਿਸਾਬ ਨਾਲ ਹੀ ਗੱਲ ਕਰਨੀ ਪਊਗੀ, ਹਨਾ। ਜੇ ਤੁਸੀਂ ਉਹਨੂੰ ਲੈ ਕੇ ਚੱਲੋਗੇ ਤਾਂ ਕਿਉਂ ਨਹੀਂ ਜਿਹੜੇ ਅੱਜ ਦੇ ਸਮੇਂ 'ਚ ਜੋ ਤੁਸੀਂ ਅਰਥ ਕਰਦੇ ਹੋ, ਕਿਉਂ ਨਾ ਉਹ ਹੋਰ, ਮੈਂ ਕਹਿੰਦਾ 10 ਸਾਲਾਂ ਦੇ ਵਿੱਚ ਉਹ ਪੁਰਾਣੇ ਹੋ ਜਾਣਗੇ। ਪ੍ਰੋਫੈਸਰ ਸਾਹਿਬ ਸਿੰਘ ਦੇ ਕੀਤੇ ਹੋਏ ਜਿਹੜੇ ਟੀਕੇ ਸੀਗੇ, ਉਹ ਅੱਜ ਜਿਹੜੇ ਅਰਥ ਹੈ ਉਹ ਅੱਜ ਪੁਰਾਣੇ ਹੋ ਚੁੱਕੇ ਨੇ ਅੱਜ ਦੇ ਸਮੇਂ ਦੇ ਹਿਸਾਬ ਨਾਲ, ਹਨਾ ਜੀ। ਤੇ ਜਿਹੜੇ ਅੱਜ ਆਪਾਂ ਕਰ ਰਹੇ ਹਾਂ, ਜਿਹੜੇ ਅੱਜ ਤੁਸੀਂ ਕਰ ਰਹੇ ਹੋ ਜਾਂ ਮੈਂ ਕਰ ਰਿਹਾ ਹਾਂ, ਜਾਂ ਕੋਈ ਵੀ ਜਿਸ ਤਰੀਕੇ ਨਾਲ ਆਪਾਂ ਸਮਝ ਰਹੇ ਹਾਂ ਗੁਰਬਾਣੀ ਨੂੰ, ਕਿਉਂ ਇਹ ਕਿਉਂ ਨਹੀਂ ਹੋ ਸਕਦਾ ਕਿ ਆਉਣ ਵਾਲੇ 10 ਸਾਲਾਂ 'ਚ ਇਹ ਵੀ ਜਿਹੜੇ ਆ ਇਸ ਤੋਂ ਅਗਲੇ ਜਿਹੜੇ ਅਰਥ ਉਹ ਕਰਨੇ ਪੈਣਗੇ। ਨਾਲੇ ਕੋਈ ਵੀ ਜਾਣਾ ਪ੍ਰੋਫੈਸਰ ਸਾਹਿਬ ਸਿੰਘ ਦਾ ਏਦਾਂ ਵਿਰੋਧ ਨਹੀਂ ਕਰਦਾ। ਅਸੀਂ ਕਹਿੰਦੇ ਬਹੁਤ ਵਧੀਆ ਕੀਤਾ ਉਸ ਵੇਲੇ ਦੀ, ਹਨਾ। ਹਾਂਜੀ, ਉਸ ਸਮੇਂ ਬਹੁਤ ਵਧੀਆ ਸੀ, ਬਿਲਕੁਲ। ਪਰ ਜੇ ਇਹ ਕਹਿਣਾ ਵੀ ਇੱਥੇ ਰੁਕ ਜਾਣਾ, ਹੁਣ ਖੜਾ ਪਾਣੀ ਕੀ ਕਰਦਾ, ਬਦਬੂ ਮਾਰਦਾ, ਰਾਈਟ। ਬਿਲਕੁਲ, ਹਾਂਜੀ। ਵਗਦੇ ਪਾਣੀ ਨੂੰ ਤੁਸੀਂ ਵਰਤ ਸਕਦੇ ਆ, ਰਾਈਟ। ਹਾਂਜੀ, ਅਸੀਂ ਵਗਦੇ ਦਰਿਆ ਬਣਨਾ ਚਾਹੁੰਦੇ ਆ, ਅਸੀਂ ਕਿਤੇ ਖੜਨਾ ਨਹੀਂ ਚਾਹੁੰਦੇ ਵੀ ਆਹੀ ਅਖੀਰ ਲਾਇਆ, ਰਾਈਟ। ਹਾਂਜੀ। ਹੁਣ ਜੇ ਅਸੀਂ ਇਹ ਕਹੀਏ ਵੀ ਜੇ ਅਸੀਂ ਟੈਕਨੋਲੋਜੀ ਨੂੰ ਵਰਤ ਕੇ ਇਹ ਗੱਲ ਕਹੀਏ ਵੀ ਗੁਰਬਾਣੀ ਵਿੱਚੋਂ ਜੋ ਵੀ ਗਿਆਨ ਹੈ ਉਹ ਸਾਰਾ ਉਜਾੜਿਆ, ਅਸੀਂ ਕੰਬਲੇ ਹੋਵਾਂਗੇ, ਹਨਾ। ਹਾਂਜੀ, ਬਿਲਕੁਲ। ਇਹਨੂੰ ਕਹਿੰਦੇ ਆ ਵੀ ਅਕਿਰਤਘਨ ਬਣਨਾ, ਵੀ ਬਸ ਤੁਸੀਂ ਹੋਰ ਕੁਝ ਚੀਜ਼ ਦਾ ਰਿਹਾ ਕ੍ਰੈਡਿਟ ਹੋਰ ਕਿਤੇ ਦੇ ਰਹੇ ਆ, ਰਾਈਟ। ਹਾਂਜੀ, ਠੀਕ। ਆ ਕਲਿੱਪ ਨੂੰ ਪੂਰਾ, ਹਾਂਜੀ। ਮੈਂ ਗੁਰੂ ਸਾਹਿਬ ਨੇ ਕਿਤੇ ਵੀ ਨਹੀਂ ਇਹ ਗੱਲ ਕਹੀ ਵੀ ਆਹੀ ਅਖੀਰਲਾ, ਇੱਥੇ ਰੁਕ ਜਾਓ ਤੁਸੀਂ, ਨਹੀਂ। ਜੇ ਇਹ ਹੁੰਦਾ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੱਲ ਖਤਮ ਹੋ ਜਾਣੀ ਸੀ। ਹਾਂਜੀ, ਬਿਲਕੁਲ। ਗੱਲ ਹਮੇਸ਼ਾ ਸੀ ਵੀ ਅਸੀਂ ਕੋਈ ਟੀਚਾ ਅਸੀਂ ਮਿੱਥਿਆ ਆ, ਉਹਦੇ ਤੱਕ ਅਸੀਂ ਪਹੁੰਚਣਾ ਆ। ਜੇ ਮੇਰੇ ਤੋਂ ਬਾਅਦ ਲਹਿਣੇ ਨੂੰ ਬਹਿਣਾ ਪਵੇ ਕੋਈ ਗੱਲ ਨਹੀਂ, ਜੇ ਲਹਿਣੇ ਤੋਂ ਬਾਅਦ ਗੁਰੂ ਅਮਰਦਾਸ ਨੂੰ ਬਹਿਣਾ ਪਵੇ ਉਹ ਵੀ ਸਾਨੂੰ ਮਨਜ਼ੂਰ ਆ। ਵੀ ਅਸੀਂ ਕ੍ਰੈਡਿਟ ਨਹੀਂ ਲੈਣਾ, ਅਸੀਂ ਬਸ ਸਮਾਜ ਨੂੰ ਦੇਣਾ ਚਾਹੁੰਦੇ ਹਾਂ ਕੁਝ। ਸਮਾਜ ਦੇ ਵਿਕਾਸ ਦਾ ਜਿਹੜਾ ਆ ਮੇਨ ਜਿਹੜਾ ਕੰਸਰਨ ਹੈ ਉਹੀ ਹੈ, ਜਿਹੜੀ ਗੱਲ ਸਮਾਜ ਵਿੱਚ। ਹਾਂਜੀ ਹਾਂਜੀ, ਜਦੋਂ ਕਹਿੰਦੇ ਤੇਰਾ ਕੀਤਾ ਜਾਤੋਂ ਨਹੀਂ, ਆਹੀ ਆ ਸਾਨੂੰ ਸਿਧਾਂਤ ਦੇਣਾ ਚਾਹੁੰਦੇ। ਬਿਲਕੁਲ ਬਿਲਕੁਲ। ਇਹ ਅਖੀਰ ਨਹੀਂ, ਤੁਸੀਂ ਵੀ ਜਿੱਦਾਂ ਤੁਹਾਨੂੰ ਸਮਝ ਆਇਆ, ਜੇ ਤੁਸੀਂ ਸਮਾਜ ਦੇ ਵਿੱਚ ਆਪਦੇ ਖਿੱਤੇ ਵਿੱਚ ਵਧੀਆ ਗੱਲ ਲਾਗੂ ਕਰ ਸਕਦੇ ਹੋ, ਤੁਸੀਂ, ਤੁਹਾਡੀ ਜ਼ਿੰਮੇਵਾਰੀ ਆ ਸਿੱਖ ਹੋਣ ਦੇ ਨਾਤੇ ਉਹਨੂੰ ਲਾਗੂ ਕਰਨਾ। ਬਿਲਕੁਲ ਜੀ, ਬਿਲਕੁਲ। ਆ ਹੁਣ ਕਲਿੱਪ, ਹਾਂਜੀ, ਆ ਕਲਿੱਪ ਪੂਰਾ ਸੁਣ ਲਈਏ ਹੁਣ ਆਪਾਂ, ਤੇ ਫਿਰ ਆਪਾਂ ਇਹਦੇ ਤੇ ਵਿਚਾਰ ਕਰਦੇ ਹਾਂ, ਠੀਕ ਹੈ ਜੀ। ਥੋੜੇ ਜਿਹਾ ਚਿਰ ਦਾ ਰਹਿ ਗਿਆ ਹੈ। ਹੁਣ ਉਹ ਬਾਰ-ਬਾਰ ਸਾਨੂੰ ਕਹੀ ਜਾਂਦਾ ਇਹ ਜਾਗਰੂਕ ਗੁਰੂ ਦੇ ਕੋਲ ਹੈ, ਸਾਡਾ ਦਿਲ ਉਹਦਾ ਗੁਲਾਮ ਹੈ। ਜਿੱਦਣ ਗੁਰੂ ਦੀ ਗੁਲਾਮੀ ਕਰੋਗੇ ਨਾ, ਤੁਹਾਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ
ਕਿ ਸਾਡੇ ਸਾਥ ਦੀ ਲੋੜ ਹੈ, ਬੋਲਦੇ ਨਹੀਂ। ਨਾਲੇ ਇੱਕ ਗੱਲ ਅਸੀਂ ਕੱਲ ਵੀ ਕਹਿਤੀ ਸੀ, ਅੱਜ ਫਿਰ ਕਹਿੰਦੇ ਆ, ਸਾਡਾ ਵਿਰੋਧ ਕੋਈ ਨਹੀਂ ਜੇ ਟਕਸਾਲ ਨਾਲ, ਤੇ ਨਾ ਹੀ ਅਸੀਂ ਨਿੱਜੀ ਤੌਰ ਤੇ ਕਿਸੇ ਦੇ ਵਿਰੋਧੀ ਹਾਂ। ਪਰ ਜਿਹੜੀਆਂ ਵੀ ਮਨੌਤਾਂ ਗੁਰੂ ਗ੍ਰੰਥ ਦੇ ਅਗੇਂਸਟ ਆ, ਭਾਵੇਂ ਉਹ ਟਕਸਾਲ ਵੱਲੋਂ ਤੇ ਭਾਵੇਂ ਤੁਹਾਡੇ ਵੱਲੋਂ, ਉਹਦਾ ਠੋਕ ਕੇ ਵਿਰੋਧ ਕਰਾਂਗੇ। ਕੀਤਾ ਹੈ ਜਿੱਥੇ ਗੱਲ ਹਿਊਮਨ ਰਾਈਟ ਦੀ ਆਉਂਦੀ ਆ, ਤੁਹਾਡੇ ਭਾਈ ਨੂੰ ਮਾਰਿਆ ਸੀ, ਇਸੇ ਪਲੇਟਫਾਰਮ ਤੋਂ ਅਸੀਂ 2-3 ਪ੍ਰੋਗਰਾਮ ਕੀਤੇ। ਕਿਉਂ ਭੁੱਲਦੇ ਜੇ ਗੱਲ? ਹੁਣ ਅੱਛਾ ਜੀ, ਗੱਲ ਤੁਸੀਂ ਹੁਣ ਸੁਣ ਲਈ ਹੈ ਪੂਰੀ। ਇਹ ਜਿਹੜੀ ਮੈਂ ਗੱਲ ਅਖੀਰਲੀ ਜਿਹੜੀ ਹੈ ਉਹ ਮੇਨ ਸੁਣਾਉਣਾ ਚਾਹੁੰਦਾ ਸੀਗਾ ਤੁਹਾਨੂੰ। ਕਹਿੰਦਾ ਸਾਡਾ ਕੋਈ ਵਿਰੋਧ ਨਹੀਂ ਟਕਸਾਲੀਆਂ ਨਾਲ, ਤੇ ਵਿਰੋਧ ਕਾਹਦੇ ਨਾਲ ਹੈ? ਮਨੌਤਾਂ ਨਾਲ। ਉਹ ਮਨੌਤਾਂ ਕਿਹੜੀਆਂ ਨਾਲ ਵਿਰੋਧ ਹੈ? ਜਿਹੜੀਆਂ ਮਨੌਤਾਂ ਇਹਨਾਂ ਤੋਂ ਵੱਖਰੀਆਂ ਨੇ। ਵੈਸੇ ਨਹੀਂ ਕੋਈ ਵਿਰੋਧ ਕਿਸੇ ਨਾਲ। ਜਿਹੜੀਆਂ ਮਨੌਤਾਂ ਜਿਸ ਹਿਸਾਬ ਨਾਲ ਇਹ ਮੰਨਦੇ ਨੇ, ਉੱਦਾਂ ਕੋਈ ਵਿਰੋਧ ਨਹੀਂ। ਜੇ ਉੱਦਾਂ ਮੰਨੂਗੇ ਤਾਂ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ। ਕੱਲ੍ਹ ਨੂੰ ਟਕਸਾਲੀ ਉੱਦਾਂ ਮੰਨਣ ਲੱਗ ਪੈਣ, ਉਹ ਇਹਨਾਂ ਦੇ ਭਰਾ ਹੀ ਹੈ। ਪਰ ਵੈਸੇ ਤਾਂ ਚਲੋ ਹੁਣੇ ਹੀ ਭਰਾ ਆ, ਕਿਉਂਕਿ ਜਿਹੜੀ ਇਹ ਗੱਲ ਕਰ ਰਿਹਾ ਆ, ਇਹ ਉਹਨਾਂ ਨੂੰ ਮਨਾਉਣ ਦੀ ਗੱਲ ਹੀ ਕਰਦਾ ਕਿਤੇ ਨਾ ਕਿਤੇ। ਕਿੱਥੋਂ ਇਹਨੂੰ ਚੇਤਾ ਭੁੱਲ ਗਿਆ ਹਨਾ। ਪ੍ਰੋਫੈਸਰ ਸਾਹਿਬ ਸਿੰਘ ਨੇ, ਪ੍ਰੋਫੈਸਰ ਦਰਸ਼ਨ ਸਿੰਘ ਨੇ ਹਨਾ ਆਪਣੀਆਂ ਬਾਣੀਆਂ ਬਣਾ ਕੇ ਆਪਣਾ ਅੰਮ੍ਰਿਤ ਛਕਾਇਆ ਸੀ ਕਿਸੇ ਟਾਈਮ ਹਨਾ। ਤੇ ਲੋਕਾਂ ਨੂੰ ਉਹ ਕਹਿੰਦਾ ਸੀਗਾ ਵੀ ਦਸਮ ਗ੍ਰੰਥ ਦੀਆਂ ਜਿਹੜੀਆਂ ਬਾਣੀਆਂ ਆ ਉਹਨਾਂ ਨੂੰ ਮੈਂ ਨਹੀਂ ਮੰਨਦਾ, ਤੇ ਮੈਂ ਆਪਣਾ ਅੰਮ੍ਰਿਤ ਛਕਾਊਂਗਾ ਹਨਾ ਜੀ। ਤੇ ਉਸ ਵੇਲੇ ਜਿਹੜੀਆਂ ਮਨੌਤਾਂ ਸੀਗੀਆਂ, ਉਸ ਵੇਲੇ ਜੋ ਚੱਲਦਾ ਸੀ, ਉਹ ਸਾਰੀਆਂ ਦਾ ਖੰਡਨ ਕਰਕੇ ਹੀ ਇਹਨਾਂ ਨੇ ਉਹ ਅੰਮ੍ਰਿਤ ਤਿਆਰ ਕੀਤਾ ਸੀ। ਕਿਹੜੇ ਗੁਰੂ ਸਾਹਿਬ ਨੇ ਆ ਕੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਕੰਨ ਦੇ ਵਿੱਚ ਫੂਕ ਮਾਰ ਕੇ ਕਿਹਾ ਸੀਗਾ, ਭਾਈ ਵੀ ਇਹ ਮੇਰੀਆਂ ਬਾਣੀਆਂ ਨਹੀਂ, ਜਿਹੜੀਆਂ ਆਹ ਮੇਰੀਆਂ ਬਾਣੀਆਂ ਆ, ਤਾਂ ਉਹ ਜਿਹੜਾ ਤਰੀਕਾ ਗਲਤ ਹੈ, ਇਹ ਤਰੀਕਾ ਸਹੀ ਹੈ? ਕਿਹਨੇ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਪਾਈ ਸੀ? ਉਹਦੇ ਆਪਣੇ ਵਿਚਾਰ ਸੀ ਨਾ ਇਹ। ਉਹਦੇ ਆਪਣੇ ਵਿਚਾਰਾਂ ਦੇ ਉੱਤੇ ਜੇ ਕੋਈ ਚੱਲਦਾ ਆ ਤਾਂ ਉਹ ਗੁਰਮਤ ਦਾ ਧਾਰਨੀ ਹੋ ਗਿਆ ਹਨਾ। ਉਹ ਹੋ ਗਿਆ ਗੁਰਮਤ ਵਾਲਾ ਬੰਦਾ, ਉਹ ਹੋ ਗਿਆ ਗੁਰਸਿੱਖ, ਉਹ ਹੋ ਗਿਆ ਪੰਥਕ। ਕਿਉਂਕਿ ਪੰਥ ਇਹੀ ਬੰਦੇ ਆ ਹਨਾ, ਇਹਦੇ ਆਲੇ ਦੁਆਲੇ ਪੰਥ ਘੁੰਮਦਾ। ਨਾਲੇ ਇਹਨੂੰ ਖਾਸ ਕਰਕੇ ਪ੍ਰਭਦੀਪ ਨੂੰ ਤਾਂ ਇਹੀ ਲੱਗਦਾ ਵੀ ਖਾਲਸਾ ਨਿਊਜ਼ ਤਾਂ ਇਹਦਾ ਸਿੰਘ ਨਾਦ ਰੇਡੀਓ ਜਿਹੜਾ ਆ, ਉਹ ਹੈਗਾ ਪੰਥ ਦਾ ਇੱਕੋ ਇੱਕ ਰੇਡੀਓ, ਤੇ ਪੰਥ ਦੀ ਇੱਕੋ ਇੱਕ ਅਖਬਾਰ ਹੈਗੀ ਆ ਖਾਲਸਾ ਨਿਊਜ਼, ਤੇ ਪੰਥ ਦਾ ਜਥੇਦਾਰ ਹੈਗਾ ਦਰਸ਼ਨ ਸਿੰਘ, ਤੇ ਇਹ ਜਿਹੜਾ ਹੈਗਾ ਆ ਇਹ ਹੈਗਾ ਦੂਜੇ ਨੰਬਰ ਦਾ, ਤੇ ਬਾਕੀ ਪੰਥ ਸਾਰਾ ਇਹਦੇ ਆਲੇ ਦੁਆਲੇ ਘੁੰਮਦਾ। ਆਪਣੇ ਆਪ ਨੂੰ ਧੁਰਾ ਬਣਾ ਕੇ ਚੱਲਦੇ ਆ ਇਹ ਬੰਦੇ ਹਨਾ। ਪਰ ਜਿਹੜਾ ਮਿਆਰ ਆ ਧੁਰੇ ਦਾ, ਉਹਨੂੰ ਵੀ ਦੇਖ ਲਓ ਥੋੜਾ ਜਿਹਾ। ਕੋਈ ਸਮਾਂ ਹੁੰਦਾ ਸੀਗਾ, ਕਹਿੰਦੇ ਬਾਈਬਲ ਦੇ ਵਿੱਚ ਵੀ ਸ਼ਾਇਦ ਇਹ ਗੱਲ ਆਉਂਦੀ ਸੀ ਕਿ ਜਿਹੜੀ ਧਰਤੀ ਆ ਉਹਦੇ ਆਲੇ ਦੁਆਲੇ ਜਿਹੜਾ ਆ ਸਾਰਾ ਬ੍ਰਹਿਮੰਡ ਘੁੰਮਦਾ ਹਨਾ। ਸੂਰਜ ਜਿੰਨੇ ਗ੍ਰਹਿ ਚੱਕਰ ਲਾਉਂਦੇ ਆ, ਧਰਤੀ ਦੇ ਆਲੇ ਦੁਆਲੇ ਲਾਉਂਦੇ ਆ। ਧਰਤੀ ਇੱਕ ਜਗ੍ਹਾ ਤੇ ਖੜੀ ਹੈ, ਕਿਉਂਕਿ ਉਸ ਵੇਲੇ ਉਹ ਕਿਉਂਕਿ ਧਰਤੀ ਦੇ ਰਹਿਣ ਵਾਲੇ ਆਪਾਂ ਬੰਦੇ ਸੀਗੇ, ਆਪਣਾ ਦਿਮਾਗ ਇੱਥੇ ਡਿਵੈਲਪ ਹੋਇਆ ਸੀ। ਆਪਾਂ ਜਦੋਂ ਇੱਥੋਂ ਖੜ ਕੇ ਦੇਖਦੇ ਸੀ ਦੂਰਬੀਨਾਂ ਰਾਹੀਂ ਜਾਂ ਵੈਸੇ, ਤਾਂ ਏਦਾਂ ਲੱਗਦਾ ਸੀਗਾ ਸਾਰਾ ਕੁਝ ਘੁੰਮਦਾ ਆ, ਪਰ ਧਰਤੀ ਜਿਹੜੀ ਆ ਉਹਦੇ ਆਲੇ ਦੁਆਲੇ ਘੁੰਮਦਾ। ਤੇ ਜਦੋਂ ਫਿਰ ਹੌਲੀ ਹੌਲੀ ਕਿਸੇ ਨੇ ਇਹ ਕਾਢ ਕੱਢੀ ਵੀ ਨਹੀਂ ਬਈ ਧਰਤੀ ਜਿਹੜੀ ਆ ਘੁੰਮ ਰਹੀ ਆ ਸੂਰਜ ਦੇ ਆਲੇ ਦੁਆਲੇ ਹਨਾ, ਤਾਂ ਉਸ ਵੇਲੇ ਉਸ ਇਨਸਾਨ ਦਾ ਵੀ ਉਸੇ ਤਰੀਕੇ ਨਾਲ ਕਹਿੰਦੇ ਵਿਰੋਧ ਕੀਤਾ ਗਿਆ ਸੀ, ਕਿਉਂਕਿ ਜਿਹੜਾ ਆ ਉਹ ਲਿਖੀਆਂ ਹੋਈਆਂ ਜਿਹੜੀਆਂ ਨੂੰ ਉਹ ਨਹੀਂ ਮੰਨਦੇ ਸੀ। ਕਿਉਂਕਿ ਲਿਖ ਦਿੱਤਾ ਹੁਣ ਤਾਂ ਕਿਸੇ ਨੇ ਹਨਾ, ਜੇ ਕਿਸੇ ਨੇ ਲਿਖਤਾ ਵੀ ਧਰਤੀ ਦੇ ਆਲੇ ਦੁਆਲੇ ਘੁੰਮਦਾ ਤਾਂ ਵੀ ਧਰਤੀ ਦੇ ਆਲੇ ਦੁਆਲੇ, ਕਿਉਂਕਿ ਧਾਰਮਿਕ ਗ੍ਰੰਥਾਂ 'ਚ ਲਿਖ ਦਿੱਤਾ ਗਿਆ। ਤੇ ਉਧਰ ਪ੍ਰੋਫੈਸਰ ਸਾਹਿਬ ਦਰਸ਼ਨ ਸਿੰਘ ਨੇ ਜਿਹੜਾ ਪੰਥ ਸਾਜ ਦਿੱਤਾ, ਤੇ ਉਹ ਪੰਥ ਜਿਹੜਾ ਆ ਉਹ ਪਰਿਭਾਸ਼ਾ ਉਹਦੀ ਉਹੀ ਰਹੂਗੀ, ਕਿਉਂਕਿ ਉਸ ਤੋਂ ਹੁਣ ਤੁਸੀਂ ਵੱਖਰੇ ਨਹੀਂ ਹੋ ਸਕਦੇ। ਕਿਉਂਕਿ ਦਰਸ਼ਨ ਸਿੰਘ ਦਾ ਪੰਥ ਤਾਂ ਇਹੀ ਕਹਿੰਦਾ। ਹਾਂਜੀ ਨਾਲੇ ਭਾਜੀ ਗੱਲ ਮਨੌਤਾਂ ਦੀ ਜਿਹੜੀ ਆ, ਉਹਨਾਂ ਮਨੌਤਾਂ ਦਾ ਪ੍ਰਚਾਰ ਜਿਹੜੇ ਲੋਕ ਕਰਦੇ ਆ, ਸੰਪਰਦਾਈ ਵਾਲੇ ਕਰਦੇ ਆ। ਹਾਂਜੀ ਹਨਾ, ਟਕਸਾਲ ਦੀਆਂ ਮਨੌਤਾਂ ਦਾ ਪ੍ਰਚਾਰ ਹੁਣ ਇਹ ਥੋੜਾ ਪੜ੍ਹੇ ਲਿਖੇ ਵਿਦਵਾਨ ਸਾਡੇ ਕਰਦੇ ਆ, ਰਾਈਟ? ਨਹੀਂ। ਅਖੰਡ ਕੀਰਤਨੀ ਜਥੇ ਦੀਆਂ ਮਨੌਤਾਂ ਦਾ ਅਖੰਡ ਕੀਰਤਨੀ ਜਥੇ ਵਾਲਿਆਂ ਨੇ ਪ੍ਰਚਾਰ ਕਰਨਾ, ਨਾਨਕ ਸਾਹਿਬ ਦਾ ਨਾਨਕ ਜ਼ਰੀਆ ਨੇ, ਰਾਈਟ? ਹਾਂਜੀ। ਜਦੋਂ ਗੁਰੂ ਸਾਹਿਬ ਮਨੌਤਾਂ ਦੀ ਗੱਲ ਕਰਦੇ ਆ, ਉਹ ਸੁਨਨਤ ਬਾਰੇ ਵੀ ਗੱਲ ਕਰਦੇ ਆ, ਹਾਂਜੀ, ਜਨੇਊ ਬਾਰੇ ਵੀ ਗੱਲ ਕਰਦੇ ਆ, ਹਾਂਜੀ, ਸਰੀਰ ਤੇ ਸਵਾਹ ਮੰਨਣ ਬਾਰੇ ਵੀ ਗੱਲ ਕਰਦੇ ਆ, ਰਾਈਟ? ਬਿਲਕੁਲ। ਪਰ ਨਾਲ ਉਸ ਕਾਜ਼ੀਆਂ ਦਾ ਵੀ ਕਰਦੇ ਆ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕੀਤਾ, ਬ੍ਰਾਹਮਣਾਂ ਦਾ ਵੀ ਕਰਦੇ ਆ, ਰਾਈਟ? ਸਿਰਫ ਮਨੌਤਾਂ ਦਾ ਵਿਰੋਧ ਨਹੀਂ, ਜਦੋਂ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬਿਲਕੁਲ, ਆਮਣ ਨਾ ਵੇ ਜੀਆਂ ਕਾਏ, ਹਨਾ। ਕਹਿੰਦੇ ਜੋਗੀ ਜੁਗਤ ਨਾ ਜਾਣੇ ਹਨ, ਕਿੰਨੇ ਉਜਾੜੇ ਕਾ ਬੰਦ। ਇਹਨਾਂ ਨੇ ਸਮਾਜ ਵਿੱਚ ਉਜਾੜਾ ਪਾਇਆ, ਰਾਈਟ? ਬਿਲਕੁਲ। ਪ੍ਰੋਬਲਮ ਤਾਂ ਇਹਨਾਂ ਦੀ ਹੈ, ਪ੍ਰੋਬਲਮ ਮਨੌਤਾਂ ਦੀ ਥੋੜ੍ਹਾ, ਪ੍ਰੋਬਲਮ ਤਾਂ ਇਹਨਾਂ ਦੀ ਆ। ਹੁਣ ਪੁਜਾਰੀ ਕਿਸੇ ਦਾ ਸਕਾ ਨਹੀਂ ਯਾਰ, ਪੈਰ ਪੈਰ ਤੇ ਸਿਧਾਂਤ ਬਦਲਦਾ ਆ ਰਿਹਾ, ਰਾਈਟ? ਹਾਂਜੀ। ਮਨੌਤਾਂ ਨੂੰ ਵੀ ਬਦਲੂਗਾ।
ਹੁਣ ਕਿਤੇ ਕਹਿ ਦੂਗਾ ਵੀ ਕਿਰਪਾਨ ਸਰੀਰ ਦਾ ਅੰਗ ਆ, ਜਦੋਂ ਬਾਹਰਲਿਆਂ ਦੇਸ਼ਾਂ ਵਿੱਚ ਆਉਣਾ ਪੈਂਦਾ ਉਦੋਂ ਲਾ ਲੂਗਾ, ਵੇ ਉਹਨੂੰ ਲਾ ਲੈਂਦੇ ਆ, ਬਿਲਕੁਲ ਉਦੋਂ ਲਾ ਲੈਂਦੇ ਆ ਹਨਾ, ਆਪਣੇ ਫਾਇਦੇ ਲਈ ਜਿਹੜੀਆਂ ਮਨੌਤਾਂ ਨੂੰ ਬਦਲ ਲਿਆ ਜਾਂਦਾ। ਮਤਲਬ ਗੱਲ ਮਨੌਤਾਂ ਦੀ ਨਹੀਂ, ਮਨੌਤਾਂ ਤਾਂ ਬਦਲਦੀਆਂ ਰਹਿਣਗੀਆਂ, ਗੱਲ ਉਸ ਪੁਜਾਰੀ ਸਟਰਕਚਰ ਦੀ ਆ ਜਿਨ੍ਹਾਂ ਨੇ ਇਹਨਾਂ ਮਨੌਤਾਂ ਦਾ ਪ੍ਰਚਾਰ ਕੀਤਾ, ਉਹਨੂੰ ਟਾਰਗੇਟ ਕਰਨਾ ਸੀ ਇਹਨਾਂ ਲੋਕਾਂ ਨੇ, ਬਿਲਕੁਲ, ਪਰ ਮਨੌਤਾਂ ਨੂੰ ਟਾਰਗੇਟ ਕੀਤਾ। ਦੇਖੋ ਜਿਹੜੀਆਂ ਮਨੌਤਾਂ ਦੀ ਗੱਲ ਤੁਸੀਂ ਕਰਦੇ ਆ ਹਨਾ, ਮਨੌਤਾਂ ਸਮੇਂ ਦੇ ਹਿਸਾਬ ਨਾਲ ਸਿਰਜੀਆਂ ਜਾਂਦੀਆਂ ਨੇ, ਇਨਸਾਨ ਹੀ ਸਿਰਜਦੇ ਨੇ ਉਹਨਾਂ ਨੂੰ। ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਜਿਹੜੀ ਜਦੋਂ ਨੈਕਸਟ ਜਨਰੇਸ਼ਨ ਪੈਦਾ ਹੁੰਦੀ ਹੈ ਨਾ, ਫਿਰ ਜਿਹੜਾ ਜਨਰੇਸ਼ਨ ਗੈਪ ਜਿਹਨੂੰ ਆਪਾਂ ਕਹਿੰਦੇ ਆ, ਉਹ ਉਹਨਾਂ ਮਨੌਤਾਂ ਦਾ ਹੀ ਅੰਤਰ ਹੁੰਦਾ ਹੈ ਕਿਤੇ ਨਾ ਕਿਤੇ, ਕਿਉਂਕਿ ਜਿਹੜੀ ਅੱਗੇ ਜਨਰੇਸ਼ਨ ਆ ਗਈ ਨਾ, ਉਹਦੇ ਲਈ ਉਹ ਮਨੌਤਾਂ ਕੋਈ ਮਾਇਨੇ ਨਹੀਂ ਰਖਾਉਂਦੀਆਂ ਜਿਹੜੀਆਂ ਪਿਛਲੀਆਂ ਸੀਗੀਆਂ। ਫਿਰ ਉਹ ਜਿਹੜੀ ਜਨਰੇਸ਼ਨ ਹੈ ਉਹ ਉਸ ਮਨੌਤ ਦਾ ਵਿਰੋਧ ਕਰਦੀ ਹੈ। ਜਦੋਂ ਉਹ ਵਿਰੋਧ ਕਰਦੀ ਹੈ ਤਾਂ ਉਸ ਵੇਲੇ ਜਿਹੜਾ ਬੰਦਾ ਉਹਨਾਂ ਮਨੌਤਾਂ ਦੇ ਉੱਤੇ ਬੈਠਾ ਹੋਇਆ ਆ, ਜਿਹੜਾ ਬੰਦਾ ਉਹ ਮਨੌਤਾਂ ਆਪਣੇ ਦਿਮਾਗ 'ਚ ਲੈ ਕੇ ਬੈਠਾ ਆ, ਉਹਦੇ ਲਈ ਉਹ ਬੰਦਾ ਜਿਹੜਾ ਆ ਸਭ ਤੋਂ ਵੱਡਾ ਵਿਰੋਧੀ ਹੁੰਦਾ। ਅੱਜ ਇਹ ਜਿਹੜੇ ਜਾਗਰੂਕ ਨੇ ਨਾ, ਆਪਣੀਆਂ ਬਣਾਈਆਂ ਹੋਈਆਂ ਜਿਹੜੀਆਂ ਮਨੌਤਾਂ ਸੀਗੀਆਂ ਉਹਨਾਂ ਦਾ ਭਾਰ ਇਹਨਾਂ ਨੇ ਆਪਣੇ ਦਿਮਾਗ ਤੇ ਇਸ ਤਰੀਕੇ ਨਾਲ ਫਿੱਟ ਕਰ ਲਿਆ ਕਿ ਇਹ ਆਪ ਹੀ ਉਹਨਾਂ ਮਨੌਤਾਂ ਨੂੰ ਲੈ ਕੇ ਉਸੇ ਤਰੀਕੇ ਨਾਲ ਜਿੱਦਾਂ ਕਿਸੇ ਆਂਡੇ ਦੇ ਉੱਤੇ ਪੰਛੀ ਬੈਠਾ ਹੁੰਦਾ, ਇਹ ਬੰਦੇ ਬੈਠੇ ਆ। ਤਾਂ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਦੇ ਨਾਲ ਹੀ ਜਿਹੜਾ ਆ ਉਹ ਅੱਗੇ ਜਿਹੜਾ ਸਾਡਾ ਪੰਥ ਚੱਲੂਗਾ ਹਨਾ। ਤੇ ਜਦੋਂ ਉਸ ਮਨੌਤਾਂ ਤੋਂ ਕੋਈ ਵੱਖਰੀ ਗੱਲ ਕਰਦਾ ਤਾਂ ਉਹ ਬੰਦਾ ਇਹਨਾਂ ਦਾ ਵਿਰੋਧੀ ਹੁੰਦਾ, ਜਿਸ ਤਰੀਕੇ ਨਾਲ ਇਹ ਭਾਈ ਰਣਜੀਤ ਸਿੰਘ ਢੱਡਰੀਆਣਾ ਦਾ ਅੱਜ ਵਿਰੋਧ ਕਰ ਰਿਹਾ, ਜਦ ਕਿ ਹੋਰ ਕਾਰਨ ਨਹੀਂ ਕੋਈ। ਹਾਂਜੀ, ਗੱਲ ਕਹਿ ਰਿਹਾ ਸੀ, ਆਈ ਥਿੰਕ ਜੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਜਾਂਦੇ ਆ, ਉਹਨਾਂ ਮਨੌਤਾਂ ਦਾ ਵੀ ਵਿਰੋਧ ਕਰਦੇ ਆ, ਤੇ ਜੇ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਜਾਂਦੇ ਆ, ਅਸੀਂ ਉਹਦਾ ਵੀ ਵਿਰੋਧ ਕਰਦੇ ਆ ਨਾ। ਹਾਂਜੀ, ਹੁਣ ਭਾਈ ਰਣਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਕਿੱਦਾਂ ਜਾਂਦਾ, ਉਹਨੇ ਸਿਕਿਉਰਿਟੀ ਰੱਖ ਲਈ ਹੈਨਾ, ਸਿਕਿਉਰਿਟੀ ਰੱਖਣਾ ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਹੋ ਗਿਆ, ਸਿਕਿਉਰਿਟੀ ਰੱਖ ਲਈ, ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਹੋਇਆ। ਸੰਸਥਾ ਦਾ ਪ੍ਰਬੰਧ ਕਰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਅਗੇਂਸਟ ਹੋਇਆ ਹਨਾ। ਹਾਂ, ਉਹ ਵੀ ਹੋ ਗਿਆ। ਫਿਰ ਪੰਕਤੀਆਂ ਵੀ ਕੱਢ ਲੈਣਗੇ ਵੀ ਨਹੀਂ ਜੀ ਇਦਾਂ ਗੱਜ 3.5 ਧੋਤੀਆਂ ਹਨਾ, ਵੀ ਇਦਾਂ ਦੀਆਂ ਪੰਕਤੀਆਂ, ਉਹ ਲੋਈਆਂ ਵੀ ਅਗੇਂਸਟ ਹੈ ਪੰਥ ਦੇ। ਤਾਂ ਹੁਣ ਲੋਈ ਲੈ, ਮਤਲਬ ਕਿਸੇ ਦਾ ਵਧੀਆ ਲੱਗਣਾ ਇਦਾਂ ਗਲਤ ਆ ਕਿਤੇ ਨਹੀਂ, ਬਹੁਤ ਗਲਤ, ਇਹਨਾਂ ਦੇ ਪੰਥ ਦੇ ਹਿਸਾਬ ਨਾਲ ਤਾਂ ਬਹੁਤ ਗਲਤ ਹੈ, ਇਹਨਾਂ ਦੇ ਮੁਤਾਬਕ ਹੈ ਨਾ, ਗਲਤ ਆ। ਮਤਲਬ ਜੇ ਹੁਣ ਵਧੀਆ ਲੱਗਣਾ ਚਾਹੁੰਦਾ ਅਗਲਾ, ਤੁਸੀਂ ਵੀ ਪਾ ਲਓ ਹਨਾ ਲੋਈਆਂ, ਤੁਸੀਂ ਵੀ ਖਰੀਦ ਲਓ। ਪ੍ਰੋਬਲਮ ਤਾਂ ਇਹੀ ਆ ਨਾ, ਪਰ ਜਿਹੜਾ ਆਪ ਨਹੀਂ ਕਰ ਸਕਦੇ ਉਹਦਾ ਅਸਲੀਅਤ ਤਾਂ ਵਿਰੋਧ ਤਾਂ ਉਹਦਾ ਹੀ ਹੈ। ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ, ਜਦੋਂ ਗੁਰੂ ਸਾਹਿਬ ਸੀਗੇ, ਤੁਸੀਂ ਕਹਿੰਦੇ ਹੋ ਅਸੀਂ ਗੁਰੂ ਦੀ ਪਰਿਭਾਸ਼ਾ ਲੈ ਕੇ ਚੱਲਦੇ ਹਾਂ, ਗੁਰੂ ਸਾਹਿਬ ਉਦੋਂ ਇਦਾਂ ਦੇ ਕੱਪੜੇ ਥੋੜੀ ਪਾਉਂਦੇ ਸੀ ਜਿੱਦਾਂ ਦੇ ਆਪਾਂ ਪਾ ਕੇ ਬੈਠੇ ਹੋਏ ਹਾਂ ਅੱਜ। ਕੀ ਉਦੋਂ ਇਹ ਫੈਸ਼ਨ ਸੀਗਾ ਹਨਾ? ਨਾਲੇ ਘੋੜਿਆਂ ਤੇ ਜਾਂਦੇ ਸੀ ਹਨਾ। ਜੇ ਉਹ ਚੀਜ਼ਾਂ ਨੂੰ ਲੈ ਕੇ ਚੱਲਣਾ ਆ ਤਾਂ ਫਿਰ ਅੱਜ ਇਹਨਾਂ ਨੂੰ ਵੀ ਉਹ ਜਿਹੜਾ ਭਗਵੇਂ ਕੱਪੜੇ ਪਾਉਣੇ ਪੈਣਗੇ ਹਨਾ, ਘੋੜਿਆਂ ਤੇ ਚੱਲਣਾ ਪਊਗਾ, ਜਹਾਜ਼ਾਂ 'ਚ ਬੈਠਣਾ ਬੰਦ ਕਰਨਾ ਪਊਗਾ ਹਨਾ। ਉਹ ਆਪਣੇ ਹਨਾ ਜਿਹੜਾ ਸਕਰੀਨਾਂ ਲਾ ਕੇ ਬਿਲਕੁਲ ਆਪਣਾ ਟੀਵੀ ਸਟੇਸ਼ਨ ਬਣਾਇਆ ਉਹ ਵੀ ਬੰਦ ਕਰਨਾ ਪਊ, ਕਰਕੇ ਉਦੋਂ ਜਾ ਕੇ ਪ੍ਰਚਾਰ ਕਰਦੇ ਹੁੰਦੇ ਸੀਗੇ ਗਰਾਊਂਡ ਲੈਵਲ ਤੇ। ਇੰਟਰਨੈਸ਼ਨਲ ਵਿਦਵਾਨਾਂ ਨੂੰ ਵੀ ਇਦਾਂ ਕਰ ਨਹੀਂ ਸਕਦੇ ਰੇਡੀਓ ਤੇ ਹੈ। ਬਿਲਕੁਲ ਬਿਲਕੁਲ, ਦੇਖੋ ਸਾਰੇ ਉਹ ਟੈਕਨੋਲੋਜੀ ਦਾ ਚੱਕ ਕੇ ਫਾਇਦਾ ਹਨਾ ਵਿਗਿਆਨ ਵੱਲੋਂ ਬਣਾਈਦਾ, ਤੇ ਪ੍ਰਚਾਰ ਮਨੌਤਾਂ ਦਾ ਹੋ ਰਿਹਾ ਆ। ਜਿਹੜੀਆਂ ਮਨੌਤਾਂ ਜਿਹੜੀਆਂ ਬਾਲਾ ਚਿਰ ਟਿਕਣ ਵਾਲੀਆਂ ਨਹੀਂ, ਪਰ ਵੈਸੇ ਚਲੋ ਇਹਨਾਂ ਨੂੰ ਪਤਾ ਹੀ ਆ ਵੀ ਸਾਡੀਆਂ ਮਨੌਤਾਂ ਬਾਲਾ ਚਿਰ ਟਿਕਣੀਆਂ ਨਹੀਂ ਹਨਾ। ਕਰਕੇ ਮੈਂ ਇਹਦਾ ਪ੍ਰੋਗਰਾਮ ਦੇਖਦਾ ਸੀਗਾ। ਹਾਂਜੀ, ਨਹੀਂ ਪ੍ਰੋਬਲਮ ਇਹ ਆ ਵੀ ਇਹਨਾਂ ਦਾ ਅੰਦਰਲਾ ਕੋਈ ਸਾਥ ਨਹੀਂ ਦੇ ਰਿਹਾ ਇਹਨਾਂ ਨੂੰ। ਹਾਂਜੀ ਹਾਂਜੀ, ਇਹਨਾਂ ਨੂੰ ਪਤਾ ਆ ਵੀ ਜਿਹੜੀਆਂ ਗੱਲਾਂ ਭਾਈ ਰਣਜੀਤ ਸਿੰਘ ਕਰਦੇ ਆ ਉਹ ਬਿਲਕੁਲ ਇਦਾਂ ਹੀ ਆ ਗੁਰੂ ਗ੍ਰੰਥ ਸਾਹਿਬ ਵਿੱਚ। ਜੇ ਸਾਨੂੰ ਪਤਾ ਲੱਗ ਸਕਦਾ ਯਾਰ ਪਾਠ ਕਰਕੇ ਵੀ ਇਦਾਂ ਨਹੀਂ ਵੀ ਕੋਈ ਰੱਬ ਬੈਠਾ, ਕੁਦਰਤ ਨਿਯਮਾਂ ਨੂੰ ਕਿਹਾ ਗਿਆ ਰੱਬ ਹਨਾ। ਹਾਂਜੀ, ਤਾਂ ਜਿਹਨਾਂ ਨੇ ਕੋਰਸ ਕੀਤੇ ਆ, ਜਿਹਨਾਂ ਨੇ 20 ਸਾਲ ਲਾਏ, 40 ਸਾਲ ਲਾਏ ਆ, ਉਹਨਾਂ ਨੂੰ ਪਤਾ ਨਹੀਂ? ਪਤਾ ਹੈ, ਸਾਰਾ ਕੁਝ ਪਤਾ ਹੈ, ਪਤਾ ਆ। ਗੱਲ ਇਹ ਆ ਵੀ ਕਬੀਰ ਮਨ ਜਾਣੇ ਸਭ ਬਾਤ, ਜੰਨਤ ਹੀ ਔਗਣ ਕਰੇ ਹਨਾ। ਬਿਲਕੁਲ, ਮੈਂ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਨਾ, ਗੁਰੂ ਸਾਹਿਬ ਗੱਲ ਕਰਦੇ ਨੇ, ਕਹਿੰਦੇ ਨੇ ਵੀ ਬ੍ਰਾਹਮਣ ਦੇ ਸੰਬੰਧ ਵਿੱਚ ਜਦੋਂ ਗੱਲ ਕਰਦੇ ਨੇ ਨਾ। ਹਾਂਜੀ, ਕਿਉਂਕਿ ਉਸ ਵੇਲੇ ਮੁਸਲਮਾਨ ਹਕੂਮਤ ਟੌਪ ਤੇ ਸੀ ਹਨਾ, ਤੇ ਬ੍ਰਾਹਮਣ ਐਲਕਾਰ ਬ੍ਰਾਹਮਣ ਸੀ ਹਨਾ। ਹਾਂਜੀ, ਉਸ ਵੇਲੇ ਆਸਾ ਕੀ ਵਾਰ ਵਿੱਚ ਲਿਖਿਆ ਵੀ ਗੋ ਬ੍ਰਾਹਮਣ ਗੋ ਕਰ ਲਾਵੋ, ਗੋਬਰ ਕਰਨ ਨਾ ਜਾਏ ਹਨਾ। ਵੀ ਇੱਕ ਪਾਸੇ ਤੂੰ ਹਕੂਮਤ ਨਾਲ ਬੈਠ ਕੇ ਗਾਵਾਂ ਤੇ ਟੈਕਸ ਲਾਉਣਾ ਆ, ਵੀ ਗਾਂ ਨੂੰ ਟੈਕਸ ਲਾਓ, ਦੂਜੇ ਪਾਸੇ ਉਸੇ ਗਾਂ ਦਾ ਗੋਹਾ ਲੈ ਕੇ ਤੂੰ ਚੌਂਕਾ ਦਾ ਪਵਿੱਤਰ ਕਰਦਾ ਆ ਹਨਾ। ਹਾਂਜੀ, ਗੋ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਵੀ ਸਾਰਾ ਕੁਝ ਬ੍ਰਾਹਮਣਾਂ ਵਾਂਗ। ਬਿਲਕੁਲ, ਸਾਡੇ ਪੜ੍ਹੇ ਲਿਖੇ ਵਿਦਵਾਨ ਵੀ ਬਾਬਿਆਂ ਬਾਰੇ ਗੱਲ ਕਰਨਗੇ,
ਮਨੌਤਾਂ ਬਾਰੇ ਗੱਲ ਕਰਨਗੇ ਹਨਾ, ਹਾਂਜੀ ਵੀ ਇਹ ਵੀ ਕਹਿਣਗੇ ਵੀ ਨਹੀਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਨਹੀਂ ਟੇਕਣੇ, ਅਸੀਂ ਪੜ੍ਹਨਾ ਵੀ ਹੈ ਹਨਾ, ਸਾਰਾ ਕੁਝ ਕਹਿਣਗੇ ਰਾਈਟ। ਬਿਲਕੁਲ। ਪਰ ਧਾਨ ਮਲੇਸ਼ਾਂ ਖਾਈ, ਜਦੋਂ ਵਾਰੀ ਆਈ ਹੈ ਵੱਡੇ ਧਿਰ ਦੇ ਪੈਰਾਂ ਵਿੱਚ ਡਿੱਗਣ ਦੀ, ਉਦੋਂ ਝੱਟ ਡਿੱਗ ਪੈਣਗੇ ਹਨਾ। ਬਿਲਕੁਲ, ਉਸ ਵੇਲੇ ਸੱਚਾਈ ਹੈ ਨਹੀਂ ਹਨਾ, ਅੰਤਰ ਪੂਜਾ ਪੜੇ ਕਿਤਾਬਾਂ, ਸਾਰਾ ਕੁਝ ਬਾਹਰੋਂ ਉਹੀ ਬ੍ਰਾਹਮਣਾਂ ਵਾਲਾ, ਸਾਰਾ ਕੁਝ ਸਿੱਖਾਂ ਵਾਲਾ, ਹਾਂਜੀ ਪੜਿਆ ਲਿਖਿਆ ਵਿਦਵਾਨਾਂ ਵਾਲਾ। ਬਿਲਕੁਲ। ਪਰ ਸੰਜਮ ਤੁਰਕਾਂ ਭਾਈ, ਪਰ ਉਹ ਤੁਰਕਾਂ ਨੂੰ ਭਾਈ ਕਹਿੰਦੇ ਸੀ, ਅੱਜ ਸਾਡੇ ਟਕਸਾਲੀਆਂ ਨੂੰ ਭਾਈ ਕਹਿੰਦੇ ਆ, ਜਾਂ ਖੰਡ ਕੀਰਤਨੀ ਵਾਲਿਆਂ ਨੂੰ ਭਾਈ ਕਹਿੰਦੇ ਆ ਨਾ। ਬਿਲਕੁਲ। ਕਹਿੰਦੇ ਛੋਡੀਲੇ ਪਖੰਡਾ ਨਾਮ ਲੈ ਜਾਹੇ ਤਰੰਦਾ ਹਨਾ। ਬਸ ਗੱਲ ਐਂਡ ਤੇ ਇੱਥੇ ਆ ਕੇ ਮੁੱਕ। ਇਹਨਾਂ ਗੱਲਾਂ ਦਾ ਪ੍ਰਚਾਰ ਕਰਨਾ ਦਾ ਫਰਜ਼ ਇਹਨਾਂ ਦਾ ਬਣਦਾ ਸੀ। ਸ਼ੁਰੂਆਤ ਤਾਂ ਇਹਨਾਂ ਨੇ ਇਸੇ ਤਰੀਕੇ ਨਾਲ ਹੋਈ ਸੀਗੀ ਕਿਤੇ ਨਾ ਕਿਤੇ, ਕਿਉਂਕਿ ਉਸ ਵੇਲੇ ਬਾਬੇ ਸੀ ਮੋਹਰੇ ਹਨਾ, ਬਾਬਿਆਂ ਦਾ ਵਿਰੋਧ ਕਰਨਾ ਇਹਨਾਂ ਲਈ ਬਹੁਤ ਸੌਖਾ ਸੀਗਾ, ਕਿਉਂਕਿ ਉਹ ਜਿਹੜੇ ਸੀਗੇ ਉਹ ਹੁਣ ਉਲਟੀ ਦਿਸ਼ਾ ਨੂੰ ਜਿਹੜੇ ਜਾ ਰਹੇ ਆ, ਇਹ ਦੂਜੀ ਦਿਸ਼ਾ ਨੂੰ ਜਾ ਰਹੇ ਸੀਗੇ ਹਨਾ ਜੀ। ਤਾਂ ਇਹ ਤਾਂ ਬਿਲਕੁਲ ਬਹੁਤ ਛੇਤੀ ਉਹਨਾਂ ਨੂੰ ਕ੍ਰਾਸ ਕਰ ਗਏ। ਸਿਆਣਾ ਬੰਦਾ ਸੀਗਾ ਜਿਹੜਾ ਉਹ ਇਹਨਾਂ ਦੀ ਗੱਲ ਨੂੰ ਟੈਕਲ ਕਰਦਾ ਹੁੰਦਾ ਸੀ ਕਿਸੇ ਟਾਈਮ, ਜਿੰਨਾ ਚਿਰ ਭਾਈ ਰਣਜੀਤ ਸਿੰਘ ਜੀ ਇੱਧਰ ਨੂੰ ਨਹੀਂ ਸੀ ਆਏ ਹਨਾ। ਸਿਆਣੇ ਬੰਦੇ ਨੂੰ ਇਹੀ ਲੱਗਦਾ ਸੀ ਭਾਈ ਇਹੀ ਬੰਦੇ ਸਿਆਣੇ ਆ ਜਿਹੜੀ ਗੱਲ ਸਿਆਣੀ ਕਰਦੇ ਆ, ਕਿਉਂਕਿ ਉਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ। ਤੇ ਅਖੀਰਲੀ ਗੱਲ ਜਿਹੜੀ ਹੈ ਉਹ ਇਹਨਾਂ ਦੀ ਲੱਗਦੀ ਹੁੰਦੀ ਸੀ, ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਭੁਲੇਖਾ ਪੈ ਗਿਆ ਵੀ ਖਰੇ ਜਿਹੜਾ ਅਸੀਂ ਆ ਨਾ, ਸਭ ਤੋਂ ਵੱਡੇ ਸ਼ਿਕਾਰੀ ਇਹ ਆਪਣੇ ਆਪ ਨੂੰ ਹੀ ਸਮਝਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ, ਕਿਉਂਕਿ ਨਾਰਮਲ ਬੰਦਾ ਜਿਹੜਾ ਸੀ ਉਹ ਇਹਨਾਂ ਤੇ ਭਰੋਸਾ ਕਰਦਾ ਸੀਗਾ ਹਨਾ। ਜਿਹੜੇ ਤਾਂ ਆਮ ਪਬਲਿਕ ਹੈ, ਜਿਹੜੇ ਬੰਦੇ ਦੁੱਖਾਂ ਦੇ ਮਾਰੇ ਹੋਏ ਆ, ਉਹ ਸਾਧ ਜਿਹੜੇ ਆ ਉਹ ਜਿਹੜੀ ਆਡੀਅנס ਨੂੰ ਕੈਚ ਕਰਦੇ ਆ ਹਨਾ, ਕਿਉਂਕਿ ਉਹਨਾਂ ਦੇ ਲਈ ਜਿਹੜੇ ਦੁੱਖ ਹੈ ਜਿਹੜੇ ਉਹ ਆਉਣੇ ਚਾਹੀਦੇ ਆ ਲੋਕਾਂ ਦੇ ਉੱਤੇ, ਤਾਂ ਹੀ ਲੋਕ ਕਿਸੇ ਨਾ ਕਿਸੇ ਸਾਧ ਕੋ ਜਾਣਗੇ ਹਨਾ। ਸਪੋਰਟ ਚਾਹੀਦੀ ਆ। ਹਾਂਜੀ, ਉਹ ਸਪੋਰਟ ਲਈ ਉਹ ਉਧਰ ਜਾਂਦੇ ਸੀ। ਜਿਹੜੇ ਬੰਦੇ ਸਿਆਣੇ ਸੀ ਉਹ ਇਹਨਾਂ ਅੱਲ ਖੜੇ ਸੀ, ਤੇ ਮਸਲਾ ਪੈ ਗਿਆ ਐਂਡ ਦੇ ਵਿੱਚ ਲਾ ਪਾ ਕੇ ਸਿਰਫ ਢੇਰੀ ਦਾ, ਕਿਉਂਕਿ ਉਹ ਰੱਬ ਨੂੰ ਜਿਹੜਾ ਆ ਸਥਾਪਿਤ ਰੱਖਣਾ ਜਿਹੜਾ ਅੱਜ ਇਹਨਾਂ ਲਈ ਤਾਂ ਹੀ ਜ਼ਰੂਰੀ ਹੈ, ਕਿਉਂਕਿ ਉਹਦੇ ਨਾਂ ਦੇ ਉੱਤੇ ਹੀ ਅੱਜ ਇਹਨਾਂ ਦੀ ਢੇਰੀ ਬਣਦੀ ਹੈ। ਨਹੀਂ ਭਾਜੀ, ਗੱਲ ਇਹ ਆ, ਹੁਣ ਠੀਕ ਆ ਪ੍ਰਚਾਰਕਾਂ ਦੇ, ਅਸੀਂ ਨਹੀਂ ਕਹਿੰਦੇ ਪੈਸੇ ਨਹੀਂ ਬਣਨੇ ਚਾਹੀਦੇ ਉਹਨਾਂ ਨੂੰ ਹਨਾ, ਹਾਂਜੀ, ਪਰ ਕਮ ਸੇ ਕਮ ਗੱਲ ਤਾਂ ਉਹੀ ਕਰੋ ਜਿਹੜੀ ਤੁਸੀਂ ਪਹਿਲੋਂ 12 ਸਾਲ ਪਹਿਲੋਂ ਕਰਦੇ ਸੀ ਨਾ, ਵੀ ਇਦਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਡਾ ਸਿਰ ਲੱਗ ਜੂਗਾ ਜਾਂ ਹਨਾ, ਇਦਾਂ ਦੀਆਂ ਗੱਲਾਂ ਕਰਦੇ ਸੀ ਨਾ। ਹਾਂ, ਇਹੀ ਸੀਗਾ ਬਿਲਕੁਲ। ਨਾਲੇ ਜਦੋਂ ਉਹ ਗੱਲ ਕਰਦੇ ਸੀ ਰਾਈਟ, ਹੁਣ ਉਹਨਾਂ ਕਲਿੱਪਾਂ ਨੂੰ ਅੱਜ ਦੀਆਂ ਕਲਿੱਪਾਂ ਨਾਲ ਕੰਪੇਅਰ ਕਰਕੇ ਦੇਖ ਲਓ, ਦਿਨ ਰਾਤ ਦਾ ਫਰਕ ਤੁਹਾਨੂੰ ਨਜ਼ਰ ਆਵੇਗਾ ਰਾਈਟ। ਮੈਂ ਸੁਣਦਾ ਰਹਿੰਦਾ ਆ, ਅੱਜ ਵਾਲੇ ਵੀ ਸੁਣੇ ਆ, ਪੁਰਾਣੇ ਵੀ ਜਿਹੜੇ ਆ ਸੁਣਦਾ ਰਹਿੰਦਾ ਸੀਗਾ। ਤੁਸੀਂ ਧੁੰਦਾ ਜੀ ਦੀ ਗੱਲ ਕੀਤੀ ਹੈ ਹਨਾ, ਉਹ ਅੱਜ ਮੈਂ ਜਪਜੀ ਸਾਹਿਬ ਦੀ ਵਿਆਖਿਆ ਉਹਨਾਂ ਦੀ ਸੁਣੀ, ਜਦੋਂ ਤੁਹਾਡੀ ਵਿਆਖਿਆ ਚੱਲਦੀ ਸੀ ਤਾਂ ਉਧਰੋਂ ਉਹ ਵੀ ਵਿਆਖਿਆ ਕਰਦੇ ਹੁੰਦੇ ਸੀਗੇ, ਤੇ ਅੱਜ ਜਦੋਂ ਫਿਰ ਮੈਂ ਹਨਾ ਦੋਨੇ ਹੀ ਪੱਖ ਸੁਣ ਕੇ ਕੰਪੈਰੀਜ਼ਨ ਕਰਦਾ ਸੀ ਤਾਂ ਮੈਨੂੰ ਤਰਸ ਆਉਂਦਾ ਸੀਗਾ। ਉਹ ਵਾਹ ਧੁੰਦਾ ਜੀ, ਕਿਤੇ ਆਹ ਹੀ ਸੀਗੇ ਤੁਸੀਂ ਜਿਹੜਾ ਬਸ ਆਹ ਕੰਮ ਫੜ ਲਿਆ ਜਿਹੜਾ ਤੁਸੀਂ ਸੋਚਦੇ ਸੀਗੇ ਕਿ ਅੱਜ ਤੋਂ 15 ਸਾਲ ਪਹਿਲਾਂ ਜਿਹੜੀਆਂ ਗੱਲਾਂ 12 ਸਾਲ ਪਹਿਲਾਂ ਕੀਤੀਆਂ ਅੱਜ ਆਪਣੀਆਂ ਨੂੰ ਹੀ ਕੱਢ ਦਿੱਤਾ ਸਾਰੀਆਂ ਨੂੰ। ਕਿਤੇ ਸਾਡੇ ਕੋਲ ਟਾਈਮ ਹੋਵੇ ਨਾ, ਬੈਠ ਕੇ ਆਪਾਂ ਇਹਦਾ ਕਲਿੱਪ ਚਲਾ ਲਈਏ, ਕੋਈ ਗੱਲ ਨਾ ਕਰੀਏ, ਇੱਕ ਪ੍ਰੋਗਰਾਮ ਦੇ ਵਿੱਚ ਹਨਾ ਦਰਸ਼ਨ ਸਿੰਘ ਦਾ, ਧੁੰਦਾ ਜੀ ਦਾ, ਇਹਨਾਂ ਜਾਗਰੂਕਾਂ ਦੇ ਪੁਰਾਣੇ ਜਿਹੜੇ 10 ਸਾਲ ਪਹਿਲਾਂ ਦੇ ਕਲਿੱਪ ਲੈ ਆਈਏ, ਉਹ ਲਾ ਲਈਏ, ਅੱਜ ਵਾਲੇ ਲਾ ਲਈਏ। ਆਮ ਲੋਕਾਂ ਨੂੰ ਸਾਨੂੰ ਕੋਈ ਗੱਲ ਕਰਕੇ ਦੱਸਣ ਦੀ ਲੋੜ ਹੀ ਨਹੀਂ ਪੈਣੀ, ਸਾਰਾ ਕੁਝ ਆਪਣੇ ਆਪ ਸਾਹਮਣੇ ਆ ਜਾਣਾ। ਸ਼ਾਇਦ ਸਮਾਂ ਹੋਇਆ ਆਪਾਂ ਗਾਹਾਂ ਦੀ ਗਾਹਾਂ ਇਹ ਟਰਾਈ ਕਰਾਂਗੇ, ਜੇ ਆਪਣੇ ਕੋਲ ਤਾਂ ਟਾਈਮ ਹੋਇਆ ਹਨਾ, ਉਹ ਕਲਿੱਪ ਲਿਆ ਕੇ ਲੋਕਾਂ ਨੂੰ ਇਹ ਸੁਣਾਇਆ ਕਰਾਂਗੇ ਇੱਥੇ ਬੈਠ ਕੇ, ਵੀ ਭਾਈ 10 ਸਾਲ ਪਹਿਲਾਂ ਆ ਸੀ ਤੇ ਅੱਜ ਹੁਣ ਆ ਆ, ਤੇ ਫਰਕ ਤੁਸੀਂ ਦੇਖ ਲਓ ਵੀ ਕਿੰਨਾ ਆ ਹੁਣ, ਤੇ ਉਹ ਫਰਕ ਪਿਆ ਕਿਉਂ ਕਰਕੇ ਕੋਈ ਹੋਰ ਜਾਣਾ ਜਿਹੜਾ ਸੀਗਾ ਉਹ ਇਹਨਾਂ ਦੀਆਂ ਅੱਖਾਂ 'ਚ ਰੜਕਣਾ ਸ਼ੁਰੂ ਹੋ ਗਿਆ, ਭਾਈ ਰਣਜੀਤ ਸਿੰਘ ਜੀ ਜਿਹੜੇ ਸੀਗੇ। ਤੇ ਅੱਜ ਸਿਰਫ ਗੱਲ ਮੁੜ ਕੇ ਉੱਥੇ ਆਉਂਦੀ ਹੈ, ਫੋਕਸ ਸਿਰਫ ਵਿਰੋਧ ਕਰਨ ਦਾ ਲੱਗਾ ਹੋਇਆ ਹੈ, ਕਿਉਂਕਿ ਫੋਕਸ ਤਾਂ ਇਹਨਾਂ ਦਾ ਦਿਮਾਗ ਦਾ ਉੱਥੇ ਹੀ ਆ ਨਾ, ਵੀ ਅਸੀਂ ਕਿਸੇ ਤਰੀਕੇ ਨਾਲ ਉਹ ਵਿਰੋਧ ਕਰਨਾ ਹਨਾ। ਪਰਸੋਂ ਕੁ ਜੇ ਮੈਂ ਧੁੰਦਾ ਜੀ ਦੀ ਕਥਾ ਸੁਣਦਾ ਸੀਗਾ ਹਨਾ, ਉਹਨਾਂ ਨੇ ਹੁਣ ਸ਼ੁਰੂ ਕੀਤੀ ਆਸਾ ਦੀ ਵਾਰ ਦੀ ਹਨਾ, ਗੱਲ ਘੁਮਾ ਫਰਾ ਕੇ ਜਾਣੀ ਆਉਣ ਦੀ ਟਰਾਈ ਉੱਥੇ ਹੀ ਕਰਦੀ ਸੀ ਭਾਈ ਰਣਜੀਤ ਸਿੰਘ ਦੇ ਉੱਤੇ ਹਨਾ। ਫੇਰ ਕਿਤੇ ਨਾ ਕਿਤੇ ਘੁਮਾ ਕੇ ਸਾਧ ਜਿਹੜੇ ਆ ਉਹ ਇਦਾਂ ਆ, ਅੱਜ ਇਹਨਾਂ ਨੂੰ ਉਹ ਸਾਧ ਲੱਗਣ ਲੱਗ ਪਿਆ ਹਨਾ। ਭਾਈ ਸਾਹਿਬ ਨੇ ਆਪਣੇ ਕਲਿੱਪ 'ਚ ਬੜਾ ਸੋਹਣਾ ਕਿਹਾ ਸੀ, ਭਾਈ ਉਹੀ ਸਾਧ ਸੀਗਾ, ਜੇ ਕਿਸੇ ਟਾਈਮ ਤੁਸੀਂ ਉਹਦੇ ਕੋਲ ਹੀ ਆਉਂਦੇ ਹੁੰਦੇ ਸੀ, ਉਹੀ ਡੇਰਾ ਸੀ, ਉੱਥੇ ਤੁਸੀਂ ਆਉਂਦੇ ਸੀ, ਅੱਜ ਤੁਹਾਨੂੰ ਉਹ ਡੇਰਾ ਦਿਸਣ ਲੱਗ ਪਿਆ ਹਨਾ। ਜੇ ਕੋਈ ਸੰਸਥਾ ਬਣਾ ਕੇ ਕੰਮ ਕਰਦਾ ਆ ਤਾਂ ਤੁਹਾਨੂੰ ਉਹ ਡੇਰਾ ਲੱਗਦਾ ਹਨਾ। ਆਪਾਂ ਪਿੱਛੇ ਵੀ ਇਹੀ ਗੱਲ ਕੀਤੀ ਸੀ, ਭਾਈ ਜੇ ਉਹ ਡੇਰਾ ਲੱਗਦਾ ਆਪਣੀ ਸੰਸਥਾ ਬਣਾ ਕੇ ਸਾਨੂੰ ਦਿਖਾੜ ਦਿਓ, ਉਹ ਕਿੱਦਾਂ ਦੀ ਹੁੰਦੀ ਹੈ
ਹਨਾ, ਕੋਈ ਨਾ ਕੋਈ ਸਾਡੇ ਮੂਹਰੇ ਮਾਡਲ ਤਾਂ ਰੱਖੋ, ਕੋਈ ਨਾ ਕੋਈ ਰੱਖੋ ਤਾਂ ਸਹੀ ਸਾਡੇ ਮੂਹਰੇ ਕੁਛ, ਜਿਹਦੇ ਨਾਲ ਸਾਨੂੰ ਪਤਾ ਲੱਗੇ ਭਾਈ ਤੁਸੀਂ ਕੋਈ ਪ੍ਰਬੰਧ ਕਰ ਸਕਦੇ ਆ ਕਿਸੇ ਚੀਜ਼ ਦਾ। ਨਾਲੇ ਇਹ ਕਹਿੰਦੇ ਮਨੌਤਾਂ ਨਾਲ ਪ੍ਰੋਬਲਮ ਹੈ ਸਾਡੀ, ਬੰਦਿਆਂ ਨਾਲ ਨਹੀਂ, ਹਨਾ। ਹਾਂਜੀ, ਪਰਮੇਸ਼ਰ ਦੁਆਰ ਜਾ ਕੇ ਤੁਸੀਂ ਇੱਕ ਵੀ ਗੱਲ ਦਿਖਾ ਦਿਓ ਜਿਹੜੀ ਰਹਿਤ ਮਰਿਆਦਾ ਤੋਂ ਉਲਟ ਹੋਵੇ। ਬਿਲਕੁਲ ਹੈ ਨਹੀਂ, ਕੋਈ ਲੱਭਣੀ ਨਹੀਂ। ਆਪਣੇ ਸੰਚਾਰ ਵੀ ਉਦਾਂ ਹੀ ਹੁੰਦਾ, ਪ੍ਰਕਾਸ਼ ਵੀ ਉਦਾਂ ਹੁੰਦਾ, ਸੁਖਾਸਨ ਵੀ ਉਦਾਂ ਹੀ ਹੁੰਦਾ, ਨਿਤਨੇਮ ਵੀ ਉਹੀ, ਹਨਾ। ਹਾਂਜੀ, ਫਿਰ ਕਹਿਣਗੇ ਨਹੀਂ ਜੀ ਇਹਨੂੰ ਪੰਥ ਨਹੀਂ, ਉਹ ਇਦਾਂ ਜਿੱਦਾਂ ਰਹਿੰਦੇ ਆ ਉਹ, ਹਨਾ। ਹਾਂ ਬਸ ਰਹਿ ਗਿਆ ਇਹਨਾਂ ਦੇ ਕੁਛ ਰਹਿਣ ਸਹਿਣ ਦੇ ਉੱਤੇ ਬਸ ਉਹ ਉਟਾਂਕਣ ਕਰਨੇ ਆ, ਉਹ ਇਦਾਂ ਤੋਦੇ ਦੀਆਂ ਵੀਡੀਓ ਬਣਾਉਂਦੇ ਆ, ਹਨਾ। ਮਤਲਬ ਰਾਈਟ ਵੀ ਕਿਹੜੀਆਂ ਹਾਸੋਹੀਣੀਆਂ ਗੱਲਾਂ ਹਨਾ। ਹਾਂਜੀ ਬਿਲਕੁਲ, ਨਹੀਂ ਬਾਕੀ ਫਿਰ ਕਹਿੰਦੇ ਮਨੌਤਾਂ ਨਾਲ ਸਾਡਾ ਵਿਰੋਧ ਹੈ ਵੀ ਆ ਮਨੌਤ ਵੀ ਵਿਰੋਧ ਕਰਨ ਵਾਲੀ ਦੀ। ਫਿਰ ਇਹਦੇ ਚ ਕਿਹੜਾ ਗੁਰਬਾਣੀ ਦੇ ਉਲਟ ਗੱਲਾਂ ਹੋ ਗਈਆਂ ਜਿਹਨਾਂ ਤੁਸੀਂ ਵਿਰੋਧ ਕਰ ਰਹੇ ਹੋ? ਹਨਾ, ਉਹ ਹੱਥ ਫੜ ਕੇ ਚੜ੍ਹਦੇ ਆ ਸਟੇਜ ਤੇ, ਕੋਈ ਹੱਥ ਫੜ ਕੇ ਉਤਰਦੇ ਆ ਸਟੇਜ ਤੇ, ਉਹ ਗੱਡੀਆਂ ਬਹੁਤ ਇਦਾਂ ਦੀਆਂ ਆ, ਉਹ ਲੋਈਆਂ ਲੈਂਦੇ ਆ, ਉਹ ਘੜੀਆਂ ਵਧੀਆ ਲਾਉਂਦੇ ਆ, ਬਸ ਆਹ ਗੱਲਾਂ ਰਹਿ ਗਈਆਂ, ਹਨਾ। ਗੁਰਬਾਣੀ ਦੀ ਨਾਲੇ ਅੰਗਰੇਜ਼ੀ ਵਿੱਚ ਕਹਾਵਤ ਨਹੀਂ ਵੀ ਲੁੱਕ ਗੁੱਡ, ਫੀਲ ਗੁੱਡ, ਸਪੀਕ ਗੁੱਡ। ਹਾਂਜੀ, ਜਿਹੜਾ ਬੰਦਾ ਵਧੀਆ ਲੱਗਦਾ, ਵਧੀਆ ਫੀਲ ਹੁੰਦਾ, ਵਧੀਆ ਗੱਲ ਕਰੂਗਾ ਉਹ। ਬਿਲਕੁਲ। ਜੇ ਇਦਾਂ ਵੀ ਮੈਂ ਇਦਾਂ ਬਹਿ ਗਿਆ ਵੀ ਸੁੱਤਾ ਉੱਠਿਆ ਇੱਥੇ ਬੈਠਾ ਹੋਇਆ, ਹਨਾ, ਗੈਦ ਹੁੰਦੀ ਅੱਖਾਂ ਦੇ ਵਿੱਚ, ਵੀ ਕੱਪੜੇ ਵੀ ਉਦਾਂ ਦੇ ਪਾਏ ਹੁੰਦੇ, ਮਤਲਬ ਗੱਲ ਹੋਣੀ ਸੀ ਮੇਰੇ ਕੋਲ ਇਦਾਂ ਅਸੀਂ ਕਰਦੇ ਆ? ਨਹੀਂ ਹੋਣੀ ਸੀ। ਮੇਰੇ ਦਿਮਾਗ ਵਿੱਚ ਇਹੀ ਹੋਣਾ ਸੀ ਮੈਨੂੰ ਕਿੱਦਾਂ ਦਾ ਲੱਗਦਾ, ਹਨਾ। ਹਾਂਜੀ, ਮਤਲਬ ਜੇ ਕੌਨਫੀਡੈਂਟ ਭਰਨਾ ਚਾਹੁੰਦੇ ਹੋ ਤੁਸੀਂ ਤਾਂ ਸ਼ੁਰੂਆਤ ਤਾਂ ਬਾਹਰੋਂ ਹੁੰਦੀ ਆ। ਬਿਲਕੁਲ। ਫਿਰ ਜਾ ਕੇ ਅੰਦਰ ਬੰਦਾ ਤਾਂ ਹੀ ਜਦੋਂ ਆਪਾਂ ਕਹਿੰਦੇ ਮੱਲ ਅਖਾੜੇ ਲਾਏ ਸੀ ਗੁਰੂ ਸਾਹਿਬ ਨੇ, ਜਾਂ ਲੰਗਰ ਦੀ ਸੰਸਥਾ ਚਲਾਈ ਸੀ, ਜਾਂ ਸਰੋਵਰ ਵੀ ਆਪਾਂ ਕਹਿੰਦੇ ਸਰੋਵਰ ਵੀ ਬਣਾਇਆ, ਹਨਾ। ਹਾਂਜੀ, ਆਹੀ ਸੀ ਵੀ ਜਿਹੜਾ ਬੰਦਾ ਫਰੈਸ਼ ਹੋ ਕੇ ਆਊਗਾ ਸਾਡੇ ਦਰਬਾਰ ਵਿੱਚ, ਤਾਂ ਹੀ ਦਿਮਾਗ ਦੇ ਵਿੱਚ ਉਹਦੀ ਗੱਲ ਫਿੱਟ ਬਹੇਗੀ, ਰਾਈਟ। ਬਿਲਕੁਲ। ਜਿਹੜਾ ਲੰਗਰ ਛਕ ਕੇ ਆਊਗਾ ਸਾਡੇ ਕੋਲ, ਤਾਂ ਹੀ ਅਸੀਂ, ਜੇ ਬੰਦਾ ਸਾਡੀਆਂ ਗੱਲਾਂ ਸੁਣ ਕੇ ਭੁੱਖਾ ਰਹੂ ਫਿਰ ਅਸਰ ਥੋੜਾ ਕਰਨਾ ਦਿਮਾਗ ਵਿੱਚ। ਉਹ ਸੰਪਰਦਾਇ ਪਹਿਲਾਂ ਕਹਿੰਦੇ ਹੁੰਦੇ ਸੀਗੇ, ਜਿੱਦਾਂ ਖਾਸ ਕਰਕੇ ਦਮਦਮੀ ਟਕਸਾਲ ਦੇ ਵਿੱਚ ਜਾਂ, ਹਨਾ, ਉਹ ਕਹਿੰਦੇ ਵੀ ਤੁਸੀਂ ਏਦਾਂ ਵਧੀਆ ਏਦਾਂ ਦਾੜੀ ਨੂੰ ਸਵਾਰ ਕੇ ਨਹੀਂ ਰੱਖਣਾ, ਇਹਦਾ ਵਾਲ ਨਹੀਂ ਵਿੱਚ ਕੀਤੇ ਹੋਣੇ ਚਾਹੀਦੇ, ਹਨਾ। ਜਿਹੜਾ ਬੰਦਾ ਏਦਾਂ ਤਾਬਿਆਂ ਤੇ ਬੈਠਾ ਆ, ਉਹਦੀ ਦਾੜੀ ਏਦਾਂ ਖਿਲਰੀ ਹੋਵੇ ਏਦਾਂ ਸਾਈਡਾਂ ਨੂੰ, ਏਦਾਂ ਪੂਰਾ ਏਦਾਂ ਬਣਿਆ ਹੋਵੇ ਜਿੱਦਾਂ, ਤਾਂ ਉਹ ਏਦਾਂ ਲੱਗਦਾ ਹੋਵੇ ਬਸ ਉਹਨੂੰ ਫਿਰ ਨਾਮ ਰਸੀਆ ਸਿੰਘ ਕਹਿੰਦੇ ਹੁੰਦੇ ਸੀ ਉਹ, ਹਨਾ। ਉਹ ਅਖੰਡ ਕੀਰਤਨੀ ਜਥੇ ਵਾਲਿਆਂ ਨੇ ਵੀ ਥੋੜ੍ਹੀਆਂ ਜਿਹੀਆਂ ਮਨੌਤਾਂ ਏਦਾਂ ਦੀਆਂ ਸੀਗੀਆਂ, ਉਹ ਕਹਿੰਦੇ ਇਹ ਆ ਨਾਮ ਰਤੀ ਰੂਹ, ਕਿਉਂਕਿ ਇਹਨੂੰ ਆਪਣੀ ਪਰਵਾਹੀ ਨਹੀਂ, ਕੋਈ ਨਹਾਉਂਦਾ ਨਹੀਂ ਇਹ, ਹਾਂ। ਇਹ ਦੇਖੋ ਜੀ, ਇਹ ਸਾਰਾ ਦਿਨ ਜਾਪ ਪਾਣੀ ਬਾਣੀ ਪੜ੍ਹੀ ਜਾਂਦਾ, ਬਸ ਬਾਣੀ ਪੜ੍ਹੀ ਜਾਂਦਾ ਇਹ। ਅੱਜ ਉਹ ਬੰਦੇ ਜਾਗਰੂਕਾਂ ਨੂੰ ਚਾਹੀਦੇ ਆ ਕਿ ਉਹ ਜਿਹੜੇ ਆ ਉਹ ਇਹਨਾਂ ਦੇ ਲਈ ਬਿਲਕੁਲ ਸਹੀ ਢੁਕਦੇ ਆ ਅੱਜ। ਨਹੀਂ, ਉਹਨਾਂ ਦੀ ਵਾਰੀ ਕਹਿਣਾ ਸੀ ਵੀ ਇਹ ਨਹਾਉਂਦੇ ਨਹੀਂ ਬਾਬੇ। ਹਾਂਜੀ, ਉਹਨਾਂ ਦੇ ਵਿੱਚ ਕਹਿਣਾ ਸੀ ਵੀ ਉਹ ਚੱਜ ਨਾਲ ਦਸਤਾਰ ਨਹੀਂ ਬੰਨ ਕੇ ਆਉਂਦੇ, ਕੱਪੜੇ ਹੀ ਵਧੀਆ ਪਾ ਕੇ ਰੱਖਦੇ, ਵੀ ਇਹਦਾ ਖਿਲ ਰਿਹਾ ਹੁੰਦਾ ਸਾਰਾ ਕੁਝ, ਉਹਦਾ ਵੀ ਵਧੀਆ ਨਹੀਂ ਲੱਗਦੇ, ਹਨਾ। ਹਾਂਜੀ, ਜਦੋਂ ਕੋਈ ਏਦਾਂ ਵਧੀਆ ਲੱਗਣਾ ਚਾਹੁੰਦਾ ਆ, ਉਹਦਾ ਵੀ ਵਿਰੋਧ ਹੋ ਰਿਹਾ। ਉਹ ਕਹਿੰਦੇ ਵਧੀਆ ਕਾਹਤੋਂ ਲੱਗਦਾ, ਵਧੀਆ ਕਾਹਤੋਂ ਲੱਗਦਾ, ਉਹ ਖਾਂਦੇ ਦੀ ਦਾੜੀ ਹਿਲਦੀ ਆ, ਉਹੀ ਗੱਲ ਆ। ਦਾੜੀ ਹਿਲਦੀ ਆ, ਜਿੱਦਾਂ ਅਸੀਂ ਚੱਲਦੇ ਆ ਉਦਾਂ ਤੁਸੀਂ ਵੀ ਚੱਲੋ, ਰਾਈਟ। ਬਿਲਕੁਲ, ਕਿਉਂਕਿ ਗੱਲ ਨਿਬੜਦੀ ਆ, ਧੁਰਾ ਇਹ ਆ ਨਾ, ਫਿਰ ਅਸਲ 'ਚ ਫਿਰ ਮੁੜ ਕੇ ਉਹੀ ਗੱਲ ਉੱਥੇ ਆ ਜਾਂਦੀ ਆ ਵੀ ਮਤਲਬ ਪੰਥ ਦਾ ਜਿਹੜਾ ਧੁਰਾ ਆ, ਪੰਥ ਇਹਨਾਂ ਦੇ ਆਲੇ ਦੁਆਲੇ ਘੁੰਮਦਾ, ਕਚਹਿਰੀ ਪੰਥ ਦੀ ਲੱਗਦੀ ਆ ਇੰਗਲੈਂਡ 'ਚ ਕਹਿੰਦੇ। ਬਿਲਕੁਲ, ਪੰਥ ਦੀ ਕਚਹਿਰੀ ਆ। ਉਹ ਪ੍ਰੋਗਰਾਮ ਸ਼ੁਰੂ ਕੀਤਾ, ਖਰੇ ਕੱਲ ਦਾ ਪ੍ਰੋਗਰਾਮ ਸੀਗਾ ਨਾ ਪ੍ਰਭਦੀਪ ਨੇ, ਤੇ ਮਿਸ਼ਨ ਸਟੇਟਮੈਂਟ ਤਾਂ ਇਹ ਸੁਣਾਉਂਦਾ ਹੁੰਦਾ ਪਹਿਲਾਂ, ਪੈ ਕਾਹੂ ਕੋ ਦੇਤਨਾ ਨੈ ਪੈ ਮਾਨ ਤਾਨ, ਹਨਾ। ਉਸ ਤੋਂ ਬਾਅਦ ਕਹਿੰਦਾ ਸਾਡੀ ਜਿਹੜੀ ਆ ਫਿਰ ਇਹ ਕਹਿੰਦਾ ਹੁੰਦਾ ਏਕਾ ਬਾਣੀ ਏਕ ਗੁਰ ਏਕੋ ਸ਼ਬਦ ਵਿਚਾਰ। ਉਹ ਗੱਲ ਕਰਦਾ ਕਰਦੇ ਨੂੰ ਇਹਨੂੰ ਚੇਤਾ ਆ ਗਿਆ, ਹਨਾ। ਸ਼ੁਰੂਆਤ ਜਦੋਂ ਇਹਦੀ ਹੋਈ, ਇਹਨੂੰ ਯਾਦ ਆ ਗਿਆ ਕਿ ਮੈਂ ਇਹ ਸਟੇਟਮੈਂਟ ਤਾਂ ਦੇਤੀ, ਪਿੱਛੇ ਲਿਖਿਆ ਹੋਇਆ ਨਾ ਸਕਰੀਨ ਜਿਹੜਾ ਪਿੱਛੇ ਪੋਸਟਰ ਹੁੰਦਾ, ਪਰ ਇਹਨੂੰ ਯਾਦ ਆ ਗਿਆ ਵੀ ਕਿਤੇ ਨਾ ਉੱਥੇ ਦੂਸਰੇ ਨੇ ਰਣਜੋਧ ਸਿੰਘ ਨੇ ਦਸਮ ਗ੍ਰੰਥ ਦੇ ਵਿੱਚੋਂ ਜਫਰਨਾਮੇ ਦੀਆਂ ਪੰਕਤੀਆਂ ਸੁਣਾਈਆਂ ਸੀ, ਤਾਂ ਪ੍ਰਭਦੀਪ ਕਹਿੰਦਾ ਸੀ ਵਾਹ ਵਾਹ ਕਿਆ ਬਾਤ ਹੈ, ਵੀ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਕਹਿੰਦੇ ਆ, ਤੇ ਉਹਦੇ 'ਚ ਜਫਰਨਾਮੇ ਦਾ ਸ਼ੇਰ ਸੁਣਾ ਕੇ, ਤਾਂ ਉਹ ਕਹਿੰਦੇ ਵੀ ਜੇ ਤੂੰ ਅੱਜ ਵੀ, ਹਨਾ, ਅੱਜ ਮੈਂ ਤਾਂ ਮੈਂ ਤੇਰਾ ਪਾਰ ਉਤਾਰਾ ਕਰਨ ਨੂੰ ਤਿਆਰ ਹੈ, ਜਾਣੀ ਇਸ ਤਰੀਕੇ ਨਾਲ ਉਹਨੇ ਗੱਲ ਕੀਤੀ, ਹਨਾ। ਤਾਂ ਇਹ ਕਹਿੰਦਾ ਵਾਹ ਕਿਆ ਬਾਤ ਹੈ, ਇਹਨੂੰ ਚੇਤਾ ਆ ਗਿਆ ਫਿਰ, ਕਿਉਂਕਿ ਉਹ ਪੋਸਟਾਂ ਪੈ ਗਈਆਂ ਸੀ ਸਾਰੇ ਪਾਸੇ, ਹਨਾ, ਵੀ ਏਕਾ ਬਾਣੀ ਏਕ ਗੁਰ ਏਕੋ ਸ਼ਬਦ ਵਿਚਾਰ ਵਾਲਾ ਸਿਧਾਂਤ ਜਿਹੜਾ ਸੀਗਾ ਉਹ ਤਾਂ ਅਸੀਂ ਕੰਡਮ ਕਰ ਦਿੱਤਾ ਭਾਈ ਰਣਜੀਤ ਸਿੰਘ ਦੇ ਵਿਰੋਧ 'ਚ। ਫਿਰ ਉਹ ਗੱਲ ਦਾ ਟੋਕਰਾ ਜਿਹੜਾ ਸੀਗਾ ਉਹ ਫਿਰ ਉਹਦੇ ਸਿਰ ਤੇ ਪਾਇਆ
ਕਹਿੰਦਾ Yeah. ਸਾਡੀ ਸਟੇਟਮੈਂਟ ਇਹੀ ਹੈ ਜੀ, ਅਸੀਂ ਸਾਡਾ ਸਿਧਾਂਤ ਇਹੀ ਹੈ, ਇਸੇ ਸਿਧਾਂਤ ਤੇ ਖੜੇ ਹਾਂ ਅਸੀਂ। ਹੋਰ ਕੋਈ Yeah. ਕਹਿੰਦਾ ਆ ਕੇ ਭਾਵੇਂ ਆਪਣਾ ਜਿਹੜਾ ਸਿਧਾਂਤ ਆ ਉਹ ਵੱਖਰੀ ਗੱਲ ਕਰ ਜਵੇ, ਪਰ ਸਾਡਾ ਨਹੀਂ ਟੁੱਟਦਾ। ਆਪਾਂ ਇੱਥੇ ਗੱਲ ਕਰਦੇ ਹਾਂ ਅੱਜ, ਮੰਨ ਲਓ ਆ ਨਾ, ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਹਨਾ, ਮੈਂ ਕਿਸੇ ਹੋਰ ਨਾਲ ਵੀ ਪ੍ਰੋਗਰਾਮ ਕਰਦਾ, ਜਿਹੜਾ ਮੇਰੇ ਸਿਧਾਂਤ ਦੇ ਉਲਟ ਹੋਊਗਾ ਮੈਂ ਉਹਨੂੰ ਕਿਉਂ ਲੈ ਕੇ ਆਊਂਗਾ? ਪਹਿਲੀ ਗੱਲ ਤਾਂ ਇਹ ਹੈ। ਸਾਰੀ ਉਮਰ ਇਹਨਾਂ ਬੰਦਿਆਂ ਦੀ ਲੰਘ ਗਈ ਦਸਮ ਗ੍ਰੰਥ ਦਾ ਵਿਰੋਧ ਕਰਦਿਆਂ ਦੀ। ਦਰਸ਼ਨ ਸਿੰਘ ਨੇ ਪਹਿਲਾਂ ਤਾਂ ਵਿਰੋਧ ਕੀਤਾ ਨਹੀਂ, ਜਿੰਨਾ ਚਿਰ ਜਥੇਦਾਰ ਬਣਿਆ ਰਿਹਾ, ਜਿੰਨਾ ਚਿਰ ਇਹਨੂੰ ਸੱਤਾ ਦਾ ਜਿੰਨਾ ਚਿਰ ਨਿੱਘ ਮਾਣਿਆ ਹਨਾ, ਉਹਨਾਂ ਚਿਰ ਕੋਈ ਵਿਰੋਧ ਨਹੀਂ ਆਇਆ। ਜਦੋਂ ਅਗਲੇ ਨੇ ਠੁੱਡ ਮਾਰ ਕੇ ਪਾਸੇ ਕਰ ਦਿੱਤਾ, ਇਹਨੂੰ ਦਸਮ ਗ੍ਰੰਥ ਚੇਤੇ ਆ ਗਿਆ ਹਨਾ। ਉਸ ਤੋਂ ਬਾਅਦ ਇਹਨਾਂ ਨੇ ਸਭ ਤੋਂ ਵੱਧ ਭੰਡਿਆ ਜਫਰਨਾਮਾ, ਜਿਹੜਾ ਗੁਰੂ ਗੋਬਿੰਦ ਸਿੰਘ ਦਾ ਹੈ ਨਹੀਂ। ਇਹਨਾਂ ਨੇ ਸਾਰਿਆਂ ਨੂੰ ਇਹ ਗੱਲ ਦੱਸੀ, ਸ਼ੇਖ ਸਾਦੀ ਦੇ ਕਹਿੰਦੇ ਸ਼ੇਰ ਆ ਇਹ ਹਨਾ। ਉਹੀ ਸ਼ੇਰ ਜਦੋਂ ਸੁਣਾਇਆ ਤਾਂ ਕਹਿੰਦਾ ਵਾਹ ਵਾਹ ਕੀ ਬਾਤ ਹੈ। ਤੇ ਕਮ ਸੇ ਕਮ ਤੁਸੀਂ ਇੱਕ ਥਾਂ ਤੇ ਤਾਂ ਖੜ ਜਾਓ ਕਮਲਿਓ, ਕਿ ਕਿਹਨੂੰ ਪਾਗਲ ਬਣਾਉਂਦੇ ਆ। ਅੱਜ ਕਿਤੇ ਉਹ ਜ਼ਮਾਨਾ ਰਹਿ ਗਿਆ ਜਿਹੜਾ ਤੁਸੀਂ ਸੋਚਦੇ ਸੀਗੇ। ਇੰਟਰਨੈਟ ਦਾ ਯੁੱਗ ਆ, ਸਾਰੇ ਪਾਸੇ ਗੱਲਾਂ ਚਲੇ ਜਾਂਦੀਆਂ। ਉਹ ਕਹਾਵਤ ਨਹੀਂ, the enemy of my enemy is my friend। ਬਸ ਇਹੀ ਆ ਵੀ ਮੇਰੇ ਵੈਰੀ ਦਾ ਵੈਰੀ ਮੇਰਾ ਦੋਸਤ ਆ, ਰਾਈਟ। ਭਾਵੇਂ ਅਸੀਂ ਵੀ ਆਪਸ ਦੇ ਵਿੱਚ ਨਾ ਇਕੱਠੇ ਹੋਈਏ ਹਨਾ। ਇਹ ਸਭ ਤੋਂ ਵੱਧ ਰੌਲਾ ਪਾਉਂਦੇ ਹੁੰਦੇ ਸੀ ਪੜ੍ਹੇ ਲਿਖੇ ਵਿਦਵਾਨ ਵੀ, ਜਦੋਂ ਸਾਡੀ ਵਿਰੋਧ ਕਰਨ ਦੀ ਵਾਰੀ ਆਉਂਦੀ ਹੈ ਉਦੋਂ ਅਖੰਡ ਕੀਰਤਨ ਜਥੇ ਵਾਲੇ ਜਿਹੜੇ ਰਾਗਮਾਲਾ ਨੂੰ ਨਹੀਂ ਮੰਨਦੇ, ਹਾਂਜੀ, ਟਕਸਾਲ ਵਾਲੇ ਰਾਗਮਾਲਾ ਨੂੰ ਮੰਨਦੇ ਆ, ਠੀਕ ਹੈ। ਹਾਂ ਬਿਲਕੁਲ। ਬਹੁਤ ਸਾਰੀਆਂ ਸੰਪਰਦਾਈਆਂ ਜਿਹੜੀਆਂ ਰਾਗਮਾਲਾ ਨੂੰ ਮੰਨਦੀਆਂ, ਕਹਿੰਦੇ ਸਾਰੇ ਸਾਡੀ ਵਾਰੀ ਇਕੱਠੇ ਹੋ ਜਾਂਦੇ ਆ ਹਨਾ। ਉਦੋਂ ਉਹ ਦਲੀਲਾਂ ਦਿੰਦੇ ਹੁੰਦੇ ਸੀ ਇਦਾਂ ਦੀਆਂ ਪੜ੍ਹੇ ਲਿਖੇ ਵਿਦਵਾਨ। ਹਾਂਜੀ। ਤੇ ਅੱਜ ਜਦੋਂ ਉਹੀ ਲੋਕ ਜਿਹੜੇ ਇਦਾਂ ਦਾ ਪ੍ਰਚਾਰ ਕਰਦੇ ਸੀ, ਜਦੋਂ ਉਹੀ ਲੋਕ ਸੰਪਰਦਾਈਆਂ ਦੇ ਨਾਲ ਖੜ ਗਏ, ਹਾਂਜੀ, ਅਸੀਂ ਕੀ ਕਹੀਏ ਹੁਣ ਅਸੀਂ ਵੀ ਉਹੀ, ਸਾਡੇ ਲਈ ਵੀ ਤਾਂ ਉਹੀ ਗੱਲ ਉੱਥੇ ਆਉਂਦੀ ਹੈ। ਉਹੀ ਹੈ ਜਿਨ੍ਹਾਂ ਦਾ ਵਿਰੋਧ ਸੀ, ਸਾਡੀ ਵਾਰੀ ਇਕੱਠੇ ਹੋ ਗਏ ਸਾਰੇ। ਅੱਜ ਜਿਹੜੇ ਇਹਨਾਂ ਦੇ ਵਿੱਚੋਂ ਟੁੱਟੇ ਹੋਏ ਆ, ਦੇਖੋ ਪੰਥਪ੍ਰੀਤ ਸਿੰਘ ਦਾ ਕੋਈ ਜਿਹੜੀ ਪੰਥਪ੍ਰੀਤ ਦੀਆਂ ਮਨੌਤਾਂ ਜਿਹੜੀਆਂ ਨੇ ਹਨਾ, ਉਹ ਮਿਲਦੀਆਂ ਨਹੀਂ ਪ੍ਰਭਦੀਪ ਸਿੰਘ ਹੋਣਾ ਨਾਲ, ਦਰਸ਼ਨ ਸਿੰਘ ਹੋਣਾ ਨਾਲ ਹਨਾ। ਧੁੰਦਾ ਜੀ ਦਾ ਇਹ ਵਿਰੋਧ ਕਰਦੇ ਰਹੇ ਪਹਿਲਾਂ ਸ਼ਰੇਆਮ, ਜਦੋਂ ਧੁੰਦਾ ਜੀ ਉੱਥੇ ਗਏ ਸੀ ਅਕਾਲ ਤਖਤ ਸਾਹਿਬ, ਉਦੋਂ ਸ਼ਰੇਆਮ ਜਿਹੜਾ ਸੀਗਾ ਇਹਨਾਂ ਨੇ ਵਿਰੋਧ ਕੀਤਾ। ਅੱਜ ਪੰਥਪ੍ਰੀਤ ਸਿੰਘ ਦੇ ਨਾਲ ਲੱਗਦੇ ਪ੍ਰਚਾਰਕ ਹਨਾ, ਜਿਨ੍ਹਾਂ 'ਚ ਉਹ ਬੀਬੀ ਵੀ ਹੈ ਹਨਾ, ਉਹ ਵੀ ਅੱਜ ਇਹਦੇ ਰੇਡੀਓ ਦੇ ਉੱਤੇ, ਇਹਦੇ ਟੀਵੀ ਦੇ ਉੱਤੇ, ਪੰਥਪ੍ਰੀਤ ਸਿੰਘ ਵੀ ਇਹਦੇ ਟੀਵੀ ਦੇ ਉੱਤੇ ਹਨਾ। ਉਹ ਸਾਰੇ ਬੰਦੇ ਇੱਕ ਥਾਂ ਇਕੱਠੇ ਹੋ ਗਏ। ਕਾਹਦੇ ਲਈ? ਭਾਈ ਰਣਜੀਤ ਸਿੰਘ ਢੱਡਰੀਆਂ ਨੂੰ ਢਾਉਣ ਲਈ। ਪਰ ਯਾਰ ਕਿਤੇ ਨਾ ਕਿਤੇ ਸਾਡਾ ਤਾਂ ਉਹਦਾ ਸੀਨਾ ਏਦਾਂ ਪੂਰਾ ਚੌੜਾ ਹੋ ਜਾਂਦਾ ਵੀ, ਉੱਦਾਂ ਤਾਂ ਕਹਿੰਦੇ ਆ ਕਿ ਹਨਾ ਸਾਡੇ ਭਾਈ ਸਾਹਿਬ ਜਿਹੜੇ ਆ ਉਹ ਕੱਦ ਦੇ ਬਹੁਤ ਛੋਟੇ ਆ, ਪਰ ਆਪਣੇ ਆਪ ਨੂੰ ਗਿੱਦੜ ਭਵਕੀਆਂ ਜਿਹੜੇ ਬਹੁਤ ਮਾਰਦੇ ਆ, ਜਿੱਦਾਂ ਕਹਿੰਦੇ ਲੈ ਅਸੀਂ ਤਾਂ ਇਦਾਂ ਕਰ ਦਈਦਾ ਹੁੰਦਾ। ਰਣਜੋਤ ਸਿੰਘ ਕਹਿੰਦਾ ਮੈਂ ਤਾਂ ਬਹੁਤ ਖਾੜਕੂਆਂ ਦੇ ਵਿੱਚ ਰਹਿੰਦਾ ਰਿਹਾ ਪਹਿਲੀਆਂ 'ਚ। ਪਰ ਯਾਰ ਸੋਚਣ ਵਾਲੀ ਗੱਲ ਹੈ ਵੀ ਤੁਸੀਂ ਇੱਕ ਬੰਦੇ ਨੂੰ ਢਾਉਣ ਲਈ ਜਾਣੀ ਸਾਰੇ ਇਕੱਠੇ ਹੋ ਗਏ ਇੱਕ ਥਾਂ ਤੇ, ਕਮਾਲ ਹੋ ਗਈ ਨਹੀਂ ਗੱਲ ਵਾਲੀ। ਤੇ ਜਿੱਦਾਂ ਕਹਿੰਦੇ ਨਹੀਂ ਸੀ ਤੁਹਾਡਾ ਵਾ ਹੁਣ ਵੱਖਰੇ ਬਾਬੇ ਨਾਲ ਪਿਆ ਆ ਹਨਾ, ਬਾਬੇ ਨਾਲ ਪਿਆ ਹੁਣ ਭਾਈ ਸਾਹਿਬ ਕਹਿੰਦੇ ਤੁਹਾਡਾ ਵਾ, ਅੱਗੇ ਤੁਹਾਡਾ ਦੂਜਿਆਂ ਨਾਲ ਪੈਂਦਾ ਸੀ। ਨਹੀਂ ਯਾਰ ਜੇ ਇਦਾਂ ਵਿਰੋਧ ਕਰਨਾ ਇਹਨਾਂ ਨੇ ਵੀ ਬਾਬਿਆਂ ਤੋਂ ਭਾਈ ਖਾਣ ਲੱਗ ਪਿਆ ਹਨਾ। ਹਾਂਜੀ, ਮਤਲਬ ਕਿ ਬਾਬਾ ਖਾਉਂਦਾ, ਮਤਲਬ ਜਦੋਂ ਬਾਬਾ ਖਾਉਂਦਾ ਸੀ ਉਦੋਂ ਠੀਕ ਸੀ, ਉਦੋਂ ਸੌਖਾ ਸੀ ਨਾ ਇਹਨਾਂ ਲਈ ਵਿਰੋਧ ਕਰਨਾ। ਫਿਰ ਕਹਿੰਦੇ ਨਹੀਂ ਜੀ ਭਾਈ ਕਹੋ ਹਨਾ। ਹੁਣ ਭਾਈ ਜਦੋਂ ਕਹਿਣ ਲੱਗ ਪਏ, ਹੁਣ ਨਹੀਂ ਉਹ ਭਾਈ ਵੀ ਗਲਤ ਹੋ ਗਿਆ, ਹੁਣ ਭਾਈ ਦਾ ਉਹ ਕਹਿੰਦੇ ਬਾਬਾ ਜੀ। ਜਦੋਂ ਭਾਈ ਰਣਜੀਤ ਸਿੰਘ ਉਹ ਲਿਖਦੇ ਵੀ ਆਰਟੀਕਲ ਹਨਾ, ਹਾਂਜੀ, ਆਉਂਦੇ ਹਨਾ ਆਪਣੇ ਪਰਮੇਸ਼ਰਦਾਰ ਡੇਲੀ ਅਪਡੇਟ ਤੇ ਪਾ ਰਹੇ ਆ, ਹਾਂਜੀ ਆਰਟੀਕਲ ਪਾ ਰਹੇ ਆ। ਉਹ ਜਦੋਂ ਲਿਖਦੇ ਆ, ਹੁਣ ਜਦੋਂ ਆਮ ਬੰਦਾ ਲਿਖਦਾ ਉਹ ਆਪਦਾ ਨਾਂ ਏਦਾਂ, ਜੇ ਮੈਂ ਲਿਖਣਾ ਹੋਵੇ ਮੈਂ ਲਿਖਣਾ ਭਾਈ ਸਰਜਣ ਸਿੰਘ ਹਨਾ, ਹਾਂਜੀ, ਉਹ ਇਹ ਵੀ ਲਿਖਦੇ ਹੋ ਕਹਿੰਦੇ ਵੀ ਰਣਜੀਤ ਸਿੰਘ ਢੱਡਰੀਆਂ। ਬਿਲਕੁਲ, ਰਣਜੀਤ ਸਿੰਘ ਢੱਡਰੀਆਂ ਲਿਖਦੇ ਆ, ਭਾਈ ਵੀ ਕਿਤੇ ਹਨਾ, ਭਾਈ ਵੀ ਨਹੀਂ ਲਿਖਦੇ ਉਹ ਸਾਹਮਣੇ ਹੁਣ। ਹਾਂਜੀ, ਇਹਨਾਂ ਨੇ ਇਹ ਵੀ ਕਹਿਣ ਲੱਗ ਪੈਣਾ ਨਹੀਂ ਇਹਦਾ ਵਧੀਆ ਨਹੀਂ ਲੱਗਦਾ ਨਾਮ ਲੈਂਦਾ, ਵਧੀਆ ਨਹੀਂ ਲੱਗਦਾ, ਭਾਈ ਲੱਗਣਾ ਚਾਹੀਦਾ ਜਾਂ ਕੁਝ ਲਿਖਣਾ ਚਾਹੀਦਾ ਨਾ ਮੇਰੀ। ਇਹਨੇ ਹੁਣ ਕਹਿਣਾ ਲੈ ਹੁਣ ਭਾਈ ਵੀ ਨਹੀਂ ਲਾਉਂਦਾ, ਭਾਈ ਵੀ ਨਹੀਂ ਲਾਉਂਦਾ, ਹੁਣ ਜ਼ਿਆਦਾ ਹੋ ਗਿਆ ਹੈ ਨਾ। ਆਵੇ ਹੁਣ ਅਸੀਂ ਕੀ ਕਰੀਏ, ਹੁਣ ਤਾਂ ਭਾਈ ਵੀ ਲਾਉਣੋਂ ਹਟ ਗਿਆ ਯਾਰ, ਕਮਾਲ ਕਰੀ ਜਾਂਦੇ ਤੁਸੀਂ। ਭਾਈ ਵੀ ਲਾਉਣੋਂ ਹਾਂ, ਤੁਸੀਂ ਸੰਤ ਲਾਉਂਦੇ ਸੀ ਸਾਡੇ ਲਈ ਸੌਖਾ ਸੀ ਵਿਰੋਧ ਕਰਨਾ ਹਨਾ, ਤੁਸੀਂ ਬਾਬੇ ਲਾਉਂਦੇ ਸੀ ਸਾਡੇ ਲਈ ਬੜਾ ਸੌਖਾ ਸੀਗਾ, ਫਿਰ ਤੁਸੀਂ ਸੰਤ ਲਾਉਂਦੇ ਸੀ, ਹੁਣ ਤੁਸੀਂ ਭਾਈ ਲਾਉਣ ਲੱਗ ਪਏ। ਹੁਣ ਅਸੀਂ ਕਿਹਾ ਵੀ ਭਾਈ ਵੀ ਨਹੀਂ ਗਾ, ਵੀ ਇਹ ਤਾਂ ਬਾਬਾ ਹੀ ਆ। ਅੱਜ ਤੁਸੀਂ
ਨਾਲੇ 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 ਭਾਜੀ ਜਦੋਂ ਲਹਿਣਾ ਜੀ ਆ ਗਏ ਇੱਕ ਵਾਰੀ, ਹਾਂਜੀ ਹਨਾ, ਕਿ ਗੁਰੂ ਸਾਹਿਬ ਨੇ ਜਾਂ ਆਲੇ ਦੁਆਲਿਆਂ ਦੇ ਲੋਕਾਂ ਨੇ, ਇਹ ਸ੍ਰੀ ਚੰਦ ਨੇ ਜ਼ਰੂਰ ਕਿਹਾ ਹੋਣਾ, ਬਿਲਕੁਲ ਸ੍ਰੀ ਚੰਦ ਨੇ ਕਿਹਾ ਹੋਣਾ ਵੀ ਬਾਪੂ ਜੀ ਇਹ ਤਾਂ ਪਹਿਲੋਂ ਦੇਵੀ ਦੇ ਨੱਚਦਾ ਹੁੰਦਾ ਸੀ ਜਾ ਕੇ, ਹਾਂਜੀ ਜਾਂ ਲక్ష్ਮੀ ਦਾਸ ਨੇ ਕਿਹਾ ਹੋਣਾ ਇਹ ਤਾਂ ਭਗਤ ਹੁੰਦਾ ਸੀ ਪਹਿਲੋਂ, ਰਾਈਟ। ਬਿਲਕੁਲ। ਪਰ ਜਿਹੜੇ ਪਛਾਣਦੇ ਸੀ ਗੁਰੂ ਨਾਨਕ ਪਾਤਸ਼ਾਹ ਵਰਗੇ, ਉਹਨਾਂ ਨੇ ਕਿਹਾ ਨਹੀਂ ਯਾਰ ਲਹਿਣਾ ਆ ਗਿਆ ਇੱਕ ਵਾਰੀ, ਉਹਨੇ ਛੱਡਤਾ, ਬਸ ਆਹੀ ਚਾਹੀਦਾ ਮੈਨੂੰ, ਹਨਾ। ਇਹਦੀ ਭਾਲ ਸੀ, ਇਹ ਪੂਰੀ ਹੋ ਗਈ। ਉਹ ਆ ਸ੍ਰੀ ਚੰਦ ਦੇ ਲਾਈਨ ਦੇ ਵਿੱਚ ਖੜੇ ਹੋ ਗਏ, ਮਿਹਣੇ ਮਾਰਨ ਜੋਗੇ, ਬਸ ਬਿਲਕੁਲ ਸਾਰੇ। ਮਤਲਬ ਉਹੀ ਕਹਿੰਦਾ ਹੋਣਾ ਵੀ ਯਾਰ ਗੱਦੀ ਮੈਨੂੰ ਦੇਣੀ ਦਵੋ ਤੁਸੀਂ, ਗੱਦੀ ਲੈਣ ਵਾਸਤੇ ਇਹੀ ਕਹਿੰਦਾ ਹੋਣਾ, ਨਹੀਂ ਬਾਪੂ ਜੀ ਇਹ ਤਾਂ ਪਹਿਲਾਂ ਨੱਚਦਾ ਹੁੰਦਾ ਸੀ ਦੇਵੀ ਤੇ, ਇਹ ਤਾਂ ਪ੍ਰਚਾਰਕ ਹੁੰਦਾ ਸੀ ਉਹਨਾਂ ਲਈ, ਤੁਹਾਨੂੰ ਕੀ ਭਰੋਸਾ ਆ? ਉਹ ਕਹਿੰਦੇ ਨਹੀਂ ਯਾਰ ਇੱਕ ਵਾਰ ਬਦਲ ਗਿਆ ਸਾਨੂੰ ਪਤਾ, ਹਾਂਜੀ, ਹੈਨਾ। ਇਹਨੂੰ ਗੁਰੂ ਤੇ ਭਰੋਸਾ ਜਿੱਤਣਾ ਇਹਨੂੰ ਕਹਿੰਦੇ ਆ ਨਾ। ਹਾਂਜੀ, ਗੁਰੂ ਤੇ ਭਰੋਸਾ ਜਿਹੜਾ ਜਿੱਤਣਾ ਆ, ਹਨਾ, ਉਹ ਕੀ ਗੱਲ, ਗੁਰੂ ਸਾਹਿਬਾਨਾਂ ਦੇ ਉੱਤੇ ਸਾਖੀਆਂ ਥੋਪ ਦਿੱਤੀਆਂ ਇਹਨਾਂ ਨੇ, ਹਨਾ, ਬਈ ਉਹ ਕੰਧ ਬਣਾਤੀ ਸੀ, ਕੰਧ ਢਾਈ ਜਾਂਦੇ ਸੀ, ਉਹ ਬਣਾਈ ਜਾਂਦੇ ਸੀ, ਉਹ ਇੰਨਾ ਚਿਰ ਲੱਕੜਾਂ ਢੋਂਦੇ ਰਹੇ, ਉਹਨੇ ਇਹਦਾ ਆਪਣੇ ਸਿਰ ਦੇ ਉੱਤੇ ਇਹਦਾ ਪੱਗਾਂ ਬੰਨੀ ਗਿਆ ਤੇ ਜਿਹੜੇ ਸਰੂਪੇ ਸੀਗੇ ਤੇ ਸਿਰ ਦੇ ਵਿੱਚ ਕੀੜੇ ਤੱਕ ਜਿਹੜੇ ਪਵਾਤੇ ਸੂਰਜ ਪ੍ਰਕਾਸ਼ ਨੇ, ਹਨਾ। ਇਹ ਗੱਲਾਂ ਸਾਨੂੰ ਦੱਸਦੀਆਂ ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਨੇ, ਪਰ ਗੁਰਬਾਣੀ ਸਾਨੂੰ ਕੀ ਦੱਸਦੀ ਹੈ, ਹਨਾ। ਗੁਰਬਾਣੀ ਤਾਂ ਇਹ ਕਹਿੰਦੀ ਹੈ ਕਿ ਜਿਹੜਾ ਸਿਧਾਂਤ ਦੇ ਉੱਤੇ ਗੁਰਬਾਣੀ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਉੱਤੇ ਚੱਲ ਗਿਆ, ਗੁਰੂ ਦਾ ਤਾਂ ਪੁੱਤਰ ਉਹੀ ਬਣਦਾ, ਗੁਰੂ ਦਾ ਹਨਾ। ਗੁਰੂ ਤਾਂ ਉਹਨੂੰ ਹੀ ਅੱਗੇ ਜਿਹੜਾ ਆ ਲੈ ਕੇ ਜਾਣ ਦੀ ਜਿਹੜੀ ਉਪਾਧੀ ਉਹ ਦਿੰਦਾ ਹੈ, ਚਾਹੇ ਆਪਣਾ ਪੁੱਤਰ ਵੀ ਹੋਵੇ। ਜਦੋਂ ਸਿਧਾਂਤ ਤੋਂ ਥਿੜਕ ਗਿਆ ਉਹ, ਤਾਂ ਗੁਰੂ ਲਈ ਉਹ ਵੀ ਮਾਇਨੇ ਕੋਈ ਨਹੀਂ ਰਖਾਉਂਦਾ। ਤਾਂ ਹੀ ਜਦੋਂ ਗੁਰਬਾਣੀ ਵਿੱਚ ਆਉਂਦਾ ਵੀ ਸੱਤਾ ਤੇ ਬਲਵੰਡ ਜੀ ਲਿਖਦੇ ਉਲਟੀ ਗੰਗ ਵਹਾਏ, ਹਾਂਜੀ, ਗੰਗਾ ਇੱਕ ਵਾਰ ਉਲਟੀ ਵਹਿ ਗਈ, ਦੁਨੀਆ ਆਖੇ ਕਿ ਕਿਉਂਕਿ ਦੁਨੀਆ ਵੀ ਹੈਰਾਨ ਹੋ ਗਈ ਯਾਰ, ਕਿਹੜਾ ਏਦਾਂ ਹੋ ਗਿਆ ਵੀ ਵੱਖਰਾ, ਬਿਲਕੁਲ, ਹਨਾ। ਵੀ ਜਿੱਦਾਂ ਦੁਨੀਆ ਚੱਲਦੀ ਸੀ ਉਦਾਂ ਗੁਰੂ ਨਾਨਕ ਪਾਤਸ਼ਾਹ ਨੇ ਗੱਦੀ ਪੁੱਤਰਾਂ ਨੂੰ ਦੇਣੀ ਸੀ, ਤੇਰੀ ਚੰਦ ਦਾ ਹੱਕ ਬਣਦਾ ਸੀ, ਦੁਨੀਆ ਦੇ ਲੋਕ ਕਹਿੰਦੇ ਹੋਣਗੇ, ਹਨਾ। ਬਿਲਕੁਲ, ਤਾਂ ਹੀ ਭਾਈ ਲਹਿਣਾ ਜੀ ਨੂੰ ਏਦਾਂ ਖਡੂਰ ਵਸਾਉਣਾ ਪਿਆ, ਬਿਲਕੁਲ, ਛੱਡ ਕੇ ਜਾਣਾ ਪਿਆ ਉਸ ਵੇਲੇ। ਇਹਨਾਂ ਵਰਗੇ ਉਦੋਂ ਸ਼੍ਰੀ ਚੰਦ ਦੇ ਹੱਕ 'ਚ ਖੜੇ ਹੋਣੇ ਨਾ, ਫਿਰ ਸ਼੍ਰੀ ਚੰਦ ਦੇ ਹੱਕ 'ਚ ਖੜੇ ਹੋਣੇ, ਹਨਾ। ਉਹ ਕਹਿੰਦੇ ਹੋਣੇ ਲੈ ਗੁਰੂ ਸਾਹਿਬ ਪੁੱਤਰ ਦਾ ਹੱਕ ਬਣਦਾ ਸੀ, ਤੁਸੀਂ ਇਹ ਕਿਹੜਾ ਕੰਮ ਕਰ ਦਿੱਤਾ, ਦੱਸ। ਇਹ ਤਾਂ ਦੇਵੀ ਦਿਓ ਆਇਆ ਸੀਗਾ, ਇਹ ਤਾਂ ਦੇਵੀ ਦਾ ਭਗਤ ਸੀਗਾ, ਤੁਸੀਂ ਇਹਦੇ ਕਿੱਦਾਂ ਭਰੋਸਾ ਕਰ ਲਿਆ? ਕਿੱਦਾਂ ਕਰ ਲਿਆ? ਕਿਉਂਕਿ ਇਹ ਬੰਦੇ ਭਰੋਸਾ ਕਰ ਨਹੀਂ ਨਾ ਸਕਦੇ ਕਿਸੇ ਤੇ। ਇਹ ਹਾਂਜੀ, ਨਾਲੇ ਇਹ ਆਪ ਕਹਿੰਦੇ, ਹੁਣ ਪ੍ਰੋਫੈਸਰ ਸਾਹਿਬ ਸਿੰਘ ਦੀ ਗੱਲ ਕਰ ਲਓ, ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਪਹਿਲਾਂ। ਹਾਂਜੀ, ਬਿਲਕੁਲ। ਕੀ ਇਹ ਸਾਡਾ ਹੱਕ ਬਣਦਾ? ਅਸੀਂ ਕਹਿ ਸਕਦੇ ਆ ਵੀ ਪਹਿਲੋਂ ਹਿੰਦੂ ਸੀ, ਹੁਣ ਪਤਾ ਨਹੀਂ ਯਾਰ ਇਹ ਕੋਈ ਏਦਾਂ ਕੀ ਕਹਿੰਦੇ ਆ ਵੀ ਕੋਈ ਪਲੈਨਿੰਗ ਹੋਊਗੀ ਇਹਦੀ ਵੀ ਸਿੱਖਾਂ ਦੇ ਵਿੱਚ ਵੜ ਕੇ ਵੀ ਘੁਸਪੈਠ ਪਾਉਣ ਦੀ, ਜੋ ਵਟਐਵਰ, ਹਨਾ। ਹਾਂ, ਬਿਲਕੁਲ, ਹਨਾ, ਵੀ ਇਹ ਤੋੜਨਾ ਚਾਹੁੰਦਾ ਲੋਕਾਂ ਨੂੰ। ਪ੍ਰੋਫੈਸਰ ਸਾਹਿਬ ਸਿੰਘ ਦੀ ਵਾਰੀ ਕੀ ਸਾਡਾ ਹੱਕ ਬਣਦਾ ਸੀ, ਇਹ ਕਹਿ ਸਕਦੇ। ਬਿਲਕੁਲ। ਫਿਰ ਕਹਿਣਗੇ ਨਹੀਂ ਏਦਾਂ ਤੁਸੀਂ ਕਿੱਦਾਂ ਕਹਿ ਸਕਦੇ, ਵਿਦਵਾਨ ਅਸੀਂ ਬੜੇ। ਅਸੀਂ ਨਹੀਂ ਕਹਿੰਦੇ, ਤੁਹਾਡੀਆਂ ਦਲੀਲਾਂ ਕਹਿ ਰਹੀਆਂ ਵੀ ਤੁਸੀਂ ਉਸ ਪਾਸੇ ਜਾਣਾ ਚਾਹੁੰਦੇ ਹੋ ਤੁਸੀਂ। ਹਾਂਜੀ, ਅੱਜ ਤਾਂ ਇਦਾਂ ਹੀ ਲੱਗਦਾ। ਪਹਿਲੋਂ ਬਾਬੇ ਹੁੰਦੇ ਸੀ, ਹੁਣ ਭਾਈ ਬਣ ਗਏ। ਬਿਲਕੁਲ, ਏਦਾਂ ਹਰੇਕ ਦੀ ਵਾਰੀ ਅਸੀਂ ਕਹਿ ਸਕਦੇ ਹਾਂ, ਹਨਾ। ਜ਼ਿੰਦਗੀ ਦਾ ਨਾਂ ਹੀ ਇਹੀ ਹੈ ਵੀ ਸਿੱਖਣਾ ਆਪਣੀਆਂ ਮਿਸਟੇਕਸ ਤੋਂ। ਬਿਲਕੁਲ, ਇਹਨੂੰ ਜ਼ਿੰਦਗੀ ਕਹਿੰਦੇ ਆ। ਜੇ ਬੰਦਾ ਧੁਰੋਂ ਇਦਾਂ ਹੀ ਆਵੇ ਫਿਰ ਕੋਈ ਫਾਇਦਾ ਨਹੀਂ, ਇਦਾਂ ਕੋਈ ਇਦਾਂ ਸਸਪੈਂਸ ਨਹੀਂ ਰਹਿੰਦਾ, ਜ਼ਿੰਦਗੀ ਤੋਂ ਰਾਸ ਗੁਆਚ ਗਿਆ। ਹਾਂਜੀ, ਹਨਾ। ਹਰੇਕ ਇਨਸਾਨ ਗਲਤੀਆਂ ਕਰਦਾ ਆ, ਕਿਉਂਕਿ ਗਲਤੀਆਂ ਤੋਂ ਬਾਅਦ ਹੀ ਸਿੱਖਣ ਦਾ ਮੌਕਾ ਮਿਲਦਾ ਨਾ ਤੁਹਾਨੂੰ। ਦਿਮਾਗ ਤਾਂ ਇੱਕ ਵਾਰ ਜਦੋਂ ਰਸਤਾ ਫੜ ਲਿਆ ਫਿਰ ਨਹੀਂ ਪ੍ਰਵਾਹ ਕਰਦਾ ਕੋਈ, ਫਿਰ ਜੋ ਮਰਜ਼ੀ ਹੋ ਜਾਊਗਾ। ਹਾਂਜੀ, ਐਵੋਲਿਊਸ਼ਨ ਇਹਨੂੰ ਹੀ ਕਹਿੰਦੇ ਆ ਨਾ। ਇਨਸਾਨੀ ਐਵੋਲਿਊਸ਼ਨ ਜਿਹੜਾ ਆ ਉਹ ਇਸੇ ਚੀਜ਼ ਤੋਂ ਸ਼ੁਰੂ ਹੋਇਆ। ਜਿਹਨੇ ਵੀ ਅਗਲੀ ਗੱਲ ਕੀਤੀ ਹੈ ਨਾ, ਜਿਹੜਾ ਵੀ ਇਨਸਾਨ ਹੋਇਆ, ਜਿਨ੍ਹਾਂ ਨੇ ਜਿਹੜਾ ਇਨਸਾਨੀ ਪ੍ਰਜਾਤੀ ਸੀਗੀ, ਹਨਾ, ਹਿਊਮਨ ਰੇਸ ਸੀਗੀ ਜਿਹੜੀ, ਉਹਨੂੰ ਅਪਡੇਟ ਕੀਤਾ, ਹਨਾ। ਉਹਦੇ ਸੁੱਖ ਸੁਵਿਧਾ ਦੇ ਸਾਧਨ ਹੋਣ ਜਿਹੜੇ ਅੱਜ ਆਪਾਂ ਵਰਤਦੇ ਹਾਂ, ਹਨਾ, ਬੜੇ ਜਿੱਦਾਂ ਬੜੇ ਉਹ ਕਮੀਆਂ ਪੇਸ਼ੀਆਂ ਦੇ ਵਿੱਚੋਂ ਲੰਘੇ। ਜਿਸ ਕਿਸੇ ਨੇ ਇਲੈਕਟ੍ਰਿਸਿਟੀ ਦੀ ਖੋਜ ਕੀਤੀ ਕਿਸੇ ਟਾਈਮ, ਉਹ ਪਤਾ ਨਹੀਂ ਕਿੰਨੀ ਵਾਰੀ ਫੇਲ ਹੋਇਆ ਹੋਵੇਗਾ, ਹਨਾ। ਜਿਸ ਕਿਸੇ ਨੇ ਜਦੋਂ ਕਹਿੰਦੇ ਆ ਥਾਮਸ ਐਡੀਸਨ ਨੇ ਬਲਬ ਦੀ ਖੋਜ ਕੀਤੀ, ਤਾਂ ਉਹ ਕਿੰਨੀ ਵਾਰੀ ਫੇਲ ਹੋਇਆ ਹੋਵੇਗਾ, ਹਨਾ ਜੀ। ਆਪਾਂ ਨਿਕੋਲਾ ਟੈਸਲਾ ਦੀ ਗੱਲ ਕਰਦੇ ਹਾਂ,
ਹਨਾ। ਉਹਦਾ ਉਸ ਬੰਦੇ ਦਾ ਇੱਕ ਡ੍ਰੀਮ ਸੀਗਾ ਕਿ ਮੈਂ ਵਾਇਰਲੈਸ ਜਿਹੜੀ ਇਲੈਕਟ੍ਰਿਸਿਟੀ ਦੇਵਾਂਗਾ, ਹਨਾ। ਉਹਨੇ ਉਹ ਜਿਹੜਾ ਸਾਰਾ ਪਲਾਂਟ ਵੀ ਬਣਾਇਆ, ਪਰ ਉਹ ਜਿਹੜਾ ਆ ਉਹ ਫੇਲ ਹੋ ਗਿਆ ਕਿਸੇ ਟਾਈਮ ਤੇ, ਹਨਾ। ਕਿਉਂਕਿ ਵਿੱਚ ਇਹ ਗੱਲ ਕਰਦੇ ਆ ਕਿ ਉਹਦੇ ਕੋਲ ਸਾਧਨਾਂ ਦੀ ਥੋੜੀ ਕਮੀ ਸੀ ਤੇ ਉਹਦੇ ਕੋਲ ਥੋੜੀ ਪੈਸੇ ਦੀ ਕਮੀ ਆ ਗਈ ਸੀ, ਤਾਂ ਉਹਦੀ ਹੈਲਪ ਨਹੀਂ ਕੀਤੀ ਗਈ ਉਸ ਵੇਲੇ, ਹਨਾ। ਉਹ ਕਾਮਯਾਬ ਨਹੀਂ ਹੋ ਸਕਿਆ। ਪਰ ਜੇ ਕਿਤੇ ਅੱਜ ਉਹ ਵੀ ਕਾਮਯਾਬ ਹੁੰਦਾ ਤੇ ਅੱਜ ਜਿਹੜਾ ਇਲੈਕਟ੍ਰਿਸਿਟੀ ਦਾ ਰੂਪ ਸੀ ਉਹ ਸਾਨੂੰ ਹੋਰ ਮਿਲਣਾ ਸੀ। ਪਰ ਜਿਹੜੀ ਅੱਜ ਆਪਾਂ DC ਵੋਲਟੇਜ ਵਰਤਦੇ ਆ, ਹਨਾ, ਸੌਰੀ AC ਵੋਲਟੇਜ ਵਰਤਦੇ ਆ, ਉਹ ਜਿਹੜੀ ਉਹ ਸਾਰੀ ਉਹਦੀ ਬਣਾਈ ਹੋਈ ਸੀਗੀ, ਹਨਾ। ਜਿਹੜਾ ਵੀ ਬੰਦਾ ਐਵੋਲਿਊਸ਼ਨ ਦੇ ਵਿੱਚ, ਹਨਾ, ਹਿੱਸੇਦਾਰ ਹੁੰਦਾ ਹੈ, ਉਹਦਾ ਦਿਮਾਗ ਵਿਕਾਸ ਕਰਦਾ ਆ, ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਭਾਵ ਕੇ ਉਹ ਅੱਗੇ ਵੱਧਦਾ, ਹਨਾ। ਗੁਰੂ ਸਾਹਿਬਾਨ ਨੇ ਸਾਨੂੰ ਵੀ ਤਾਂ ਇਹੀ ਕਿਹਾ ਸੀਗਾ ਕਿ ਆਪਣੀਆਂ ਗਲਤੀਆਂ ਤੋਂ ਜਿਹੜਾ ਆ ਤੁਸੀਂ ਸਿੱਖਣਾ ਆ, ਸਿੱਖ ਕੇ ਅੱਗੇ ਵਧਣਾ। ਪਰ ਅੱਜ ਸਰਜਣ ਸਿੰਘ, ਕਿਤੇ ਸਿੱਖਾਂ ਤੇ ਤਰਸ ਨਹੀਂ ਆ ਰਿਹਾ ਕਿ ਅੱਜ ਸਿੱਖਾਂ ਦੇ ਜਿਹੜੇ ਬੱਚੇ ਆ, ਅੱਜ ਆਪਾਂ ਗਿਆਨ ਨੂੰ ਗੁਰੂ ਕਹਿੰਦੇ ਆ, ਹਨਾ ਜੀ, ਤੇ ਅੱਜ ਜਿਹੜੇ ਸਾਡੀ ਜਨਰੇਸ਼ਨ ਹੈ ਉਹ ਤਾਂ ਬਹੁਤ ਪਿੱਛੇ ਖੜੀ ਹੈ ਕਿਤੇ ਨਾ ਕਿਤੇ, ਕਿਉਂਕਿ ਵਿਕਾਸ ਤਾਂ ਧਾਰਮਿਕ ਪੱਖੋਂ ਹੋਣਾ ਸੀ ਨਾ, ਕਿਉਂਕਿ ਧਰਮ ਦਾ ਹਾਂਜੀ, ਹੁਣ ਸਾਡੇ ਗੁਰਦੁਆਰੇ ਸਾਡੇ ਲਈ ਸੋਸ਼ਲ এনवायरमेंट ਵੀ ਆ, ਹਾਂਜੀ, ਰਿਲੀਜੀਅਨ ਬਾਰੇ ਵੀ ਗਿਆਨ ਮਿਲਦਾ, ਬੱਚੇ ਆਪਸ ਵਿੱਚ ਖੇਡਦੇ ਵੀ ਆ, ਮਤਲਬ ਵਧੀਆ। ਹੁਣ ਗੁਰਦੁਆਰੇ ਦੀ ਜਿਹੜੀ ਮਾਡਲ ਵਧੀਆ ਆ ਵਿਕਾਸ ਦੇ ਲਈ, ਹਨਾ, ਹਾਂਜੀ। ਪਰ ਜੇ ਗੱਲ ਉੱਥੋਂ ਵਧੀਆ ਕੀਤੀ ਜਾਵੇ, ਬਿਲਕੁਲ, ਹਨਾ, ਮਸਲਾ ਤਾਂ ਫਿਰ ਇਹੀ ਆ ਜਾਂਦਾ ਨਾ ਮੁੜ ਕੇ। ਹੁਣ ਜਦੋਂ ਗੁਰੂ ਪਾਤਸ਼ਾਹ ਮੰਦਿਰਾਂ ਦੀ ਗੱਲ ਕਰਦੇ ਆ ਜਾਂ ਮਸਜਿਦਾਂ ਦੀ ਗੱਲ ਕਰਦੇ ਆ, ਗੱਲ ਉਹ ਬਿਲਡਿੰਗ ਦੇ ਨਾਲ ਨਹੀਂ ਵੀ ਵਿਰੋਧ ਉਹਨਾਂ ਦਾ, ਹਾਂਜੀ, ਗੱਲ ਮਨੌਤਾਂ ਦਾ ਆ। ਵੀ ਜੇ ਆਨੰਦਪੁਰ ਵਿੱਚ ਵੀ ਵਧੀਆ ਮਨੌਤਾਂ ਸੀ ਤਾਂ ਉਹ ਵੀ ਬਿਲਡਿੰਗ ਸੀ, ਉਹ ਵੀ ਮਤਲਬ ਕਿਲਾ ਸੀ ਇੱਕ, ਹਾਂਜੀ। ਅਕਾਲ ਤਖਤ ਤੋਂ ਗੱਲ ਵਧੀਆ ਹੁੰਦੀ ਸੀ 6ਵੇਂ ਪਾਤਸ਼ਾਹ ਦੇ ਵੇਲੇ, 5ਵੇਂ ਪਾਤਸ਼ਾਹ ਦੇ ਵੇਲੇ ਦਰਬਾਰ ਸਾਹਿਬ ਵਿੱਚ, ਰਾਈਟ, ਹਾਂਜੀ, ਉਹ ਵੀ ਬਿਲਡਿੰਗ ਸੀ, ਹਾਂਜੀ, ਰਾਈਟ। ਪਰ ਗੱਲ ਉਹਦੇ ਵਿਚਾਰਧਾਰਾ ਦੀ ਸੀ ਜਿਹੜੀ ਉਸ ਬਿਲਡਿੰਗ ਤੋਂ ਪੋਰਟਰੇ ਹੋ ਰਹੀ ਸੀ, ਹੈਨਾ, ਬਿਲਕੁਲ। ਜਦੋਂ ਪਿਰਥੀਆਂ ਨੇ, ਜਦੋਂ ਧੀਰ ਮੱਲੀਆਂ ਨੇ ਕਬਜ਼ਾ ਕਰ ਲਿਆ, ਫਿਰ ਅਸੀਂ ਇਹ ਨਹੀਂ ਕਹਿ ਸਕਦੇ ਦਰਬਾਰ ਸਾਹਿਬ ਉਸ ਵੇਲੇ ਬਹੁਤ ਮਹਾਨ ਸੀ, ਨਹੀਂ ਭਾਈ, ਵਿਚਾਰ ਬਦਲ ਗਏ, ਸਿਧਾਂਤ ਬਦਲ ਗਿਆ, 6ਵੇਂ ਪਾਤਸ਼ਾਹ ਛੱਡ ਕੇ ਚਲੇ ਗਏ, ਹਾਂਜੀ, ਹਨਾ। ਪਰ ਸਾਨੂੰ ਇਹ ਗੱਲਾਂ ਦੱਸੀਆਂ ਨਹੀਂ ਨਾ ਜਾਂਦੀਆਂ ਅੱਜ, ਜਦੋਂ ਹੁਣ ਜਦੋਂ ਇਦਾਂ ਕਹਿੰਦੇ ਆ ਕਿ ਹਾਂ ਵੀ ਉਹ ਇੱਕ ਬਿਲਡਿੰਗ ਸੀਗੀ, ਹਨਾ, ਫਿਰ ਉਹਦਾ ਰੌਲਾ ਪੈ ਜਾਂਦਾ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਭੜਕ ਗਈਆਂ, ਹਨਾ, ਤੁਸੀਂ ਬਿਲਡਿੰਗ ਕਿਉਂ ਕਹਿਤਾ। ਜਦੋਂ ਭਾਈ ਰਣਜੀਤ ਸਿੰਘ ਨੇ ਇਹ ਗੱਲ ਕੀਤੀ ਸੀ ਤਾਂ ਉਦੋਂ ਵੀ ਇਹ ਧਾਰਮਿਕ ਭਾਵਨਾਵਾਂ ਇਹਨਾਂ ਦੀਆਂ ਬਹੁਤ ਭੜਕੀਆਂ ਸੀਗੀਆਂ ਕਿ ਬਿਲਡਿੰਗ ਕਿਉਂ ਕਹਿਤਾ। ਉਹ ਗੱਲ ਖਾਨੇ ਇਹਨਾਂ ਦੇ ਪੂਰੀ ਚੰਗੀ ਤਰ੍ਹਾਂ ਭਾਈ ਸਾਹਿਬ ਨੇ ਪਾਤੀ ਸੀ ਉਦੋਂ, ਹਨਾ। ਸਾਡੇ ਜਾਗਰੂਕਾਂ ਨਾਲੋਂ ਵੀ ਇਹੀ ਰੌਲਾ ਪਾਇਆ ਜਾਂਦਾ ਹੈ, ਕਮ ਸੇ ਕਮ ਚਲੋ ਇਹਨਾਂ ਤੋਂ ਤਾਂ ਅਸੀਂ ਇਹ ਆਸ ਨਹੀਂ ਕਰਦੇ ਸੀ, ਕਿਉਂਕਿ ਇਹ ਸਾਰੀ ਗੱਲ ਸਮਝਦੇ ਆ। ਕੋਈ ਜਗ੍ਹਾ ਮਹਾਨ ਨਹੀਂ ਹੁੰਦੀ, ਇਤਿਹਾਸਿਕ ਸਥਾਨ ਜਿਹੜੇ ਆ ਉਹ ਵੱਖਰੀ ਗੱਲ ਹੁੰਦੀ ਹੈ ਕਿ ਉਹ ਸਾਡੇ ਇਤਿਹਾਸਿਕ ਸਥਾਨ ਨੇ, ਅਸੀਂ ਉੱਥੋਂ ਜਾ ਕੇ ਸਾਡਾ ਜਿਹੜਾ ਸਿੱਖੀ ਦਾ ਐਵੋਲਿਊਸ਼ਨ ਹੈ, ਅਸੀਂ ਉਹਦੀ ਜਿਹੜੀ ਆ ਮੈਮਰੀਜ਼ ਜਿਹੜੀਆਂ ਉਹ ਤਾਜ਼ਾ ਕਰਨੀਆਂ ਨੇ, ਉਹ ਸਾਨੂੰ ਇਤਿਹਾਸਿਕ ਸਥਾਨ ਤੋਂ ਹੁੰਦੀਆਂ ਨੇ। ਤੇ ਆਪਾਂ ਵੀ ਮਿਊਜ਼ੀਅਮਸ ਜਾਂਦੇ ਆ, ਹਾਂ ਬਿਲਕੁਲ, ਹਨਾ। ਇਹ ਨਹੀਂ ਵੀ ਅਸੀਂ ਕਹਿੰਦੇ ਬੱਚਿਆਂ ਨੂੰ ਨਾਲ ਲੈ ਕੇ ਜਾਇਆ ਕਰੋ, ਜਦੋਂ ਜਾਂਦੇ ਆ ਤੁਸੀਂ ਇਹ ਗੱਲ ਸਿਖਾਇਆ ਕਰੋ, ਜਿੱਦਾਂ ਉਹ ਭਾਈ ਸਾਹਿਬ ਨੇ ਨਹੀਂ ਸੀਗਾ ਵੀ ਇਸ ਸਰੋਵਰ ਦੇ ਕਿਨਾਰੇ ਬੈਠ ਕੇ ਗੁਰੂ ਪਾਤਸ਼ਾਹ ਨੇ ਰੈਵੋਲੂਸ਼ਨ ਛੇੜਿਆ, ਹਾਂਜੀ, ਆਹ ਗੱਲ ਸੀ ਜਿਹੜੀ ਸਿਖਾਉਣੀ ਸੀ ਉੱਥੇ। ਪਰ ਨਹੀਂ, ਲੰਗਰ ਲਾਇਆ, ਮੱਥੇ ਟੇਕੇ, ਸਰੂਰ ਚੁੱਭੀ ਮਾਰੀ, ਬਸ ਇੱਥੋਂ ਸ਼ੁਰੂ ਕਰੋ ਤਾਂ ਇੱਥੇ ਖਤਮ ਕਰ ਦਿਓ। ਅਰਬਾਂ ਦੇ ਬਜਟ, ਹਨਾ, ਕਿਸੇ ਪਾਸੇ ਲੱਗਦੇ ਨਹੀਂ ਅਰਬਾਂ ਦੇ ਬਜਟ, ਹਾਂਜੀ। ਜਦੋਂ ਅਸੀਂ ਕਹਿੰਦੇ ਆ ਵੀ ਗੁਰਦੁਆਰਿਆਂ ਦੇ ਨਾਲ ਨਹੀਂ, ਮਤਲਬ ਸਾਡਾ ਵੀ ਇਹ ਨਹੀਂ ਬੱਚਿਆਂ ਨੂੰ ਨਾਲ ਲੈ ਕੇ ਜਾਇਆ ਕਰੋ, ਹਨਾ, ਹਾਂਜੀ। ਪਰ ਜਦੋਂ ਲਿਜਾਉਂਦੇ ਆ ਮੇਕ ਸ਼ੇਅਰ ਕਰਿਆ ਕਰੋ, ਵਧੀਆ ਸਿੱਖਿਆ ਮਿਲਦੀ ਇਹਨਾਂ ਨੂੰ ਇੱਥੋਂ, ਹਾਂਜੀ, ਹਨਾ। ਸਿੱਖਿਆ ਦੇ ਕੇਂਦਰ ਸੀਗੇ ਗੁਰੂ ਸਾਹਿਬ ਨੇ ਤਾਂ ਬਣਾਏ, ਧਰਮਸਾਲ ਜਿਹੜੀ ਸੀ ਉਹ ਸਿੱਖਿਆ ਦਾ ਕੇਂਦਰ ਹੀ ਹੋਣਾ ਚਾਹੀਦਾ ਸੀਗਾ, ਹਨਾ। ਪਰ ਅੱਜ ਜਿਹੜੇ ਗੁਰੂ ਦੇ ਨਾਂ ਤੇ ਬਣਾਏ ਹੋਏ ਇੱਕਾ ਦੁੱਕਾ ਹਸਪੀਟਲ ਨੇ, ਹਨਾ, ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੇ ਹਾਲਾਤ ਜਿਹੜੇ ਆ ਉਹ ਕਿਸੇ ਤੋਂ ਨਹੀਂ ਲੁਕੇ। ਅੱਜ ਸੋਸ਼ਲ ਮੀਡੀਆ ਤੇ 20 ਵੀਡੀਓ ਪਈਆਂ ਆ ਜਿਹਦੇ 'ਚ ਕੋਈ ਗਰੀਬ ਗੁਰਬਾ ਹੁੰਦਾ ਜਿਹੜਾ ਉੱਥੇ ਬੈਲ ਨਹੀਂ ਦੇ ਸਕਦਾ ਨਾ, ਉਹਨੂੰ ਚੱਕ ਕੇ ਸਟ੍ਰੈਚਰ ਤੇ ਪਾ ਕੇ ਬਾਹਰ ਕੱਢ ਦਿੰਦੇ ਅਗਲੇ। ਇੱਥੋਂ ਤੱਕ ਕਿ ਐਂਬੂਲੈਂਸ ਛੱਡਣ ਤੱਕ ਨਹੀਂ ਜਾਂਦੀ ਕਿਸੇ ਹੋਰ ਹਸਪਤਾਲ, ਅਗਲੇ ਚੱਕ ਕੇ ਬਾਹਰ ਕੱਢ ਦਿੰਦੇ ਆ, ਕਹਿੰਦੇ ਚੱਲ ਭਾਈ ਆਪਣਾ ਨਹੀਂ ਹੈਗੇ ਪੈਸੇ ਤੇ ਬਾਹਰ ਨਿਕਲੋ ਇੱਥੋਂ, ਹਨਾ। ਜਦੋਂ ਲੰਗਰ ਵੱਡੇ ਕਰਨ ਦੀ ਗੱਲ ਹੁੰਦੀ ਸੀ, ਉੱਤੇ ਲਿਖਿਆ ਹੁੰਦਾ ਗੁਰੂ ਰਾਮਦਾਸ, ਹਾਂਜੀ, ਉੱਤੇ ਲਿਖੇ ਗੁਰੂ ਰਾਮਦਾਸ ਹਸਪੀਟਲ ਜਾਓ, ਹਨਾ,
ਗੁਰੂ ਰਾਮਦਾਸ ਹਸਪੀਟਲ। ਤਾਂ ਕੀ ਉਦੋਂ ਗੁਰੂ ਦੇ ਨਾਂ ਨੂੰ ਫੇਟ ਨਹੀਂ ਲੱਗਦੀ? ਉਦੋਂ ਗੁਰੂ ਦੇ ਨਾਂ ਦੀ ਬੇਅਦਬੀ ਨਹੀਂ ਹੁੰਦੀ? ਹਨਾ ਅੱਜ ਉਹ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਇੱਕ ਸਕੱਤਰ ਜਿਹੜਾ ਸੀਗਾ ਹਨਾ, ਉਹ ਥੋੜੇ ਦਿਨ ਹੋਏ ਆ ਉਹ ਬਰਖਾਸਤ, ਉਹਦਾ ਦੂਜਾ ਹੋਇਆ ਆਪਣਾ ਰਿਟਾਇਰਮੈਂਟ ਹੋਈ ਉਹਦੀ। ਤੇ 500 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਮਿਸਿੰਗ ਸੀਗੇ ਹਨਾ। ਉਹਦੇ ਨਾਂ ਪਾਤੇ ਗਏ ਵੀ ਭਾਈ ਜਿਹੜਾ ਆ ਉਹ 500 ਰੁਪਈਆਂ ਦੇ ਹਿਸਾਬ ਨਾਲ ਤੂੰ ਉਹਦੇ ਪੈਸੇ ਦੇਣੇ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ। ਆਹੋ ਠੀਕ ਹੈ ਹਨਾ ਜੀ। ਉਹ ਮੈਂ ਗਿਣਤੀ 'ਚ ਸ਼ਾਇਦ ਇੱਧਰ ਉੱਧਰ ਹੋ ਸਕਦਾ ਕਿ 500 ਸੀ ਜਾਂ ਉਸ ਤੋਂ ਘੱਟ ਸੀਗੇ ਹਨਾ, ਪਰ ਬਹੁਤ ਸਾਰੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਰੂਪ ਜਿਹੜੇ ਆ ਉਹ ਮਿਸਿੰਗ ਹੋਏ ਗੁਰੂ ਗ੍ਰੰਥ ਸਾਹਿਬ ਦੇ। ਠੀਕ ਹੈ। ਤਾਂ ਉਹ ਬੰਦੇ ਨੇ ਲਿਖਤੀ ਜਿਹੜੇ ਆ ਉਹ ਸਬੂਤ ਦੇਣ ਦੀ ਗੱਲ ਕੀਤੀ ਹੈ ਕਿ ਮੈਂ ਸਬੂਤ ਵੀ ਦੇਵਾਂਗਾ ਉਹ ਸਰੂਪ ਜਿਹੜੇ ਆ ਉਹ ਕਿੱਦਾਂ ਗਾਇਬ ਹੋਏ। ਹਾਂਜੀ। ਅੱਛਾ, ਉਹ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੁੰਦੀ ਕਿ ਉਹਨਾਂ ਸਰੂਪਾਂ ਦਾ ਕੀ ਹੋਇਆ ਫਿਰ? ਜੇ ਕੋਈ ਹੋਰ ਬੰਦਾ ਬਾਹਰੋਂ ਆ ਕੇ ਬੇਅਦਬੀ ਦੀ ਗੱਲ ਕਰਦਾ ਹਨਾ, ਜਿਹੜਾ ਤੁਸੀਂ ਕਹਿੰਦੇ ਹੋ ਕਿ ਰਾਧਾ ਸੁਆਮੀਆਂ ਨੇ ਕਿ ਬੇਅਦਬੀ ਕਰਦੇ ਆ ਗੁਰੂ ਸਾਹਿਬ ਦੀ ਹਨਾ, ਸਿਰਸੇ ਵਾਲੇ ਬੇਅਦਬੀ ਕਰਦੇ ਆ ਗੁਰੂ ਸਾਹਿਬ ਦੀ, ਤੇ ਅੱਜ ਜਿਹੜਾ ਸ਼੍ਰੋਮਣੀ ਕਮੇਟੀ 'ਚ ਰਹਿ ਕੇ ਹੁੰਦਾ ਆ ਉਹਨੂੰ ਬੇਅਦਬੀ ਨਹੀਂ ਲੱਗਦੀ? ਜਦੋਂ ਤਾਂ ਇਹਨਾਂ ਦੇ ਹੱਕ 'ਚ ਹੁੰਦਾ ਬੰਦਾ ਹਨਾ, ਉਦੋਂ ਉਹ ਕੁਝ ਵੀ ਕਰ ਸਕਦਾ। ਉਦੋਂ ਕਿਉਂਕਿ ਧਰਮ ਤੇ ਪੰਥ, ਜਿੱਦਾਂ ਹੁਣ ਜਾਗਰੂਕ ਜਿਹੜੇ ਆ ਉਹ ਆਪਣਾ ਪੰਥ ਆਪਣਾ ਸਮਝਦੇ ਆ, ਉਸੇ ਤਰੀਕੇ ਨਾਲ ਟਕਸਾਲੀ ਜਿਹੜੇ ਆ ਉਹਨਾਂ ਦਾ ਪੰਥ ਜਿਹੜਾ ਆ ਉਹ ਟਕਸਾਲ ਉਹਨਾਂ ਦਾ ਪੰਥ ਆ, ਤਾਂ ਜਿਹੜਾ ਚੌਂਕ ਮਹਿਤਾ ਆ ਉਹ ਉਹਨਾਂ ਦਾ ਜਿਹੜਾ ਆ ਮੇਨ ਸਥਾਨ ਉਹ ਹੈ ਹਨਾ, ਉਹ ਉਹਨਾਂ ਦਾ ਤਖਤ ਆ। ਤੇ ਜਿਹੜਾ ਜਿੰਨਾ ਚਿਰ ਉਹ ਉਹਨਾਂ ਦਾ ਕੋਈ ਸਾਥੀ ਹੈ ਹਨਾ, ਉਹਨਾਂ ਚਿਰ ਉਹ ਉਹਨਾਂ ਲਈ ਵਧੀਆ, ਉਹ ਕੁਝ ਵੀ ਕਰ ਸਕਦਾ ਬੰਦਾ ਹਨਾ। ਤਾਜ਼ਾ ਉਦਾਹਰਨ ਹੈ ਇੱਕ, ਹੁਣ ਮੇਰੇ ਗੱਲ ਦਿਮਾਗ 'ਚ ਆ ਗਈ ਇਹ ਗੱਲ ਕਰਦਿਆਂ ਜਸਵਿੰਦਰ ਬੂਟ ਦਾ ਨਾਂ ਤੁਸੀਂ ਸੁਣਿਆ ਹੋਣਾ ਕਿ ਤੁਹਾਡੇ ਇੱਥੇ ਕੈਲੀਫੋਰਨੀਆ ਦਾ ਹੀ ਹੈ ਨਾ। ਉਹ ਕਦੇ ਇੰਡੀਆ ਹੁਣ ਗਿਆ ਹੋਇਆ ਸੀਗਾ, ਸੋਸ਼ਲ ਮੀਡੀਆ ਦੇ ਉੱਤੇ ਸਾਰੀਆਂ ਪਾਸੇ ਇਹ ਖਬਰਾਂ ਫੈਲੀਆਂ ਹੋਈਆਂ ਨੇ। ਉਹ ਪਿੱਛੇ ਜਿਹੇ ਜਦੋਂ ਇਹ ਟਕਸਾਲ ਦਾ ਰੌਲਾ ਪਿਆ ਨਾ ਆਪਸ ਵਿੱਚ, ਤੇ ਉਹਨੇ ਧੁੰਮੇ ਦੇ ਵਿਰੁੱਧ ਬਿਆਨਬਾਜ਼ੀ ਕੀਤੀ ਸੀ, ਤੇ ਉਹਨੇ ਕਾਫੀ ਗਲਤ ਗੱਲਾਂ ਜਿਹੜੀਆਂ ਸੀ ਉਹ ਇਹਦੇ ਵਿਰੁੱਧ ਕਹੀਆਂ ਹਨਾ। ਤੇ ਉਹ ਇੰਡੀਆ ਗਿਆ ਹੋਇਆ ਸੀਗਾ। ਹਾਂਜੀ। ਤੇ ਉਹਨੇ ਜਦੋਂ ਇਹ ਗੁਰਮਤਿ ਗੀਤਾ ਉਗਰਦੰਤੀ ਤੇ ਜਿਹੜਾ ਕਿਹਨੂੰ ਕੀ ਕਹਿੰਦੇ ਬ੍ਰਹਮ ਕਵਚ ਦੀ ਗੱਲ ਹੁੰਦੀ ਸੀ ਨਾ, ਉਹਨੇ ਕੋਈ ਗੁਟਕਾ ਇੱਦਾਂ ਦਿਖਾ ਲਿਆ ਸੀ ਚੱਕ ਕੇ ਲਾਈਵ ਦੇ ਵਿੱਚ, ਤੇ ਉਹਦੇ ਕੁਝ ਪੰਨੇ ਪਾਟੇ ਹੋਏ ਸੀਗੇ ਹਨਾ। ਉਹੀ ਗੁਟਕਾ ਜੇ ਉਹ ਟਕਸਾਲ ਦੇ ਹੱਕ 'ਚ ਦਿਖਾਲ ਦਿੰਦਾ ਤਾਂ ਕੋਈ ਪ੍ਰੋਬਲਮ ਨਹੀਂ ਸੀ ਹੋਣੀ। ਹਾਂ, ਉਹ ਪੁਰਾਤਨ ਹੋ ਜਾਣਾ ਸੀਗਾ। ਉਹ ਵੀ ਤਾਂ 20 ਬਹਾਨੇ ਲਾ ਪੈਣੇ ਸੀ, ਕਿਸੇ ਨੇ ਬੋਲਣਾ ਵੀ ਨਹੀਂ ਸੀਗਾ ਜਾਣੀ। ਉਹ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਖਿਲਾਫ ਉਹ ਕਿਸੇ ਤਰੀਕੇ ਨਾਲ ਇਦਾਂ ਦਾ ਕੋਈ ਵੀ ਗੁਟਕਾ ਚੱਕ ਕੇ ਇਹਦਾ ਦਿਖਾਉਂਦਾ ਹਨਾ, ਬੇਸ਼ੱਕ ਉਹ ਕਿਸੇ ਤਰੀਕੇ ਦਾ ਵੀ ਹੁੰਦਾ ਤਾਂ ਉਹ ਪ੍ਰਵਾਨ ਹੋ ਜਾਣਾ ਸੀਗਾ। ਪਰ ਅੱਜ ਉਹ ਗੁਟਕੇ ਨੂੰ ਆਧਾਰ ਬਣਾ ਕੇ ਹਨਾ, ਉਹ ਇੰਡੀਆ ਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਗਈ। ਮੇਰੇ ਖਿਆਲ ਸ਼ਾਇਦ ਉਹਦੀ ਕੱਲ। ਹਾਂਜੀ। ਨਾਲੇ ਜਿਹੜੀ ਆਹ ਘਟਨਾ ਆ ਹਨਾ, ਜਿਹੜੀ ਮੈਨੂੰ ਨਹੀਂ ਲੱਗਦਾ ਹੁਣ ਜੋ ਮਰਜੀ ਹੁਣ ਵਿਰੋਧ ਵੀ ਕੀਤਾ ਉਹਨਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ, ਠੀਕ ਆ। ਹਾਂਜੀ। ਪਰ ਏਦਾਂ ਮੈਨੂੰ ਨਹੀਂ ਲੱਗਦਾ ਵੀ ਉਹ ਏਦਾਂ ਗੁਟਕੇ ਦੀ ਏਦਾਂ ਬੇਅਦਬੀ ਕਰ ਸਕਦੇ ਆ ਹਨਾ। ਗੱਲ ਉਸ ਘਟਨਾ ਦੀ ਨਹੀਂ, ਗੱਲ ਮਤਲਬ ਉਹ ਪ੍ਰਿੰਸੀਪਲ ਦੀ ਆ। ਤੁਹਾਡੇ ਖਿਲਾਫ ਗੱਲ ਸੀ, ਉਦੋਂ ਸਾਰੇ ਭਾਈ ਸੀ। ਬਿਲਕੁਲ। ਪਰ ਜਦੋਂ ਤੁਹਾਡੇ ਹੱਕ ਦੇ ਵਿੱਚ ਗੱਲ ਚੱਲਦੀ ਸੀ ਉਦੋਂ ਸਾਰੇ ਭਾਈ ਸੀ। ਹਾਂ ਹਨਾ। ਹੁਣ ਜਦੋਂ ਕੋਈ ਏਦਾਂ ਖਿਲਾਫ ਗੱਲ ਜਾਂਦੀ ਹੈ ਉਦੋਂ ਵਿਰੋਧੀ ਬਣ ਗਏ ਹਨਾ। ਹਾਂ ਬਿਲਕੁਲ। ਗੱਲ ਉਹੀ ਗੱਲ ਘਟਨਾ ਦੀ ਨਹੀਂ ਵੀ ਅਸੀਂ ਏਦਾਂ ਸਾਨੂੰ ਕੀ ਪਤਾ ਕੀ ਹੋਇਆ ਕਿ ਨਹੀਂ ਹੋਇਆ, ਠੀਕ ਹੈ। ਅਸੀਂ ਜੋ ਵੀ ਸਾਡੇ ਸਾਹਮਣੇ ਆਇਆ ਉਹ ਬਿਆਨ ਕਰ ਦਿੱਤਾ, ਰਾਈਟ। ਹਾਂਜੀ। ਪਰ ਗੱਲ ਉਹੀ ਆ ਵੀ ਜਿੱਦਾਂ ਸੰਪਰਦਾਇਆਂ ਦੇ ਲੋਕ ਕਰਦੇ ਆ, ਉੱਥੇ ਅਸੀਂ ਲਿਆਉਣਾ ਚਾਹੁੰਦੇ ਹਾਂ ਜਿੱਦਾਂ ਸੰਪਰਦਾਇਆਂ ਦੇ ਲੋਕ ਕਰਦੇ ਅੱਜ। ਉਹੀ ਵਾਲੀ ਗੱਲ ਇਹ ਆ ਵੀ ਉਹੀ ਗੱਲ ਸਾਡੇ ਪੜ੍ਹੇ ਲਿਖੇ ਲੋਕ ਕਰਦੇ ਆ। ਹਾਂਜੀ ਹਨਾ। ਬਿਲਕੁਲ। ਅੱਜ ਤਾਂ ਇਹ ਆਪਣੇ ਜਾਗਰੂਕ ਇੱਥੋਂ ਤੱਕ ਕਹਿਣ ਤੱਕ ਵੀ ਆ ਗਿਆ ਨਾ, ਉਹ ਕਹਿੰਦੇ ਵੀ ਜਿਹੜਾ ਕੁੱਟਮਾਰ ਕਰਨੀ ਵੀ ਜਾਇਜ਼ ਆ, ਅੱਜ ਇਹਨਾਂ ਬੰਦਿਆਂ ਨੇ ਉਹਨੂੰ ਵੀ ਜਾਇਜ਼ ਠਹਿਰਾਤਾ ਹਨਾ। ਜਿਹੜਾ ਉਹ ਕੋਈ ਇਹਨਾਂ ਦੇ ਪੰਥ ਦੇ ਵਿਰੋਧ ਜਾਂਦਾ ਨਾ, ਜਿਹੜੀ ਕੋਈ ਗੱਲ ਇਹਨਾਂ ਨਾਲ ਕੋਈ ਬੰਦੇ ਦੀ ਨਹੀਂ ਰਲਦੀ, ਇਹ ਕਹਿੰਦੇ ਕੁੱਟਮਾਰ ਕਰਨੀ ਵੀ ਅੱਜ ਜਾਇਜ਼ ਆ। ਅੱਜ ਤਾਂ ਹੁਣ ਇੱਥੇ ਆ ਕੇ ਖੜ ਗਏ। ਹੁਣ ਤਾਂ
ਕੋਈ ਜ਼ਿਆਦਾ ਫਰਕ ਨਹੀਂ ਰਹਿ ਗਿਆ ਟਕਸਾਲੀਆਂ ਨਾਲੋਂ, ਇਹਨਾਂ ਦਾ ਸੇਮ ਹੀ ਆ ਹੁਣ ਤਾਂ ਗੱਲਬਾਤ ਅੱਜ ਕੱਲ੍ਹ, ਹਨਾ, ਕਿਉਂਕਿ ਨਹੀਂ ਜਿੱਦਾਂ ਹੁਣ ਉਹਨਾਂ ਨੂੰ ਵੀ ਪਤਾ ਆ ਕਿ ਹਾਂਜੀ ਗੁਟਕੇ ਦੀ ਬੇਅਦਬੀ ਨਹੀਂ ਹੋਈ, ਬਹਾਨਾ ਲੱਭਣਾ ਆਪਾਂ, ਠੀਕ ਹੈ, ਬਿਲਕੁਲ ਇਹਨਾਂ ਨੂੰ ਵੀ ਪਤਾ ਆ ਹਾਂਜੀ ਕਿ ਭਾਈ ਰਣਜੀਤ ਸਿੰਘ ਹੁਣ ਉੱਥੇ ਪਰਮੇਸ਼ਵਰ ਵਿੱਚ ਅਕਾਲ ਤਖਤ ਦੀ ਮਰਿਆਦਾ ਲਾਗੂ ਆ, ਪਰ ਵਿਰੋਧ ਕਰਨ ਦਾ ਕਾਰਨ ਲੱਭਣਾ ਹੈ, ਬਿਲਕੁਲ ਉੱਥੇ ਵੀ ਗੱਲ ਗਲਤ ਆ, ਭਾਵੇਂ ਕੋਈ ਵੀ ਵਿਰੋਧ ਹੋਵੇ ਸਾਡਾ ਕਿਸੇ ਦੇ ਨਾਲ, ਹਨਾ, ਹਾਂਜੀ ਉੱਥੇ ਵੀ ਗਲਤ ਆ, ਤਾਂ ਇੱਥੇ ਵੀ ਗਲਤ ਆ, ਬਿਲਕੁਲ, ਕਿਉਂਕਿ ਗੱਲ ਇਹ ਨਹੀਂ ਵੀ ਵਿਰੋਧੀ ਆ ਜਾਂ ਸਾਡੇ ਹਮਾਇਤੀ ਆ, ਗੱਲ ਇਹ ਆ ਵੀ ਜਾਇਜ਼ ਵਿਰੋਧ ਕਰੋ ਜੀ ਕਰਨਾ ਹੈ, ਹਨਾ। ਹਾਂ, ਪਰ ਜਦੋਂ ਇਹਨਾਂ ਦੇ ਆਪਣੇ ਤੇ ਆਉਂਦੀ ਹੈ ਨਾ, ਫਿਰ ਤਾਂ ਜਾਇਜ਼ ਨਜਾਇਜ਼ ਭੁੱਲ ਜਾਂਦੇ ਆ, ਇਹ ਬਗਾਨੇ ਨੂੰ ਤਾਂ ਕਹਿੰਦੇ ਆ ਇਹ ਜਾਇਜ਼ ਵਿਰੋਧ ਕਰੋ ਤੁਸੀਂ, ਪਰ ਜਦੋਂ ਗੱਲ ਇਹਨਾਂ ਦੀਆਂ ਮਨੌਤਾਂ ਤੇ ਆਉਂਦੀ ਆ, ਜਦੋਂ ਗੱਲ ਕਿਤੇ ਨਾ ਕਿਤੇ ਇਹਨਾਂ ਨੂੰ ਇਦਾਂ ਲੱਗਦਾ ਵੀ ਸਾਨੂੰ ਢਾਹ ਲੱਗਦਾ ਆ, ਸੰਪਰਦਾਈ ਪਹਿਲਾਂ ਇਹੀ ਕੁਛ ਕਰਦੇ ਰਹੇ ਹੁਣ ਤੱਕ, ਬਿਲਕੁਲ ਯਾਰ, ਹਨਾ। ਸਾਡਾ ਇਹ ਪ੍ਰੋਗਰਾਮ ਕਰਨ ਦਾ ਜਿਹੜਾ ਮਨੋਰਥ ਆ ਨਾ, ਉਹ ਵੀ ਇਹੀ ਆ ਵੀ ਕੋਈ ਸਮਾਂ ਸੀਗਾ ਉਹ ਬੰਦਿਆਂ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ, ਉਹਨਾਂ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ, ਕਿਉਂਕਿ ਡਰਦੇ ਸੀ ਲੋਕੀ, ਤਾਂ ਅਸੀਂ ਉਹ ਜਿਹੜੇ ਸੀ ਆਪਣੇ ਸਿਰਾਂ ਤੇ ਬਿਠਾ ਲਿਆ, ਅੱਜ ਸਾਨੂੰ ਉਹ ਗੱਲ ਨਹੀਂ ਕਰ ਦਿੰਦੇ, ਜੇ ਕੋਈ ਗੱਲ ਕਰਦਾ ਤਾਂ ਸਿੱਧਾ ਹੀ ਉੱਤੇ 295A ਦੀ ਧਾਰਾ ਜਿਹੜੀ ਆ ਉਹ ਲਾਈ ਜਾਂਦੀ ਆ, ਜਾਂ ਫਿਰ ਸਿੱਧੀਆਂ ਧਮਕੀਆਂ ਦਿੱਤੀਆਂ ਜਾਂਦੀਆਂ, ਕੁੱਟਮਾਰ ਕੀਤੀ ਜਾਂਦੀ ਆ, ਕਿਉਂਕਿ ਅਸੀਂ ਉਹ ਸਮੇਂ ਤੇ ਉਹਨਾਂ ਨੂੰ ਗੁੰਡੇ ਨਹੀਂ ਕਹਿ ਸਕੇ, ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰ ਸਕੇ, ਹਨਾ। ਪਰ ਜਿਹੜੀਆਂ ਗੱਲਾਂ ਅੱਜ ਇਹ ਕਰਦੇ ਆ, ਜੇ ਕਿਤੇ ਇਹਨਾਂ ਨੂੰ ਖੁੱਲੇ ਛੱਡਤਾ, ਫਰਕ ਕੋਈ ਨਹੀਂ ਗਾ ਇਹਨਾਂ ਤੇ ਉਹਨਾਂ 'ਚ, ਹਨਾ। ਕੱਲ੍ਹ ਨੂੰ ਜੇ ਇਹਨਾਂ ਕੋਲ ਤਾਕਤ ਆਉਂਦੀ ਹੈ, ਬਿਲਕੁਲ ਹੂ ਬਹੂ ਉਸੇ ਤਰੀਕੇ ਨਾਲ ਵਿਵਹਾਰ ਕਰਨਗੇ ਇਹ ਬੰਦੇ, ਕਰਕੇ ਇਹਨਾਂ ਨੇ ਤਾਂ ਹੁਣ ਸਾਬਤ ਹੀ ਕਰਤਾ ਨਾ, ਇਹ ਗੱਲਾਂ ਜਿਹੜੀਆਂ ਹੁਣ ਅੱਜ ਕੱਲ੍ਹ ਕਰਦੇ ਆ, ਉਹਨਾਂ ਨੂੰ ਦੇਖ ਕੇ ਤਾਂ ਇਹ ਗੱਲ ਹੁੰਦੀ ਸਾਬਤ ਹੈ ਵੀ ਭਾਈ ਤੁਸੀਂ ਉਹੋ ਜਿਹਾ ਹੀ ਹੋ, ਨਾ ਟਕਸਾਲੀਆਂ ਦੇ ਵਿੱਚ ਕੋਈ ਫਰਕ ਸੀ, ਨਾ ਤੁਹਾਡੇ 'ਚ ਕੋਈ ਫਰਕ ਆ, ਕਿਉਂਕਿ ਅੱਜ ਤੁਸੀਂ ਭਾਈ ਬਣ ਗਏ, ਭਾਈ ਰਣਜੀਤ ਸਿੰਘ ਢੱਡਰੀਆਂ ਦੇ ਵਿਰੋਧ ਦੇ ਵਿੱਚ ਟਕਸਾਲੀਆਂ ਦੇ ਨਾਲ, ਹਨਾ ਜੀ। ਕੱਲ੍ਹ ਨੂੰ ਜਦੋਂ ਉਹ ਕਹਿਣਗੇ ਭਾਈ ਜਿਹੜੇ ਆ ਢੱਡਰੀਆਂ ਦੇ ਬੰਦੇ ਆ, ਚਲੋ ਉਹਨਾਂ ਦੇ ਛਿੱਤਰ ਪਰੇਡ ਕਰਨੀ ਆ ਆਪਾਂ, ਚਲੀਏ, ਇਹ ਬੰਦੇ ਨਾਲ ਜਾਣਗੇ, ਪੱਕੀ ਗੱਲ ਹੈ, ਹਨਾ, ਕਿਉਂਕਿ ਇਹਨਾਂ ਦੇ ਲਈ ਜਿਹੜਾ ਆ ਐਕਸਟ੍ਰੀਮ ਲੈਵਲ ਤੇ ਜਿਹੜਾ ਵਿਰੋਧ ਆ ਢੱਡਰੀਆਂ ਦਾ ਪਹੁੰਚ ਚੁੱਕਾ ਹੈ ਅੱਜ। ਹਾਂਜੀ, ਹੁਣ ਆਪਾਂ ਅਖੀਰ ਦੇ ਵਿੱਚ ਪ੍ਰੋਗਰਾਮ ਦੀ ਹੁਣ ਸਮਾਪਤੀ ਵੱਲ ਜਾ ਰਹੇ ਹਾਂ ਸਰਜਨ ਸਿੰਘ ਜੀ, ਆਪਾਂ ਅਖੀਰ 'ਚ 2-4 ਗੱਲਾਂ ਜਿਹੜੀਆਂ ਉਹ ਕਰਕੇ ਹੁਣ ਫਿਰ ਆਪਾਂ ਸਮਾਪਤੀ ਕਰਾਂਗੇ, ਆਪਣਾ ਸਮਾਂ ਕਾਫੀ ਹੋ ਗਿਆ ਅੱਜ ਤਾਂ, ਮੈਨੂੰ ਲੱਗਦਾ 1.25 ਘੰਟੇ ਤੋਂ ਉੱਪਰ ਹੀ ਟੱਪ ਗਿਆ ਸਮਾਂ, ਵਿੱਚੋਂ ਆਪਣੀ ਕਾਲ ਵੀ ਡਿਸਕਨੈਕਟ ਹੋ ਗਈ ਸੀ, ਤੋ ਆਪਾਂ ਅੱਗੇ ਕੋਸ਼ਿਸ਼ ਕਰਾਂਗੇ ਫਿਰ ਦੁਬਾਰਾ ਇਸੇ ਤਰੀਕੇ ਨਾਲ ਜਿਹੜੀ ਹੈ ਆਪਾਂ ਕਨਵਰਸੇਸ਼ਨ ਜਿਹੜੀ ਹੈ ਉਹਨੂੰ ਆਉਣ ਵਾਲੇ ਹਫ਼ਤਿਆਂ 'ਚ ਅੱਗੇ ਵਧਾਈਏ। ਤੇ ਸਭ ਤੋਂ ਵੱਡੀ ਗੱਲ ਭਾਈ ਰਣਜੀਤ ਸਿੰਘ ਹੋਣਾ ਦਾ ਜਨਮ ਦਿਨ ਆ ਰਿਹਾ ਮੋਰਲੇ ਕੁਝ ਦਿਨਾਂ 'ਚ, ਸੋ ਸਾਡੇ ਵੱਲੋਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ, ਹਨਾ, 7 ਜੁਲਾਈ ਨੂੰ ਜਿਹੜਾ ਉਹਨਾਂ ਦਾ ਜਨਮ ਦਿਨ ਆ ਰਿਹਾ, ਉਹਨਾਂ ਦੀ ਉਸ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਸਾਡਾ ਜਿਹੜਾ ਦਿਲ ਆ ਉਹ ਕਿਤੇ ਨਾ ਕਿਤੇ ਇਸਦਾ ਬਾਗੋ ਬਾਗ ਹੋ ਜਾਂਦਾ ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਕਿ ਜਿਹੜਾ ਸਾਨੂੰ ਅੱਜ ਦੇ ਸਮੇਂ 'ਚ ਆਗੂ ਮਿਲਿਆ, ਹਨਾ, ਉਸ ਦਾ ਅੱਜ ਮੁਕਾਬਲਾ ਨਹੀਂ ਕੋਈ। ਜਦੋਂ ਇਹਨਾਂ ਬੰਦਿਆਂ ਨੂੰ ਇਦਾਂ ਨਾ ਬਾਗ ਇਦਾਂ ਇਕੱਠਾ ਹੋਇਆ ਹੁੰਦਾ, ਜਦੋਂ ਬਾਗ ਜਿੱਦਾਂ ਇਕੱਠੇ ਹੋਏ ਨੂੰ ਦੇਖਦੇ ਨਾ ਆਪਾਂ, ਤੇ ਇੱਕ ਦੇ ਵਿਰੁੱਧ ਤਾਂ ਔਰ ਫਿਰ ਇੱਕ ਦੇ ਉੱਤੇ ਜਿਹੜਾ ਮਾਣ ਹੋਣਾ ਆ ਉਹ ਲਾਜ਼ਮੀ ਹੈ। ਸੋ ਅਖੀਰ ਦੇ ਵਿੱਚ ਤੁਸੀਂ ਕੁਝ ਚੰਦ ਗੱਲਾਂ ਕਹਿ ਕੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਹਾਂਜੀ, ਨਹੀਂ ਗੱਲ ਹੁਣ ਜਿੱਦਾਂ ਜੋ ਪੜ੍ਹੇ ਲਿਖੇ ਵਿਦਵਾਨਾਂ ਦੀ ਜਦੋਂ ਆਪਾਂ ਗੱਲ ਕਰਦੇ ਆ, ਠੀਕ ਆ, ਹਾਂਜੀ, ਇਹ ਨਹੀਂ ਵੀ ਅਸੀਂ ਧੰਨਵਾਦ ਨਹੀਂ ਕਰਦੇ ਉਹਨਾਂ ਦਾ, ਵਧੀਆ ਪ੍ਰਚਾਰ ਕੀਤਾ ਉਹਨਾਂ ਨੇ, ਹਨਾ, ਪਰ ਗੱਲ ਇਹ ਆ ਵੀ ਜਿਹੜੀਆਂ ਗੱਲਾਂ ਕਰਕੇ ਅਸੀਂ ਮੋਟੀਵੇਟ ਹੋਏ ਸੀ ਉਹਨਾਂ ਨੂੰ ਸੁਣਨ ਵਾਸਤੇ ਜਾਂ ਉਹਨਾਂ ਦੀ, ਹਨਾ, ਹਾਂਜੀ, ਅੱਜ ਕਿਤੇ ਨਾ ਕਿਤੇ ਜਾ ਕੇ ਉਹ ਗੱਲਾਂ ਬਿਲਕੁਲ ਬੰਦ ਹੋ ਗਈਆਂ। ਹਾਂਜੀ, ਤਾਂ ਜਿਸ ਦਾਇਰੇ ਦੇ ਵਿੱਚ ਉਹ ਸੇਫ ਰਹਿੰਦੇ ਆ, ਭਾਵੇਂ ਪੈਸਿਆਂ ਦੀ ਗੱਲ ਹੋਵੇ, ਭਾਵੇਂ ਵੀ ਉਹ ਵਿਰੋਧ ਦਾ ਮਤਲਬ ਚੱਲ ਨਹੀਂ ਸਕਦੇ, ਜੋ ਵਟਐਵਰ ਹੋਵੇ, ਹਨਾ, ਹਾਂਜੀ, ਕਿਤੇ ਨਾ ਕਿਤੇ ਜਾ ਕੇ ਉਹੀ ਗੱਲਾਂ ਮੁੜ ਦੁਬਾਰਾ ਕਰਨ ਲੱਗ ਪਏ ਜਿਹੜੀਆਂ ਸੇਫ ਜ਼ੋਨ ਦੇ ਵਿੱਚ ਆਉਂਦੀਆਂ ਆ, ਰਾਈਟ, ਸੇਫ ਪਲੇ ਕਰਨ ਲੱਗ ਪਏ, ਹਨਾ। ਤੇ ਇਹ ਨਹੀਂ ਵੀ ਮਤਲਬ ਅਸੀਂ ਅੰਨ੍ਹੇਵਾਹ ਵਿਰੋਧ ਕਰਦੇ ਇਹਨਾਂ ਦਾ, ਵੀ ਕੋਈ ਕਾਰਨ ਨਹੀਂ ਜਾਂ ਬਹੁਤ ਪਰਸਨਲ ਲੈਵਲ ਤੇ ਜਾ ਕੇ ਕੋਈ ਨਹੀਂ, ਤਾਂ ਪਰਸਨਲ ਲੈਵਲ ਤੇ ਕਿਸੇ ਦਾ ਵਿਰੋਧ ਕਰਨਾ ਚਾਹੀਦਾ, ਹਾਂਜੀ, ਹਨਾ। ਪਰ ਗੱਲ ਇਹ ਹੈ ਵੀ ਜਿਹੜੀ ਤੁਸੀਂ ਇਮੇਜ ਬਣਾਈ ਸੀ ਲੋਕਾਂ ਦੇ ਵਿੱਚ, ਹਨਾ, ਉਹ ਤਾਂ ਆਈ ਥਿੰਕ ਬੱਚੇ ਨੂੰ ਪਤਾ ਲੱਗ ਗਿਆ ਵੀ ਉਹ ਹੈ ਨਹੀਂ ਜਿੱਦਾਂ ਦੇ ਬਣੇ ਸੀ ਪਹਿਲਾਂ, ਉਸ ਇਮੇਜ ਤੇ ਖਰੇ ਨਹੀਂ ਉਤਰੇ,
ਖਰੇ ਨਹੀਂ ਉਤਰਦੇ, ਖਰੇ ਨਹੀਂ ਉਤਰਦੇ। ਬਿਲਕੁਲ। ਐਂਡ ਦੇ ਵਿੱਚ ਤਾਂ ਫਿਰ ਸੁਨੇਹਾ ਇਹਨਾਂ ਨੂੰ ਇਹੀ ਆ ਵੀ ਜੇ ਕੋਸ਼ਿਸ਼ ਕਰਨੀ ਹੈ ਤਾਂ ਆਪਣੀ ਲਕੀਰ ਵੱਡੀ ਕਰਨ ਦੀ ਇਹ ਕੋਸ਼ਿਸ਼ ਕਰ ਲੈਣ, ਪਰ ਮੈਨੂੰ ਲੱਗਦਾ ਨਹੀਂ ਚਲੋ ਉਸ ਕੋਸ਼ਿਸ਼ ਦੇ ਵਿੱਚ ਵੀ ਸਫਲ ਹੁੰਦੇ ਪਰ ਫਿਰ ਵੀ ਇਹਨਾਂ ਨੂੰ ਬੈਨੀਫਿਟ ਆਫ ਡਾਊਟ ਦੇ ਦਿੰਦੇ ਆ ਕਿ ਕੋਸ਼ਿਸ਼ ਕਰੋ ਭਾਈ, ਹਨਾ, ਜੈਨੂਅਨ ਤਰੀਕੇ ਦੇ ਨਾਲ। ਜੇ ਜੈਨੂਅਨ ਤਰੀਕੇ ਦੇ ਨਾਲ ਰਣਜੀਤ ਸਿੰਘ ਦੇ ਨਾਲ ਖੜੇ ਆ ਜਾਂ ਉਹੀ ਵਿਚਾਰਧਾਰਾ ਦੇ ਨਾਲ ਖੜੇ ਆ, ਚਲੋ ਕਮ ਸੇ ਕਮ ਤੁਸੀਂ ਆਪਦਾ ਕੰਮ ਕਰੀ ਚੱਲੋ, ਸਾਨੂੰ ਆਪਦਾ ਕਰਨ ਦਿਓ, ਪਰ ਰੱਬ ਦੀ ਪਰਿਭਾਸ਼ਾ ਤਾਂ ਸਹੀ ਦਵੋ ਲੋਕਾਂ ਨੂੰ, ਜਿੱਦਾਂ ਤੁਸੀਂ ਰੀਲੀ ਮੰਨਦੇ ਆ ਉਦਾਂ ਤਾਂ ਦਵੋ, ਹਨਾ। ਕਮ ਸੇ ਕਮ ਉੱਥੇ ਕਿ ਤਾਂ ਖੜੇ ਹੋਵੋ ਜਿੱਥੇ ਤੁਸੀਂ ਸੀਗੇ ਪਹਿਲਾਂ। ਆਪਣੇ ਆਪ ਨਾਲ ਇਨਸਾਫ ਕਰ ਲਓ, ਆਪਣੇ ਆਪ ਨਾਲ ਕਰ ਲਓ, ਸਾਨੂੰ ਵੀ ਦੁੱਖ ਲੱਗਦਾ ਯਾਰ। ਬਿਲਕੁਲ, ਹਨਾ। ਹਾਂਜੀ, ਤੁਹਾਡੀ ਆਵਾਜ਼ ਘੱਟ ਹੋਣ ਲੱਗ ਪਈ ਹੈ ਭਾਈ ਸਰਜਣ ਸਿੰਘ ਜੀ। ਹਾਂਜੀ, ਆਪਾਂ ਇਦਾਂ ਕਰਦੇ ਹਾਂ, ਹੁਣ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਕਿਉਂਕਿ ਜਿਹੜੀ ਆ ਤੁਹਾਡੀ ਆਵਾਜ਼ ਵੀ ਘੱਟ ਹੋਣ ਲੱਗ ਪਈ ਹੈ। ਕਾਲ ਤਾਂ ਤੁਹਾਡੀ ਸਟਿਲ ਔਨ ਹੈ ਤੇ ਠੀਕ ਹੈ। ਹਾਂਜੀ, ਆਪਾਂ ਹੁਣ ਅਖੀਰ ਦੇ ਵਿੱਚ ਫਤਿਹ ਬੁਲਾ ਕੇ ਸਾਰੇ ਜਿਹੜੇ ਆਪਣੇ ਸਰੋਤੇ ਆ, ਸਾਰੇ ਆਪਣੇ ਦਰਸ਼ਕ ਹੈ, ਆਪਾਂ ਹੁਣ ਉਹਨਾਂ ਤੋਂ ਆਗਿਆ ਲੈਂਦੇ ਹਾਂ ਤੇ ਕੋਸ਼ਿਸ਼ ਕਰਾਂਗੇ ਇਸੇ ਤਰੀਕੇ ਨਾਲ ਆਪਾਂ ਜਿਹੜਾ ਆ ਫਿਰ 1-2 ਪ੍ਰੋਗਰਾਮ ਜਿਹੜੇ ਆ ਹੋਰ ਆਪਾਂ ਕਰਾਂਗੇ, 1-2 ਕਿਉਂ ਜਿੰਨੇ ਵੀ ਹੋ ਸਕੇ ਆਪਣੇ ਤੋਂ, ਜਿਸ ਤਰੀਕੇ ਨਾਲ ਲਗਾਤਾਰਤਾ ਦੇ ਨਾਲ ਆਪਾਂ ਚੱਲਣਾ, ਕਿਉਂਕਿ ਲਗਾਤਾਰਤਾ ਜਿਹੜੀ ਹੈ ਬਹੁਤ ਜ਼ਰੂਰੀ ਹੈ। ਭਾਈ ਸਾਹਿਬ ਜਿਹੜੇ ਸਾਨੂੰ ਇਹੀ ਗੱਲ ਕਹਿੰਦੇ ਹੁੰਦੇ ਆ। ਠੀਕ। ਸੋ ਕੋਸ਼ਿਸ਼ ਹੈ ਕਿ ਲਗਾਤਾਰਤਾ ਦੇ ਨਾਲ ਜਿਹੜੇ ਅਸੀਂ ਇਹ ਸਾਰੇ ਪ੍ਰੋਗਰਾਮ ਕਰਦੇ ਰਹੀਏ। ਸੋ ਹੁਣ ਸਾਨੂੰ ਖਿਮਾ ਬਖਸ਼ੋ ਜੀ। ਸੋ ਇੰਨੀਆਂ ਗੱਲਾਂ ਕਰਦੇ ਹੋਏ ਅਸੀਂ ਖਿਮਾ ਦੇ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।